9.5 ਲੱਖ ਚ ਪੈਣੀ ਮੌਤ ਮਿੱਠੇ ਦਲੀਆ ਬਣਵਾ ਕੇ ਇੱਕ ਅੰਗਰੇਜ਼ ਨਹੀਂ ਸੈੱਟ ਕਰਨੀ ਅਖਬਾਰ ਪੜ੍ਹਾ ਮੈਂ ਉਸਤਾਦ ਜੀ ਤੇ ਰੌਂਗਟੇ ਖੜੇ ਹੋਏ ਦੇ ਹਾਂਜੀ ਮੈਂ ਪਿੱਛੋਂ ਦੇਖਦੇ ਕੀ ਪੜ੍ਹਨ ਡਿਆ ਲੋਕ ਨੇ ਇੱਕ ਦੂਸਰੇ ਨੂੰ ਕਹਿਣਾ ਚਲੋ ਵੀ ਗੱਲ ਕਰਨ ਲੱਗਾ ਉੱਠੋ ਵੀ ਤਿਆਰੀ ਕਰੋ ਜਿੱਡਾ ਪਿੰਡਾ ਵਾ ਨਾ ਹਾਂਜੀ ਮਰਨ ਤੋਂ ਬਾਅਦ ਨੂੰ ਜ਼ਿਆਦਾ ਦੇਰ ਰੱਖਣਾ ਨਹੀਂ। ਮੈਂ ਜੀਂਦੇ ਦੇ ਬਾਰੇ ਚ ਵੀ ਰਾਏ ਅੱਛਾ ਤੂੰ ਵਾਜਾ ਜਿਹੜਾ ਲਿਆ ਉਹਦਾ ਕੀ ਕਰਨਾ ਉਹ ਉੱਠ ਕੇ ਵਜਾਉਣਾ ਹੈ दिल का सुना साज तराना ढूंढेगा दिल का सुना साज तराना ढूंढेगा तीर निगाहे नाज निशाना ढूंढेगा अरे मुझको मेरे बाद जमाना ढूंढेगा दिल का सुना साज तराना ढूंढेगा क्या बात है साजी लोग मेरे ख्वाबों को चुरा कर ढालेंगे अफसानों में ਜਿਓ ਜਿਓ मेरे दिल की आग बटेगी दुनिया के परवानों में वक्त मेरे गीतों का खजाना ढूंढेगा दिल का सुना साज तराना ढूंढेगा तीर निगाहे नाज निशाना ढूंढेगा और मुझको मेरे बाद जमाना ढूंढेगा दिल का सुना साज तराना ढूंढेगा क्या बात है शेख साहेब वाह वाह। लोग तुम्हारी जुगतों को चुरा कर देंगे ये डरामों में टी टाइम की हर एक बात बटेगी दुनिया के वीरानों में वाह 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 दुनिया हंसी का गोल गप्पा ढूंढेगा ਢੂੰਡੇਗਾਗੀ ਸਾਜੀ ਕੀ ਤੁਸੀਂ ਮੌਕੇ ਦੀ ਮੁਨਾਸਬਤ ਨਾਲ ਗਾਣਾ ਗਾਇਆ ਹੋਇਆ? ਨਹੀਂ ਮੌਕੇ ਦੀ ਮੁਨਾਸਬਤ ਨਾਲ ਇਹ ਨਹੀਂ ਸੀ ਹੈਗਾ ਹੋ ਗਈ ਸੀ ਲੈ ਉਹ ਯਾਰ ਹਵਾਲੇ ਰੱਬ ਦੇ ਉਹ ਸੀਗਾ ਓਏ ਉਸਤਾਦ ਜੀ ਬਿੱਟੇ ਦਾ ਨੱਕ ਆਖਰੀ ਸਟੇਜ ਤੇ ਜੇ ਓਏ ਮੇਰੇ ਬਿੱਟੇ ਨੂੰ ਕੁਝ ਵੀ ਨਾ ਹੋਵੇ ਮੇਰੇ ਬਿੱਟੇ ਸਾਜੀ ਡਾਕਟਰਾਂ ਨੇ ਸਾਫ਼ ਜਵਾਬ ਦੇ ਦਿੱਤਾ ਵਾ ਮਿੱਠੇ ਨੂੰ। ਨਹੀਂ ਕੀ ਹੋਇਆ ਨੂੰ ਜਵਾਬ ਦੇ ਸਕਦਾ ਡਾਕਟਰ ਆਹੋ ਤੂੰ ਗਿਆ ਸੀ ਡਾਕਟਰ ਕੋ ਸੁਨੈਣ ਨੂੰ ਲੈ ਗਿਆ ਸੀ ਨਾਲ ਹਾਂਜੀ ਸਾਜੀ ਸੁਨੈਣ ਨੇ ਕੋਲੋਂ ਲਾ ਕੇ 2-3 ਬਿਮਾਰੀਆਂ ਦੱਸਤੀਆਂ ਅਗਲੇ ਨੇ ਇੰਜ ਉਹ ਜਿਹੜੀਆਂ ਉਹਨੇ ਲਾ ਕੇ ਦੱਸੀਆਂ ਉਹ ਤੇ ਲਹਿਦਾ ਗੱਲ ਆ ਇਹਨੂੰ ਡਾਇਰੈਕਟ ਜੋ ਡਾਕਟਰ ਨੇ ਕਿਹਾ ਉਹ ਕੀ ਕਿਹਾ ਤੂੰ ਤੇ ਕਿਹਾ ਨਹੀਂ ਪਿਛਲੇ ਸ਼ੋਅ 'ਚ ਬੈਠਾ ਤੇ ਮੈਂ ਕਿਹਾ ਕਿਦਾਂ ਤੇ ਫਿਰ ਕਹਿੰਦਾ ਠੀਕ ਆ ਦਰਦ ਵੀ ਕਹਿੰਦਾ ਘਟ ਗਈ ਸਾਰਾ ਕੁਝ ਠੀਕ ਕਿਹਾ ਨਹੀਂ ਤੂੰ ਮੈਨੂੰ ਨਹੀਂ ਡਾਕਟਰ ਕਹਿੰਦਾ ਬਹੁਤ ਮੁਸ਼ਕਲ ਆ ਮੇਰੇ ਹੱਥੋਂ ਕੰਮ ਬਾਹਰ ਹੋ ਗਿਆ ਕਹਿੰਦਾ ਕਹਿੰਦਾ ਬਹੁਤ ਹੱਲ ਹੋਰ ਵੀ ਲੈ ਜਾਓ ਨਾ ਅੱਛਾ ਤੇ ਫਿਰ ਉਹਨੇ ਉਸਤਾਦ ਜੀ ਪਤਾ ਕੀ ਕਿਹਾ ਵਾ ਹਾਂ ਜੋ ਵੀ ਕਿਹਾ ਸਹੀ ਸੀ ਦੱਸੀ ਡਾਕਟਰ ਉਹ ਮੇਰੇ ਬਿੱਟਿਆ ਲਾ ਕੇ ਰੱਖਾਂ ਤੈਨੂੰ ਓਏ ਅੱਛਾ ਉਹਨੇ ਭਲਾ ਬਚਣਾ ਹੋਵੇ ਇਹਨੇ ਫੜ ਫੜ ਕੇ ਮਾਰਨਾ ਉਸਤਾਦ ਜੀ ਉਹਨੇ ਕਿਹਾ ਵੀ ਤੇਰੇ ਕੰਨ ਦਾ ਵੀ ਆਪਰੇਸ਼ਨ ਹੋਣਾ ਹੈ ਤੇ ਨੱਕ ਦਾ ਆਪਰੇਸ਼ਨ ਪਹਿਲੇ ਨੱਕ ਦਾ ਆਪਰੇਸ਼ਨ ਕਰਾਂਗੇ ਗਦੂਟਾ ਵਾ ਤੇ ਉਧਰ ਦੀ ਜਾਣਾ ਉਹਨੇ ਟੱਕ ਤੜੀ ਜਾਣਾ ਕੱਲ ਤੜੀ ਓਏ ਕਿਸੇ ਓ ਚੁੱਪ ਕਰ ਜਾ ਸਾਜੀ ਮੈਨੂੰ ਹਾਸਾ ਤੇ ਗੁੱਸਾ ਇੱਕੋ ਟਾਈਮ ਦੋਵੇਂ ਚੀਜ਼ਾਂ ਆ ਰਹੀਆਂ ਪਤਾ ਕੀ ਗੱਲ ਡਾਕਟਰ ਕਹਿੰਦੇ ਕੰਨ ਦਾ ਆਪਰੇਸ਼ਨ ਕਰਨਾ ਲੇਕਿਨ ਮੈਂ ਨੱਕ ਤੜੀ ਕਰਨਾ ਵਾ ਇਧਰ ਤਾਂ ਉਹਨੂੰ ਰਾਹ ਦਾ ਨਹੀਂ ਪਤਾ ਅੱਛਾ ਹੁਣ ਮੈਨੂੰ ਸੁਣ ਲੈਂਦਾ ਕੀ ਗੱਲ ਉਹ ਛੇਤੀ ਦੱਸ ਓਏ ਉਹਨੇ ਉਸਤਾਦ ਜੀ ਕਿਹਾ ਵੀ ਤੇਰਾ ਨਾ ਡੀਐਨਸੀ ਹੋਣਾ ਵਾ ਡੀਐਨਏ ਹੋਣਾ ਉਸਤਾਦ ਜੀ ਇਹਦਾ ਵਿਚਾਰੇ ਦਾ ਓ ਯਾਰ ਉਹਨੇ ਕੀ ਦੱਸਿਆ ਤੈਨੂੰ ਆਪਰੇਸ਼ਨ ਦੱਸਿਆ ਨੱਕ ਦਾ ਇਹ ਮੈਂ ਤੇਰੇ ਤੋਂ ਪਿੱਛੇ ਇਹਨਾਂ ਨੂੰ ਕਹਿ ਦਿੱਤਾ ਸੀ ਮੈਂ ਕਿਹਾ ਸੀ ਇਹਦਾ ਆਪਰੇਟ ਹੋਣਾ ਉਸ ਤੋਂ ਇਲਾਵਾ ਇਹਦਾ ਹੱਲ ਨਹੀਂ ਹੈਗਾ ਜੋ ਮਰਜ਼ੀ ਕਰ ਦੇਣਾ ਕਿਉਂਕਿ ਤੇਰੇ ਕੰਨ ਦਾ ਪਰਦਾ ਹੀ ਨਹੀਂ ਹੈਗਾ ਹਾਂਜੀ ਕੱਲ ਤਾਂ ਪੜਦਾ ਲੇਕਿਨ ਉਹਨੇ ਕਿਹਾ ਵੀ ਤੇਰੇ ਨੱਕ ਦੀ ਹੱਡੀ ਵਿੰਗੀ ਇੱਥੇ ਗਦੂਤਾਂ ਵਾ ਹਾਂਜੀ ਮੈਨੂੰ ਵੀ ਇਦਾਂ ਹੀ ਕਿਹਾ ਸੀ ਬਰੇ ਬਾਲਕਾ ਮੈਨੂੰ ਵੀ ਇਦਾਂ ਹੀ ਕਿਹਾ ਸੀ ਡਾਕਟਰ ਨੇ
ਅੱਲਾ ਖੈਰ ਕਰੇ ਡਾਕਟਰ। ਯਕੀਨ ਕਰ ਉਹਨੂੰ ਕਹਿ ਅੱਛਾ ਗਦੂਦਾਂ ਵਾ ਤੇ ਉਹ ਮਤਲਬ ਕੀ ਆਪਰੇਸ਼ਨ ਹੋਣਾ ਆਪਰੇਸ਼ਨ ਹੋਇਆ ਯਾਨੀ ਗਦੂਦਾਂ ਨਾ ਕਹਿ ਉਹਨੂੰ ਕੀ ਕਹਿੰਦੇ ਇੰਗਲਿਸ਼ ਚ ਕੈਰੀ ਟੌਮਸਨ। ਲੈ ਕੈਰੀ ਔਨ ਜੱਟਾ ਕਹਿੰਦਾ ਨਹੀਂ ਕੰਨ ਦਾ ਪਰਦਾ ਹੈ ਨਹੀਂਗਾ ਨਹੀਂ ਯਾਨੀ ਕੰਨ ਬੀਜ ਜਾ ਉਹਨੇ ਨਹੀਂ ਕੰਨ ਦਾ ਪਰਦਾ ਨਹੀਂ ਹੈਗਾ ਤੇ ਉਹਨੇ ਅੱਛਾ ਗਲੇ ਦਾ ਜਿਹੜਾ ਮਸਲਾ ਵਾ ਟੌਨਸਿਸ ਇੱਧਰ ਟੌਨਸਿਸ ਆ ਜਿਹੜੇ ਉਹ ਤੇਰੇ ਉਹਨੇ ਕਿ ਆਪਰੇਸ਼ਨ ਦੇ ਨਾਲ ਹੋਣੇ ਉਹਨੇ ਕਿਹਾ ਪਹਿਲੇ ਨੱਕ 'ਚ ਗਦੂਦਾਂ ਵਾ ਠੀਕ ਆ ਦਿਮਾਗ 'ਚੋਂ ਕੇਰਾ ਹੁੰਦਾ ਵਾ ਠੀਕ ਆ ਜਿਹਦੀ ਵਜ੍ਹਾ ਤੋਂ ਤੇਰਾ ਨੱਕ ਦਾ ਨਾ ਪਰਦਾ ਡੈਮੇਜ ਹੋਇਆ ਓਕੇ ਤੇ ਤੂੰ ਉਹ ਕਾਟਨ ਬਡ ਮਾਰ ਕੇ ਪਰਦਾ ਬਿਲਕੁਲ ਫਾਰਗ ਕਰ ਲਿਆ ਓਕੇ ਤੇ ਗੱਲ ਇਹ ਚਾਂਸਸ ਵੀ ਆ, ਪਹਿਲੇ ਤੇਰਾ ਡੀਐਨਏ ਕਰਾਂਗੇ ਨੱਕ ਦਾ ਸਾਰਾ ਡੀਐਨਏ ਕਰਕੇ ਨਾ ਫਿਰ ਇਹਦਾ ਆਪਰੇਸ਼ਨ ਜਿਹੜਾ ਕੰਪਲੀਟ ਹੋਏਗਾ 4-5 ਦਿਨ ਦੀ ਤੈਨੂੰ ਰੈਸਟ ਹੋਏਗੀ ਫਿਰ 4-5 ਦਿਨ ਬਾਅਦ ਤੂੰ ਆਉਣਾ ਫਿਰ ਤੇਰਾ ਕੰਨ ਦਾ ਆਪਰੇਸ਼ਨ ਕਰਾਂਗੇ। ਅੱਛਾ ਪਹਿਲੇ ਗਲੇ ਦਾ ਇਹਦਾ ਨੱਕ ਦਾ ਹੋਣਾ ਇੱਥੋਂ ਗਦੂਦਾਂ ਦਾ ਹਾਂਜੀ ਅੱਛਾ ਉਸ ਤੋਂ ਬਾਅਦ 4-5-6 ਦਿਨ ਦੀ ਤੇਰੀ ਰੈਸਟ ਆ ਜਦੋਂ ਠੀਕ ਹੋ ਗਿਆ ਫਿਰ ਕੰਨ ਦਾ ਹੋਏਗਾ ਫਿਰ ਕੰਨ ਦਾ ਸਾਜ ਕੰਨ ਦਾ ਕੀ ਕਰਨਾ ਉਹਨਾਂ ਨੇ ਕੰਨ ਦਾ ਪਰਦਾ ਪਾਣਗੇ ਸਾਰੇ। ਕਿੱਥੋਂ ਪਰਦਾ ਪਾਉਣਗੇ ਪਰਦਾ ਰੀਗਲ ਰੋਡ ਤੋਂ ਲੈ ਕੇ ਉਹ ਨਹੀਂ ਉਹ ਪਰਦਾ ਨਹੀਂ ਪੈਂਦਾ ਉਹ ਉਸਤਾਦ ਜੀ ਡਾਕਟਰ ਇਹਨੂੰ ਕਹਿਣਗੇ ਨਾ ਕਿ ਇਹ ਜਿਵੇਂ ਗੱਲ ਤੇ ਨਹੀਂ ਪਰਦਾ ਪਾਈਦਾ ਇਦਾਂ ਹੀ ਉਹਨਾਂ ਨੇ ਪਰਦਾ ਅੱਛਾ ਉਸਤਾਦ ਜੀ ਡਾਕਟਰ ਨੇ ਕਿਹਾ ਜਾ ਕੇ ਰਿਸ਼ਤੇਦਾਰਾਂ ਨੂੰ ਮਿਲਿਆ ਸਾਰੇ। ਇਹਨੂੰ ਤੂੰ ਕੀ ਦੱਸਿਆ ਮੈਂ ਨਵੀਂ 70 ਲਈ ਆ ਨਹੀਂ ਇਹਨੂੰ ਤੂੰ ਦੱਸਿਆ ਕੀ ਹੈ ਵੀ ਤੂੰ ਐਂਡ ਤੇ ਹੀ ਆ ਮੈਂ ਤਾਂ ਉਹ ਬਗੈਰ ਵੇਖ ਤਾਂ ਸਹੀ ਲੈ ਮੈਂ ਤਾਂ ਬਗੈਰ ਰਹਿ ਹੀ ਨਹੀਂ ਸਕਦਾ ਉਸਤਾਦ। ਡਾਕਟਰ ਨੇ ਇਹ ਵੀ ਕਿਹਾ ਕਿ ਮੋਬਾਈਲ ਤੋਂ ਸਾਰਾ ਡਾਟਾ ਡਿਲੀਟ ਕਰ ਦੇ। ਮੈਨੂੰ ਝੱਕ ਪੈ ਗਿਆ ਉਸਤਾਦ ਜੀ ਮਿੱਟਾ ਗਿਆ ਲਵੋ। ਕਿੱਥੇ ਗਿਆ ਮੈਨੂੰ ਕਿਤੇ ਬਾਹਰ ਰਾਈਡ ਲੈਣ ਆ ਗਈ ਆ ਯਾਰ ਮਿੱਠੇ ਤੂੰ ਘਬਰਾ ਨਾ ਮਿੱਠਾ ਗਿਆ ਲੈ ਉਹ ਭਾਈ ਨੇ ਰੋ ਕੇ ਸੁੰਗੜ ਜਾਣਾ ਯਾਰ ਰੋਵੋ ਨਾ ਉਸਤਾਦ ਜੀ ਪਤਾ ਕੀ ਗੱਲ ਆ ਮੈਂ ਡਾਕਟਰ ਨੂੰ ਕਿਹਾ ਸੀ ਮੈਂ ਕਿਹਾ ਡਾਕਟਰ ਸਾਹਿਬ ਮੇਰੀ ਸੁਣੋ ਗੱਲ ਪਿਛਲੇ ਹਫਤੇ ਮੈਨੂੰ ਡਾਕਟਰ ਸਾਹਿਬ ਬੜੇ ਅੱਛੇ ਲੱਗੇ ਸੀਰੀਅਸਲੀ ਸਹੀ ਬਿੱਟੇ ਉਹਨਾਂ ਨੇ ਕਿਹਾ ਵੀ ਤੇਰਾ ਪਹਿਲੇ ਨੱਕ ਦਾ ਆਪਰੇਸ਼ਨ ਕਰਾਂਗੇ ਮੈਂ ਕਿਹਾ ਚਲੋ ਮੈਂ ਕਿਹਾ ਡਾਕਟਰ ਸਾਹਿਬ ਲੇਜ਼ਰ ਨਾ ਕਰੋ ਕਹਿੰਦਾ ਨਹੀਂ ਉਹਨੇ ਕਿਹਾ ਇੰਸਟਰੂਮੈਂਟ ਨਾਲ ਹੋਣਾ ਇੰਸਟਰੂਮੈਂਟ ਪਹਿਲੇ ਯਾਰ ਮੈਨੂੰ ਪੂਰੀ ਗੱਲ ਕਲੀਅਰ ਹੋ ਲੈਂਦੇ ਉਸ ਤੋਂ ਬਾਅਦ ਕਰਨਾ ਅੱਛਾ ਜੀ ਉਹਨੇ ਕਿਹਾ ਜੀ ਤੁਹਾਡਾ ਇਹਦਾ ਆਪਰੇਸ਼ਨ ਹੋਣਾ 4-5 ਦਿਨ ਬਾਅਦ ਤੁਹਾਡਾ ਕੰਨ ਦਾ ਆਪਰੇਸ਼ਨ ਹੋਣਾ ਨੱਕ ਦਾ ਪਹਿਲੇ ਨੱਕ ਦਾ ਹਾਂ ਕਰਨਾ ਉਸ ਤੋਂ ਬਾਅਦ ਕੰਨ ਦਾ ਹੋਣਾ ਫਿਰ ਕੰਨ ਦਾ ਫਿਰ ਗਲੇ ਤੇ ਦਾ ਠੀਕ ਆ ਓਕੇ ਗਲੇ ਦੇ ਟਾਂਸ ਅੱਛਾ ਫਿਰ ਗਲੇ ਦਾ ਟੌਨਸਿਸ ਹਾਂਜੀ। ਤੇ ਕੀ ਇਹ ਚ ਕੀ ਰੌਲਾ ਕਰਾ ਲਾ ਕੀ ਮਸਲਾ ਰੋਲਾ ਉਸਤਾਦ ਜੀ ਇਹ ਆ ਕਿ ਉਹ ਜਿਹੜਾ ਫਾਟਕ ਦੇ ਨਾਲ ਕਲੀਨਿਕ ਨਹੀਂ ਹੁੰਦਾ ਆਹੋ ਉਹਦੇ ਕੋਲ ਚਲ ਗਿਆ। ਨਹੀਂ ਹਸਪਤਾਲ ਗਿਆ ਅੱਛਾ ਡਾਕਟਰ ਆ ਭਾਜੀ। ਪਹਿਲੇ ਉਹਨੇ 4-5 ਦਿਨ ਦੀ ਨੂੰ ਦਵਾਈ ਦਿੱਤੀ ਉਹਦੇ ਨਾਲ ਇਹਨੂੰ ਚੰਗਾ ਭਲਾ ਫਰਕ ਸੀ ਹਾਂਜੀ ਆ ਸਵੈਲਿੰਗ ਘਟੀ ਹੈ ਥੋੜੀ ਜੀ ਹਾਂਜੀ। ਲੇਕਿਨ ਉਹਦੀ ਗੱਲ ਨਾਲ ਫੇਰ ਵੱਧ ਗਈ। ਅੱਛਾ ਹੁਣ ਤੂੰ ਕੀ ਚਾਹੁੰਦਾ ਵਾ ਉਹਨੇ ਤੈਨੂੰ ਕਹਿ ਤਾ ਆਪਰੇਸ਼ਨ ਤੂੰ ਹੁਣ ਕੀ ਦੱਸ ਚਾਹੁੰਦਾ ਯਾਰ ਆਖਰੀ ਖੁਆਇਸ਼ ਦੱਸ। ਦੱਸੋ ਜੀ ਜਿੱਥੇ ਵੱਡੇ ਵਾਲੇ ਕਿਹੜਾ ਵੱਡੇ ਅੱਧੇ ਕਹਰੇ ਪਿੰਡ ਲਈ ਜਾਣਾ ਅੱਧੇ ਕਹਿੰਦੇ ਸ਼ਹਿਰ 'ਚ ਹੀ ਸਹੀ ਹੈ। ਭਾਜੀ ਮੇਰਾ ਇੱਕ ਤਾਂ ਸਿਲੰਡਰ ਨਹੀਂ ਫਟ ਗਿਆ ਵੀ ਮੇਰੇ ਚਾਰ ਚਿਥੜੇ ਉੱਡ ਗਏ ਵੀ ਅੱਧਾ ਉਹਨੇ ਲੈ ਜਾਣਾ ਅੱਧਾ ਉਹਨੇ ਲੈ ਜਾਣਾ ਨਹੀਂ ਕਹਿੰਦਾ ਅੱਧੇ ਕਹਿ ਰਹੇ ਨੇ ਕਿ ਪਿੰਡ ਦਫਨਾਵਾਂਗੇ ਅੱਧੇ ਕਹਿ ਰਹੇ ਨੇ ਸ਼ਹਿਰ 'ਚ ਹੀ। ਇਹ ਕਹਿ ਰਹੇ ਨੇ ਤੁਸੀਂ ਮੈਨੂੰ ਨਾ ਪੁਲ ਦੇ ਥੱਲੇ ਦਫਨਾ ਦਿਓ ਅੱਧਾ ਉਧਰ ਆਜਮਾ ਅੱਧਾ ਉਧਰ ਆਜਮਾ ਤਾਜੀ ਮੈਂ ਇੱਥੇ ਜਿੰਨੇ ਵੀ ਵੇਖੇ ਨਾ ਕੰਨ ਦੇ ਪਰਦੇ ਵਾਲੇ ਤੇ ਅਗਦੂਤਾਂ ਵਾਲੇ ਇਹ ਬਚਦੇ ਨਹੀਂ ਵੇਖੇ ਇਹ ਨਹੀਂ ਬਚਦੇ ਇਹ ਲੈਟ ਵਾਲੇ ਮਰੀਜ਼ ਹੀ ਨਹੀਂ ਫੜਨ ਦੇ ਸਾਈਨੋ ਨਹੀਂ ਫੜਦੇ ਉਹ ਕਹਿੰਦੇ ਨਹੀਂ ਭਾਈ ਇਹ ਸਾਡੇ ਉਹਨੇ ਲਿਖ ਕੇ ਲਾਇਆ ਵਾ ਨੱਕ ਕੰਨ ਵਾਲੇ ਮਰੀਜ਼ੋਂ ਕੀ ਬੁਕਿੰਗ ਬੰਦ ਹੈ। ਹੱਥ 'ਚ ਪਾਉਂਦੇ ਸਾਥੀ ਉਹ ਇਸ ਤੋਂ ਬਾਅਦ ਕਹਿੰਦਾ ਉਸਤਾਦ ਜੀ ਇਹਦੇ ਕੰਨ ਦਾ ਪਰਦਾ ਨਹੀਂ ਨਾ ਹੈਗਾ ਤੇ ਉਹ ਪਿਆਜ਼ ਦੇ ਉੱਤੋਂ ਜਿਹੜਾ ਉਹ ਬਰੀਕ ਜਿਹਾ ਛਿਲਕਾ ਨਹੀਂ ਇੱਕ ਲੱਤ ਦਾ ਹਾਂ ਉਹ ਸਰਜਰੀ ਕਰਾ ਕੇ ਉਹ ਲਵਾ ਲਵੇ ਸਹੀ ਹੋ ਜਾਣਾ। ਬਸ ਸਹੀ ਆ ਮੈਂ ਉਹ ਪਿਆਜ਼ ਦਾ ਛਿਲਕਾ ਪਵਾ ਲਵਾਂ ਮੈਨੂੰ ਅੰਦਰੋਂ ਅੰਦਰ ਹੀ ਆਪਣੀ ਸਮੈਲ ਆਈ ਜਾਵੇ ਉਸਤਾਦ ਜੀ ਬਿੱਟੇ ਤੂੰ ਗਿਆ ਪਿਆਜ਼ ਦਾ ਛਿਲਕਾ ਪਾਉ ਲੈ ਸਾਰੇ ਜਿਹੜੇ ਅੱਖਾਂ 'ਚ ਪਾਣੀ ਵਗਦਾ ਰਵੇ ਪੈਦਾ ਘਰ ਕਿਤੇ ਪਿਆਜ਼ ਨਾ ਹੋਵੇ ਅੰਮੀ ਮੇਰਾ ਕੰਨ ਪਾ ਕੇ ਤੁੜਕ ਲਵੇ ਆਹੋ ਭਾਜੀ ਇਹ ਭਲਾ ਕੀ ਪਾਵੇ ਹਾਂ ਇਹ ਉਹ ਪਾਲਿਸ਼ ਦੀ ਡੱਬੀ ਦੇ ਉੱਤੇ ਨਹੀਂ ਉਹ ਵਾਈਟ ਜਿਹਾ ਸਿਲਵਰ ਹਾਂ ਸਿਲਵਰ ਹਾਂ ਤਾਜੀ ਉਹਦੇ 8 ਕੰਨ ਉਹ 8 ਕੰਨਾਂ ਦੇ ਨਹੀਂ ਉਹ ਹਾਰਡ ਹੁੰਦਾ ਉਧਰੋਂ ਇਹਨੂੰ ਆਵਾਜ਼ ਨਹੀਂ ਆਉਣੀ ਅੱਛਾ ਜੀ ਉਹ ਸਰਾਖ ਕਰਨੇ ਪੈਣੇ ਹਾਂਜੀ ਤੂੰ ਖਜੂਰ ਦੀ ਝਿੱਲੀ ਨਹੀਂ ਹਾਂ ਗਿਟਕ ਠੀਕ ਹੈ ਨਾ ਉਹ ਖਜੂਰ ਦੀ ਜਿਹੜੀ ਉੱਪਰਲੀ ਜਿਹਦੀ ਹਾਂ ਹਾਂਜੀ ਹਾਂਜੀ ਜਿਹਦੇ ਬਾਰੇ ਚ ਮੇਰੇ ਰੱਬ ਨੇ ਵੀ ਕਿਹਾ ਕੁਰਾਨ ਚ ਉਹ ਕਤਮੀਰ ਕਹਿੰਦੇ कि जिन्हें तुम मेरे सिवा पुकारते हो वो खजूर की गुठली के रेशे जितना भी इख्तियार नहीं रखते सुभान अल्लाह सदके जावा नहीं तो इदां कर ਸਾਜੀ ਤੇ ਪਰਦੇ ਦੀ ਪਮਾਇਸ਼ ਕਿੰਨੀ ਹੁੰਦੀ ਵੈਸੇ ਪਤਾ ਕੁਝ मैं ਤੈਨੂੰ ਦੱਸਦਾ ਨਾ ਤੈਨੂੰ ਮੈਂ ਇੱਕ ਨੰਬਰ ਦਿਆਂਗਾ ਤੂੰ ਸਵੇਰੇ ਉੱਤੇ ਫੋਨ ਕਰ ਠੀਕ ਹੈ ਜੀ ਉੱਤੇ ਫੋਨ ਕਰ ਉਹ ਪਹਿਲੇ ਆਏਗਾ ਇੰਚੀ ਟੇਪ ਲੈ ਕੇ ਉਹ ਤੇਰੇ ਪਰਦੇ ਦਾ ਨਾਪ ਲੈ ਜਾਏਗਾ ਸੈਸ ਤੇ ਕਰਕੇ ਜਾਵੇ ਠੀਕ ਨਹੀਂ ਅੱਛਾ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਯਾਰ ਛੱਡ ਦਿਓ ਯਾਰ ਕੀ ਤੁਸੀਂ ਡਰੈਗਨਸ ਵਾਲੇ ਪਾਸੇ ਜਾਈਦੇ ਮੇਰੀ ਸੁਣੋ ਗੱਲ ਗੱਲ ਕਰ ਜੀ ਪਹਿਲੇ ਮੇਰੀ ਗੱਲ ਸੁਣ ਲਓ ਫਿਰ ਜਿੱਦਾਂ ਮਾਰੀ ਚੀਜ਼ ਆ ਹਾਂਜੀ ਦੱਸੋ ਉਹਨੇ ਕਹੀ ਤੇਰਾ ਡੀਐਨਏ ਟੈਸਟ ਹੋਣਾ ਵਾ ਆਹ ਵਾਲਾ ਉਹ ਡੀਐਨਏ ਨਹੀਂ ਹੁੰਦਾ ਯਾਰ ਅੱਲਾ ਦੇ ਬੰਦੇ ਡੀਐਨਏ ਹੋਰ ਚੀਜ਼ ਨਹੀਂ ਅੱਛਾ ਤੇਰਾ ਟੈਸਟ ਹੋਣਾ ਫਿਰ ਤੇਰਾ ਆਪਰੇਸ਼ਨ ਹੋਣਾ ਨੱਕ ਦਾ Okay. ਗਦੂਦਾਂ ਕੱਢਣੀਆਂ ਗਦੂਦਾਂ ਕੱਢ ਕੇ ਫਿਰ ਤੇਰੇ ਕੰਨ ਦਾ ਆਪਰੇਸ਼ਨ ਹੋਣਾ ਕੰਨ ਤੋਂ ਉਹਨੂੰ ਕਹਿੰਦੇ ਈਐਨਟੀ ਫਿਰ ਤੇਰਾ ਗਲੇ ਦਾ ਆਪਰੇਸ਼ਨ ਹੋਣਾ ਵਾ ਓਕੇ ਮੈਨੂੰ ਉਹਨੇ ਹੌਸਲਾ ਦਿੱਤਾ ਡਾਕਟਰ ਨੇ ਉਹਨੇ ਕਿਹਾ ਤੇਰੀ ਉਮਰ ਕਿੰਨੀ ਮੈਂ ਕਿਹਾ 35 ਸਾਲ
ਉਹਨਾਂ ਲੈ ਇਹ ਰੌਲਾ ਹੀ ਕੋਈ ਨਹੀਂ ਅੰਦਰ 32 ਸਾਲਾਂ ਦਾ ਕਹਿੰਦਾ ਮੈਂ ਕੱਲ ਆਪਰੇਸ਼ਨ ਕਰਕੇ ਰੱਖਿਆ ਵਾ ਗੁੱਦੂ ਅਦਾ ਟਾਂਸਸ ਦਾ। ਤੂੰ ਅੰਦਰ ਮਿਲਣਾ ਸੀ ਜਾ ਕੇ ਜਿਹੜੇ ਉਹਦਾ ਹਸਪਤਾਲ ਦਾਖਲ ਤੇ ਮਰੀਜ਼ਾਂ ਨੇ ਸਹੀ ਦੱਸਣਾ ਸੀ ਤੈਨੂੰ। ਭਾਜੀ ਮੈਂ ਮਿਲਿਆ ਜਾ ਕੇ ਆਪਣੀ ਮਰੀਜ਼ ਨੂੰ, ਅੱਛਾ ਉਹਦਾ ਨੱਕ ਦਾ ਆਪਰੇਸ਼ਨ ਹੋਇਆ ਸੀ, ਓਕੇ ਉਹਦੀ ਉਮਰ 32 ਸਾਲ ਦੀ। ਓਕੇ ਉਹਦਾ ਨੱਕ ਦਾ ਆਪਰੇਸ਼ਨ ਦੇਖਿਆ ਤੂੰ ਐਂ ਜਿਵੇਂ ਖਰਬੂਜ਼ਾ ਨਹੀਂ ਚੀਜ਼ ਕੇ ਰੱਖਿਆ ਹੁੰਦਾ, ਬਿਲਕੁਲ ਐ ਗੱਲਬਾਤ ਹੋਈ ਉਹਦੇ ਨਾਲ? ਹੋਈ ਆ ਗੱਲਬਾਤ। ਕਾਦੀ ਉਹ ਜਿਹੜਾ ਬੋਲਣ ਗਿਆ ਆ ਸਾਰੀ ਹਰ ਸੇ ਗੋਲੀ ਪਈ ਉਹਦੀ। ਉਸਤਾਦ ਜੀ ਉਸ ਡਾਕਟਰ ਨੇ ਕਿਹਾ ਜੀ ਪਹਿਲੇ ਕੰਨ ਦਾ, ਫਿਰ ਨੱਕ ਦਾ, ਫਿਰ ਗਲੇ ਦਾ, ਫਿਰ ਢਿੱਡ ਦਾ, ਆਸਤਾ ਆਸਤਾ ਉਹਨੇ ਗਿੱਟਿਆਂ ਤੱਕ ਬੜੇ ਆਪਰੇਸ਼ਨ ਕਰਨੇ ਇਹਦੇ। ਹਾਂਜੀ ਟੋਟਲ ਯਾਰ, ਬਾਡੀ ਉਹਨੇ ਡੈਮੇਜ ਕਰਾਰ ਦੇ ਦਿੱਤੀ ਹੈ। ਦਾਨਿਸ਼ ਅੱਲਾ ਤੋਂ ਰਹਿ ਮੰਗੀਦਾ ਹੁੰਦਾ, ਉਹਨੇ ਸਿਰਫ 3 ਆਪਰੇਸ਼ਨ ਦੱਸੇ ਜਗ੍ਹਾ 'ਤੇ ਦੀਕ ਰਹੇ। ਯਾਰ ਮੇਰੀ ਗੱਲ ਸੁਣ ਲੈ, ਜਿਹੜੇ ਸਭ ਤੋਂ ਦੂਰ ਵਾਲੇ ਰਿਸ਼ਤੇਦਾਰ ਹਨ ਨਾ, ਉਹਨਾਂ ਨੂੰ ਜਲਦੀ ਸਲਾਹ ਦੇਈ। ਉਹ ਯਾਰ ਅੱਲਾ ਦੇ ਉਹ ਬੰਦੇ ਉਹਨੂੰ ਕੀ ਆਪਰੇਸ਼ਨ ਦਾ ਦੱਸਤਾ ਉਹਨੂੰ ਤਾਂ ਕਿਹੜਾ ਜ਼ਿਆਦਾ ਘੰਟੇ ਡੇਢ ਘੰਟੇ ਦਾ ਇੱਕ ਆਪਰੇਸ਼ਨ ਹੋਏਗਾ ਨਹੀਂ ਨਹੀਂ ਉਹਨੇ 4-5 ਦਿਨ ਦਾ ਕਿਹਾ ਵਾ। 4-5 ਦਿਨ ਬਾਅਦ ਉਹਨੇ ਕਿਹਾ ਦੂਸਰਾ ਕਰਨਾ ਵਾ। ਹਾਂਜੀ ਯਾਰ ਇੱਕ ਮਿੰਟ ਠਹਿਰ ਜਾਓ ਯਾਰ, ਹੁਣ ਕੀ ਕਰਨਾ ਵਾ ਤੇ ਤੂੰ ਕਰਾ ਲਾ ਯਾਰ। ਇਹ ਚ ਕੀ ਉਸਤਾਦ ਜੀ ਨੂੰ ਮੈਂ ਕਹਾਂਗਾ ਲੇਜ਼ਰ ਨਾਲ ਕਰ ਦਿਓ, ਕਹਿੰਦੇ ਯਾਰ ਲੇਜ਼ਰ ਨਾਲ ਨਹੀਂ ਹੋਣਾ, ਇੰਸਟਰੂਮੈਂਟ ਦੇ ਨਾਲ ਹੋਣਾ, ਤੇ ਬਕਾਇਦਾ ਬੇਹੋਸ਼ ਵੀ ਕਰਨਾ, ਮੈਨੂੰ ਬੇਹੋਸ਼ੀ ਤੋਂ ਡਰ ਲੱਗਦਾ। ਇਹ ਅਕਸਰ ਡਾਕਟਰ ਜਿਹੜੇ ਨਾ ਫੌਰਨ ਆਪਰੇਸ਼ਨ ਦਾ ਕਹਿ ਦਿੰਦੇ ਨੇ ਕਿ 50,000 ਲੱਖ 1.5 ਲੱਖ ਨਿਜ਼ਾਮ। ਬੈਸਟ ਤਰੀਕਾ ਐ ਸੀ, ਹੁਣ ਤੂੰ ਜਾਣਾ ਨਾ ਜਿਹੜਾ ਉਹਦਾ ਕੰਪਾਊਂਡਰ ਨੇ, ਹਾਂ ਉਹਨੂੰ ਤੂੰ ਰੁਪਈਆ 300-400 ਲਾਉਣਾ ਵਾ, ਉਹਨੇ ਤੈਨੂੰ ਉਸਤਾਦ ਸਹੀ ਗੱਲ ਦੱਸਣੀ। ਹਸਨ ਐ ਮੇਰੇ ਨਾਲ ਸੀਗਾ, ਮੈਂ ਡਾਕਟਰ ਨੂੰ ਚੈੱਕਅਪ ਕਰਾ ਕੇ ਨਾ ਬਾਹਰ ਆਇਆ, ਉਹ ਕੰਪਿਊਟਰ ਜਿਹੜਾ ਨਾ ਮੇਰਾ ਯਾਰ ਉਹੀ ਮੈਨੂੰ ਉੱਥੇ ਲੈ ਗਿਆ ਸੀ। ਮੈਂ ਉਹਨੇ ਮੈਨੂੰ ਕਿਹਾ ਕਿ ਨਾ ਉਰੇ ਦੱਸ ਕੀ ਹੈ, ਡਾਕਟਰ ਸਾਹਿਬ ਨੇ ਕਿਹਾ। ਮੈਂ ਉਹਦੇ ਹੱਥ 'ਚ ਨਾ 500 ਰੁਪਏ ਲਾਇਆ, ਮੈਂ ਕਿਹਾ ਇਦਾਂ ਨਾ ਕਰਕੇ ਨਾ ਯਾਰ ਡਾਕਟਰ ਸਾਹਿਬ ਨੇ ਮੈਨੂੰ ਆਪਰੇਸ਼ਨ ਦੱਸਿਆ, ਕਹਿੰਦਾ ਉਰੇ ਮੇਰੀ ਗੱਲ ਸੁਣ। ਕਿਹੜਾ ਆਪਰੇਸ਼ਨ ਦੱਸਿਆ? ਮੈਂ ਕਿਹਾ ਨੱਕ ਦਾ। ਉਹਨੂੰ 500 ਦੇ ਦਿੱਤਾ ਤੂੰ? ਉਹਨੂੰ 500 ਦਿੱਤਾ। ਮੈਂ ਕਿਹਾ ਯਾਰ, ਕਹਿੰਦਾ ਮੈਂ ਤੇਰੀ ਹਰ ਸ਼ੱਕ ਤੇਰਾ ਕੰਮ ਕਰਾ ਦੂੰ ਸਾਰਾ, ਕਲੀਅਰ ਦੱਸ ਦੂੰਗਾ, ਕਲੀਅਰ ਦੱਸ ਦੂੰਗਾ ਤੈਨੂੰ। ਮੈਨੂੰ 500 ਦਿੱਤਾ। ਮੈਂ ਕਿਹਾ ਡਾਕਟਰ ਸਾਹਿਬ ਨੇ ਆਪਰੇਸ਼ਨ ਦੱਸਿਆ, ਤੇ ਬਾਹਰ ਲਿਜਾ ਕੇ ਸਿਗਰਟ ਕੱਢ ਕੇ ਨਾ ਸਿਗਰਟ ਲਾ ਕੇ ਕਹਿੰਦਾ ਇਹ ਤੈਨੂੰ ਕਰਾਉਣਾ ਹੀ ਪੈਣਾ। 500 ਲੈ ਕੇ 500 ਲੈ ਕੇ ਤੇ ਤੂੰ 500 ਇਸ ਤਾਂ ਵੀ ਮੈਨੂੰ ਸਹੀ ਦੱਸੇ ਵੀ ਸਹੀ ਦੱਸੇ। ਗੇੜਾ ਤੇ ਨਹੀਂ ਦੇ ਰਿਹਾ। ਮੈਂ ਕਿਹਾ ਮੈਂ ਕਿਸੇ ਤਰੀਕੇ ਨਾਲ ਬਚ ਜਾਗਾ। ਮੈਂ ਵੀ ਅੱਗੋਂ ਉਦਾਂ ਹੀ ਪਿਆ। ਮੈਂ ਕਿਹਾ ਵਿੱਚ ਫਿਰ 250 ਤੂੰ ਰੱਖ ਲਾ, 250 ਡਾਕਟਰ ਸਾਹਿਬ ਨੂੰ ਦੇ। ਮੈਂ ਕਿਹਾ ਕੋਈ ਨੇ ਵੀ ਆਪਰੇਸ਼ਨ ਵੀ ਦੱਸਿਆ ਵਾ। ਠੀਕ ਹੈ ਭਾਈ। ਆਹੋ ਸਹੀ ਗੱਲ ਆ। ਫਿਰ ਜੋ ਉਹਨੇ ਦੱਸਿਆ ਡਾਕਟਰ ਸਾਹਿਬ ਦਾ ਵੀ 250 ਬਣਦਾ ਵਿੱਚ। ਜਿਹੜਾ ਕਲੀਨਿਕ ਹਸਪਤਾਲ ਵੜਦੇ ਆ, ਜਿਹੜਾ ਬੰਦਾ ਉਸ ਰਿਸੈਪਸ਼ਨ ਤੇ ਬੈਠਾ ਵਾ ਨਾ, ਉਹ ਵੀ ਬੜਾ ਮਜ਼ੇਦਾਰ ਆ ਵੇਖਣ ਵਾਲਾ। ਅੱਛਾ ਉਹਨੇ ਖੁੱਲਾ ਸੂਟ ਪਾਇਆ, ਸਵੈਟਰ ਪਾਇਆ ਹੁੰਦਾ ਉੱਤੋਂ, ਫੁੱਲ ਸਰਦੀ ਹੋਵੇ ਜਾਂ ਗਰਮੀ ਹੋਵੇ, ਕਹਿੰਦਾ ਮੈਂ ਸਵੈਟਰ ਨਹੀਂ ਲਾਉਂਦਾ। ਅੱਛਾ ਜੀ, ਹਾਂਜੀ ਉਹ ਕਿਉਂ? ਕਹਿੰਦਾ ਮੈਂ ਵਾਲ ਪਾਇਆ ਹੋਇਆ ਵਾ ਦਿਲ ਦਾ? ਕਹਿੰਦਾ ਸਵੈਟਰ ਲਾਓ ਨਾ ਵਾਲ ਡਿੱਗ ਜਾਂਦਾ। ਅੱਛਾ ਤੇ ਉਹਦਾ ਕੱਦ ਉਹਨੇ ਪਵਾਇਆ ਵਾ ਕਿ ਰਖਵਾਇਆ? ਤੇ ਉਹਦਾ ਕੱਦ ਭਲਾ ਕਿੱਡਾ ਵਾ? ਆਪਣਾ ਛੋਟਾ ਡਾਊਨ ਨਹੀਂ, ਉਹ ਤੋਂ ਇੰਚ ਇੱਕ ਵੱਡਾ ਵਾ। ਅੱਛਾ ਤੇ ਜਿਹੜੀ ਆ ਘੁਮਾਉਣ ਵਾਲੀ ਕੁਰਸੀ ਹੁੰਦੀ ਥੱਲੇ ਲਾ ਕੇ ਜਾਂਦੀ ਨਾ, ਉਹਨੇ ਥੱਲੇ ਲਾ ਕੇ ਹੋਰ ਥੱਲੇ ਕੀਤੀ ਹੋਈ ਆ। ਉਹ ਕਿਉਂ? ਉਹ ਤੋਂ ਉੱਤਰ ਨਹੀਂ ਹੁੰਦਾ ਉਹਦੇ ਕੋਲ। ਤੇ ਉਹ ਮੈਨੂੰ ਭਲਾ ਕੀ ਕਹਿੰਦਾ ਸੀਗਾ, ਕਹਿੰਦਾ 85,000 ਲੱਗ ਜਾਣਾ ਵਾ। ਹਾਂ ਇਹ ਹੁੰਦੀ ਗੇਮ। ਅੱਛਾ ਹੁਣ ਏਦਾਂ ਵਾ ਮਿੱਠੇ, ਮੇਰੀ ਗੱਲ ਸੁਣ ਲਾ। ਪਹਿਲੇ ਤੁਸੀਂ ਦੱਸ ਦਿਓ ਕਿ ਮਸ਼ਵਰਾ ਹੈਗਾ ਤੁਹਾਡੇ ਕੋਲ? ਤਾਜੀ ਮਸ਼ਵਰਾ ਇਹ ਪਹਿਲੇ ਹੀ ਲੈ ਲੈਂਦਾ ਹੈ, ਇਹਨੂੰ ਜਾਣ ਦੀ ਜ਼ਰੂਰਤ ਹੀ ਨਹੀਂ ਪੈ। ਨਹੀਂ ਪਹਿਲੇ ਕਿੰਨਾ, ਹੁਣ ਤੂੰ ਬਚਾ ਲੈਣ ਆ ਗਿਆ। ਤੂੰ ਸਦਮੇ 'ਚ ਨਹੀਂ ਜਾਣਾ। ਬਾਕੀ ਮੈਂ ਜਿੰਨੇ ਵੀ ਬੰਦੇ ਦੇਖੇ ਨਾ ਉੱਚੀ ਬੋਲਣ ਵਾਲੇ, ਉਹਨਾਂ ਨੂੰ ਗਦੂਦਾ ਦਾ ਮਸਲਾ ਆਇਆ, ਤਾਜੀ ਉਹ ਪੁਰਬਾਸ਼ ਹੋ ਗਈ। ਯਾਰ ਇਹਦਾ ਕੋਈ ਇਲਾਜ ਵੀ ਤੇ ਹੋਏਗਾ ਨਾ? ਬਸ ਤਾਜੀ ਇਲਾਜ ਦੱਸ ਦਿੰਨੇ ਆ ਇਹਦਾ। ਇੱਕ ਉੱਤੇ ਅਮਲ ਵੀ ਕਰਨੀ, ਪੂਰਾ ਪੈਰੋਗੀ ਵੀ ਕਰਨੀ। ਮੈਂ ਕਰਾਂਗਾ, ਮੈਂ ਤਾਂ ਫਸਿਆ ਹੋਇਆ, ਮੈਨੂੰ ਕਰਨਾ ਪੈਣਾ ਯਾਰ। ਤਾਜੀ ਅੱਜ ਨਾ ਭਰਾ ਨੂੰ ਜਾ ਕੇ ਖਾਣਾ ਖੂਣਾ ਖਾ ਕੇ ਜਦੋਂ ਇਹਨੇ ਸੋਣਾ ਵਾ, ਹਾਂ ਇੱਕ ਨਲਕੀ ਲਵੇ ਗ੍ਰੀਨ ਕਲਰ ਦੀ, ਠੀਕ। ਉਹ ਖੋਲ ਕੇ ਉਹਦਾ ਧਾਗਾ ਤਾਜੀ ਕਾਂ ਦੇ ਉੱਤੇ ਉਹਨੂੰ ਲਪੇਟ ਲੈਣਾ। ਕਿਹੜੇ ਭਾ? ਆ ਗਲੇ ਦਾ ਜਿਹੜਾ ਉਹ ਵੀ ਚੱਲਦਾ, ਮੈਂ ਪਹਿਲਾਂ ਹੀ ਹੱਸ ਰਿਹਾ। ਆਲੇ ਕਾ ਤੇ ਸਾਡੀ ਅੰਦਰ ਵਾਲੇ। ਮੈਂ ਸਮਝ ਗਿਆ। ਹਾਂਜੀ, ਗਲੇ ਦੇ ਉਹ ਤਾਜੀ ਚੰਗੀ ਤਰ੍ਹਾਂ ਧਾਗੇ ਨੂੰ ਲਪੇਟ ਕੇ ਫਿਰ ਉਹਦੇ ਜਿਹੜੀ ਲਿਵਿਟਮੀ ਗੰਢ ਹੁੰਦੀ ਉਹਦੇ ਪਾ ਕੇ ਤਾਜੀ ਬਾਅਦ ਚੋਂ ਨਾ ਲੰਮੇ ਪੈ ਜਾਣਾ। ਸੌਣ ਲੱਗੇ ਨਾ ਇਹਨੇ 43 ਦਫਾ ਕਹਿਣਾ ਵਾ ਹਾਏ ਹਾਏ ਹਾਏ। ਤਾਜੀ ਸੌ ਜਾਵੇ। ਸਵੇਰੇ ਉੱਠ ਕੇ ਪਾਣੀ ਦਾ ਗਲਾਸ ਪੀਣਾ ਤੂੰ ਹੈ। ਓਕੇ 2 ਕਿਲੋਮੀਟਰ ਤੁਰਨਾ ਵਾ। ਓਕੇ ਤੇ ਕਾਂ ਖੋਲਣਾ। ਅੱਛਾ ਨਹੀਂ 41 ਦਫਾ ਕੀ ਕਹਿਣਾ? 43 ਦਫਾ ਕਹਿਣਾ, ਏਦਾਂ ਧਾਗਾ ਖਿੱਚਣਾ ਵਾ ਨਾਲ ਕਾਂ ਦੇ। ਸਹੀ ਹੈ। ਹਾਂਜੀ ਸਹੀ। ਉਹ ਨਗ ਚ ਘੋੜਾ ਦੱਸਿਆ ਉਹਨਾਂ ਨੇ, ਦੱਸ ਦਿਆ। 2 ਕਿਲੋਮੀਟਰ ਫਿਰ ਕੇ ਨਾ ਵਾਕ ਕਰਕੇ ਤਾਜੀ ਨਹਾ ਲਵੇ। ਨਹਾ ਕੇ ਇੱਕ ਉਹ ਗੇਂਦਾ ਨਹੀਂ ਹੁੰਦੀ ਸੀਏ ਦੀ, ਉਹਦੇ ਉੱਤੇ ਪੂਰਾ ਗ੍ਰਿਪ ਕਰੇ। ਓਕੇ ਗ੍ਰਿਪ ਕਰਕੇ ਉਹਨੂੰ ਅੱਗ ਲਾ ਦੇਵੇ, ਉਹਦਾ ਧੂਆਂ ਜਿਹੜਾ ਉਹ ਸੁੰਘੇ, ਠੀਕ ਹੋ ਜਾਵੇ। ਗ੍ਰਿਪ ਦਾ ਧੂਆਂ? ਇਹਦਾ ਗਦੂਤਾ ਹਟ ਜਾਣਗੀਆਂ। ਹੁਣ ਤੋਂ ਭਲਾ ਕਾਵਾ ਪੀ ਲਈ ਜੇ ਲੱਭ ਨਹੀਂ ਮਿੱਠੇ ਆਪਰੇਸ਼ਨ ਤੇ ਲੱਭ ਜੇ ਤਾਂ ਕਾਵਾ ਪੀਣੀ ਪਾ। ਜੇ ਨਾਲ ਆਪਾਂ ਜੇ ਨਾਲ ਆਪਾਂ ਉਹ ਇਸਬੇ ਤਫਾਇਕ ਉਹ ਜੇ ਹਸਬਤ ਵੀ ਹਸਬੇ ਤਫੀਕ ਹਿਸਬੇ ਤਫੈਕ
ਯਾਰ ਬਾਅਦ ਚ ਚਵੜਾ ਮਾਰਨ ਆ ਯਾਰ ਉਹ ਨਹੀਂ ਮੈਂ ਸਹੀ ਮਿੱਠੇ ਪਰ ਇਸ ਤੋਂ ਵੱਡਾ ਇਲਾਜ ਕੀ ਇਹ ਭਾਈ ਇਹ ਪੈਰੋ ਵੀ ਨਹੀਂ ਹੁੰਦੀ ਇਹਦੀ ਹਾਂਜੀ ਪੂਰਾ ਅਮਲ ਕਰਨਾ ਤੇ ਫੇਰ ਇਹ ਹੁੰਦੇ ਨਹੀਂ ਇਲਾਜ ਐਵੇਂ ਆਸਾਨ ਤੈਨੂੰ ਇੱਕ ਨੁਸਖਾ ਦੱਸ ਦਵਾਂ ਆਸਾਨ। ਹਾਂ ਮਗਰਮੱਛ ਦੀ ਨਾਫ ਤੋਂ ਵਾਲ ਪੁੱਟਣੇ ਆ 3। ਚੱਲ ਬਹੁਤ ਅੱਛੇ ਕੀ ਬਾਤ ਆ। ਸਾਡੀਆਂ ਵੇਖ ਲਓ ਫਿਰ ਯਕੀਨ ਓਏ ਕਰਨਾ ਡਾਕਟਰ ਕੋ ਤਾਂ ਸ਼ਾਇਦ ਮੈਂ ਬਚ ਜਾਵਾਂ, ਤੇਰੇ ਨੁਸਖੇ ਤੋਂ ਮੈਨੂੰ ਬਚਦਾ ਨਜ਼ਰ ਨਹੀਂ ਆਉਂਦਾ। ਕੋਈ ਮੈਂ ਤੈਨੂੰ ਦੱਸਿਆ ਇਹ ਇਲਾਜ ਦਾ ਨਹੀਂਗਾ ਇਹ ਕਹਦਾ ਇਹ ਹੋਰ ਆ ਮਗਰਮੱਛ ਤੂੰ ਸਾਹਮਣੇ ਭਾਗ ਕੇ ਨਾ ਇੰਜ ਬਿਲਕੁਲ ਉਹਦਾ ਮੂੰਹ ਇੰਜ ਇੱਥੇ ਰੱਖ ਲੈਣਾ ਇੱਥੇ, ਠੀਕ ਆ? ਉਹਦਾ ਮੂੰਹ ਤੂੰ ਖੋਲਣਾ ਵਾ, ਜਦੋਂ ਉਹ ਮੂੰਹ ਖੋਲੇ ਤੇ ਵਿੱਚ ਬਾਂਹ ਦੇਣੀ, ਉਹ ਜਦੋਂ ਐਂ ਕਰੇ ਨਾ ਉਸ ਤੋਂ ਪਹਿਲੇ ਤੂੰ ਬਾਂਹ ਕੱਢ ਲੈਣੀ। ਇਹ ਤੂੰ 21 ਵਾਰੀ ਕਰਨਾ, ਅਗਰ 21 ਵਾਰੀ ਤੂੰ ਕਾਮਯਾਬ ਹੋ ਗਿਆ ਨਾ ਗਈਆਂ ਵੇ ਤੇ ਤੇਰੀ ਗਦੂਦਾ ਖਤਮ ਹੋ ਜਾਣੀ। ਇੱਕ ਵਾਰੀ ਵੀ ਉਹ ਬਾਂਹ ਵਿੱਚ ਰਹਿ ਗਈ ਤੇ ਗਦੂਦਾ ਮੈਨੂੰ 21 ਵਾਰੀ ਬਹੁਤ ਔਖਾ ਵਾ। ਹੁਣ ਪਹਿਲਾਂ ਕੀ ਕਰਨਾ ਤੂੰ ਗੌਰ ਨਾਲ ਸੁਣ। ਇਹ ਆ ਜਿਹੜਾ ਪੱਖੇ ਦਾ ਸਾਜੀ ਵਿੱਚ ਹੁੰਦਾ ਵਾ ਉਹ ਜਿਹੜਾ ਕਪੈਸਟਰ। ਹਾਂਜੀ ਕੰਪੈਸਟਰ ਇੱਕ ਲੈਣਾ ਹਾਂ ਠੀਕ ਆ ਉਹ ਲੈ ਲਿਆ। ਠੀਕ ਆ ਪਾਈਆ ਦਲੀਆ ਬਣਾਉਣਾ ਵਾ। ਓਕੇ। ਦਲੀਆ ਬਣਵਾ ਕੇ ਇੱਕ ਅੰਗਰੇਜ਼ ਨਹੀਂ ਸੈੱਟ ਕਰਨੀ ਉਹ ਨਾ ਹੋਵੇ ਤੇ ਕੋਈ ਭਾਈ ਮਸ਼ੱਕਤ ਆ ਇਲਾਜ, ਇਹ ਕੋਈ ਛੋਟੀ ਨਹੀਂ ਬਿਮਾਰੀ ਇਹਦਾ ਗਦੂਦਾ ਕਿੱਥੇ? ਤੇਰਾ ਨੱਕ ਤੁਰ ਪੈਣਾ ਇੱਧਰ ਨੂੰ ਇੱਥੇ ਆ ਜਾਣਾ ਸਾਈਡ ਤੇ, ਇਹ ਬੜਾ ਕੰਮ ਖਰਾਬ ਹੁੰਦਾ, ਵਾਧਿਆ ਹੋ ਜਾਂਦਾ ਨੱਕ। ਅੱਛਾ ਅੰਗਰੇਜ਼ ਨਹੀਂ ਸੈੱਟ ਕਰ ਲਈ। ਤਾਂ ਜੀ ਅੰਗਰੇਜ਼ ਨਹੀਂ ਸੈੱਟ ਕਰਕੇ ਉਹਨੂੰ ਇੱਥੇ ਬੁਲਾਣਾ ਪਾਕਿਸਤਾਨ ਅੰਗਰੇਜ਼ ਨਹੀਂ ਹਾਂ, ਤੇ ਬੁਲਾਣਾ ਹੈ ਜੁਮੇ ਵਾਲੇ ਦਿਨ। ਠੀਕ ਆ। ਚੱਲ ਚਲੋ ਜੀ। ਜੁਮੇ ਵਾਲੇ ਦਿਨ ਉਹਨੂੰ ਬੁਲਾ ਕੇ ਜੁਮੇ ਤੋਂ ਬਾਅਦ ਆ ਵੈਂਡਰ ਨਹੀਂ ਹੁੰਦੇ ਲੂਮਾਂ ਦੇ, ਆਹੋ ਆਹੋ। ਉੱਥੇ ਖਲੋ ਕੇ ਨਾ ਉਹਨੂੰ 20 ਵਾਦਾ ਮਾਰਨੀਆਂ ਤੂੰ ਕਿੱਦਾਂ? ਜਿਹੜਾ ਵੀ ਉਹਦਾ ਨਾਂ ਹੋਇਆ ਅੰਗਰੇਜ਼ ਨਹੀਂ ਕਹਿ ਕੇ। ਅੰਗਰੇਜ਼ ਨਹੀਂ ਯਾਰ ਵੈਂਡਰ ਤੇ ਵਾਜਾ ਕਿੱਦਾਂ ਪਹੁੰਚੂਗਾ? ਚੱਲਦਿਆ ਹੋਣਾ ਵੈਂਡਰ ਯਾਰ ਬਾਸ। ਇਹ ਹੀ ਤੇ 20 ਦਫਾ ਤੂੰ ਉਹਨੂੰ ਮਾਰਨੀਆਂ ਵਾ, ਫਿਰ ਉਹ ਜਿਹੜਾ ਉਸ ਵਿੱਚੋਂ ਪੱਖੇ ਦੇ ਕੱਢਿਆ ਹੋਣਾ ਆਹੋ ਪੈਸਾ ਕੰਪੈਸਟਰ, ਉਹਨੂੰ ਤੂੰ ਨਾ ਝਲੂੰਗੀ ਦੇ ਵਿੱਚ ਰੱਖ ਦੇਣਾ ਕਿਤੇ ਬੱਚੇ ਦੀ। ਠੀਕ ਹੋ ਗਿਆ। 17 ਦਫਾ ਉਹਨੂੰ ਝੂਟੇ ਦੇਵੇ, ਓਕੇ ਪੱਖਾ ਚਲਾ ਦੇਵੇ ਓਕੇ। ਚੱਲ ਤੇ ਚਲਾ ਕੇ ਕਮੀਜ਼ ਲਾ ਕੇ ਸੌਂ ਜਾਣਾ ਤੂੰ। ਸਵੇਰੇ ਤੋਂ ਉੱਠਣਾ ਤੇ ਧੋ ਕੇ ਹੋਣਾ। ਮੈਂ ਦੱਸਣਾ ਤੈਨੂੰ। ਤੁਸੀਂ ਦੱਸੋ ਸਾਰੇ ਸੀਰੀਅਸਲੀ ਮਜ਼ਾਕ ਉਡਾਉਣ ਡਏ ਆ? ਨਹੀਂ ਨਹੀਂ ਮੈਂ ਕਿਹਾ ਅਗਲਾ ਮੈਂ ਦੱਸਣਾ ਕਿ ਸਵੇਰੇ ਤੋਂ ਉੱਠਣਾ ਧੋ ਕੇ ਹੋਣਾ। ਹੋ ਗਿਆ ਜਦੋਂ ਇੰਨਾ ਇਲਾਜ ਪਿੱਛੇ ਕਰ ਲਿਆ, ਅੱਗੇ ਕੀ ਰਹਿ ਜਾਣਾ। ਲੇਕਿਨ ਸਾਈ ਮੈਂ ਸਤਾਈ ਤੁਹਾਨੂੰ ਕਸਮ ਦੇਣ ਨੂੰ ਤਿਆਰ ਆ, ਖੁਦਾ ਦੀ ਕਸਮ। ਜਦੋਂ ਸੁਮਨ ਨੇ ਦੱਸਿਆ ਨਾ ਮੈਂ ਐ ਕੰਬਣ ਡਿਆ ਸੀ ਤੇ ਮੈਂ ਕੰਬਣ ਡਿਆ ਫੁੱਲ ਹਸਨੈਨ ਸਾਹਿਬ ਨਾਲ ਸੀ। ਮੈਂ ਮੋਟਰਸਾਈਕਲ ਚਲਾ, ਤੂੰ ਮਾਪ ਚਲਾ, ਤੂੰ ਮਰਨ ਡਿਆ ਤੇ ਮੈਂ ਮੋਟਰਸਾਈਕਲ ਚਲਾ ਕੇ ਲਿਆ। ਇੰਨਾ ਮੁਸਾਦ ਆ ਮੇਰਾ। ਨਹੀਂ ਨਹੀਂ ਤੈਨੂੰ ਕੀ ਹੋ ਗਿਆ ਸੀ ਐਸਾ ਵੀ ਤੂੰ ਮੋਟਰਸਾਈਕਲ ਉਹ ਚਲਾਉਂਦਾ? ਮੈਂ ਪਰੇਸ਼ਾਨ ਕਰਨ ਡਿਆ। ਕਿਹੜੀ ਗੱਲੋਂ? ਮੈਂ ਡਰ ਸੰਤ ਗਿਆ। ਵਜ੍ਹਾ ਤੋਂ ਪਰੇਸ਼ਾਨ ਹੀ ਹੈ। ਡਰ ਲੱਗਣਾ ਹੈ। ਉਹ ਸਾਡੇ ਇੱਕ ਡਾਕਟਰ ਨੇ ਕੀਤਾ ਸੀ ਨੱਕ ਕਾਨ ਗਲੇ ਦਾ, ਉਹ ਬੜਾ ਸਪੈਸ਼ਲਿਸਟ ਹੈ ਉਸਤਾਦ ਜੀ। ਉਹਨੇ ਮਰੀਜ਼ ਨੂੰ ਕਿਹਾ ਚੱਦਰ ਲੈ ਗਿਆ ਚਿੱਟੀ, ਇਹ ਜਿਹੜੀ ਚੱਦਰ ਨਹੀਂ, ਉਹਨੇ ਚੱਦਰ ਵਿੱਚੋਂ 2 ਕੀਤੀ ਤੇ ਅੱਧੀ ਇੱਧਰ ਦੇ ਦਿੱਤੀ ਸੀ ਅੱਧੀ ਇੱਧਰ ਦੇ ਦਿੱਤੀ। ਪੂਰੀ ਚਾਦਰ? ਹਾਂਜੀ ਉਹ ਨਾਲ ਐਡਾ ਖਤਰਨਾਕ ਆਪਰੇਸ਼ਨ ਹੈ ਨਾ ਨੱਕ ਦਾ। ਖੱਟਰ। ਹਾਂਜੀ ਉਹਨੇ ਪੂਰੀ ਲਪੇਟ ਕੇ ਨਾ ਚੱਦਰ ਵਿੱਚ ਸਲਾਈ ਪਾ ਕੇ ਇੰਜਨ ਕਰਕੇ ਵਿੱਚ ਤੁੰਨੀ ਮਿੱਟੇ, ਉਹ ਵਿਚਾਰੇ ਦੇ ਇੱਥੇ ਖਲਕ ਤੋਂ ਮੂੰਹ ਖੋਲਿਆ, ਇੱਥੋਂ ਨਜ਼ਰ ਆਉਣ ਨਹੀਂ ਸੀ ਜਾਂਦੀ। ਨਕਲ ਸਾਜੀ ਨਕਲ ਲੰਡੇ ਦਾ ਅੱਛਾ ਮਤਲਬ ਜਿੰਨੀ ਇੱਥੇ ਆਈ ਇਹਦੀ ਬਾਕੀ ਉਹਨੇ ਅੰਦਰ ਸਿੱਟਤੀ ਸੀ। ਅੰਦਰ ਸਿੱਟਤੀ ਸਾਰੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ, ਗਲਵਜ਼ ਲੈਣੇ ਨੇ ਜਿਹੜੇ ਹੁੰਦੇ ਨਾ ਪਲਾਸਟਿਕ ਦੇ ਗਲਵਜ਼ ਲੈਣੇ ਉਸਤਾਦ ਜੀ। ਦਸਤਾਨੇ ਯਾਰ। ਦਸਤਾਨੇ ਹੋਰ ਹੁੰਦੇ ਨੇ, ਗਲਵਜ਼ ਹੁੰਦੇ ਜਿਹੜੇ ਪਲਾਸਟਿਕ ਦੇ ਨਹੀਂ ਹੁੰਦੇ। ਹਾਂ ਅੱਛਾ ਉਹ ਜਿਹੜੇ ਹੁੰਦੇ ਉਹ ਡਾਕਟਰ ਪਾਉਂਦੇ ਹਾਂ। ਕਲਚ ਕਰਕੇ ਲੱਤ ਦੇ ਕਲਚ ਕਰਕੇ ਹਾਂ। ਉਹ 2 ਉਹਨਾਂ ਨੇ ਲੈਣੀਆਂ ਨੇ ਫਿੰਗਰਾਂ, ਇੱਕ ਇਧਰਲੀ ਫਿੰਗਰ ਇੱਕ ਇਧਰਲੀ ਫਿੰਗਰ। ਉਹ ਫਿੰਗਰ 'ਚ ਫਿਰ ਉਹਨਾਂ ਨੇ ਐਂਡ ਦੇ ਉਹ ਚਾਦਰ ਦੇ ਕੇ ਨਾ ਫਿੰਗਰ ਦੇ ਵਿੱਚ ਉਹਨਾਂ ਨੇ ਫਿਰ ਉਹ ਰੂ ਪਾਣਾ। ਰੂ ਇੰਨਾ ਉਹਨਾਂ ਨੇ ਟੂਸ ਕੇ ਪਾਣਾ ਕਿ ਫਿੰਗਰ ਨੇ ਇੰਜ ਖਲੋ ਜਾਣਾ। ਫਿਰ ਇੱਕ ਇੱਧਰ ਨੱਕ 'ਚ ਦੇ ਕੇ ਤੇ ਇੱਧਰ ਤੇ 25 ਤੋਂ 30 ਦਿਨ ਲੱਗਦੇ ਨੇ ਮੂੰਹ ਥਾਣੀ ਸਾਹ ਲਈਦਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਅੱਲਾ ਮਾਫੀ ਦੇਵੇ, ਮੈਂ ਉਹਨੂੰ ਉਸਤਾਦ ਜੀ ਕਹਿਣਾ ਨਹੀਂ ਚਾਹੀਦਾ, ਸੱਚਾ ਪਰੇਸ਼ਾਨ ਆ ਮਿੱਠਾ। ਮੈਂ ਉਹ ਯਾਰ ਮੈਂ ਦੇਖਿਆ ਉਹਨਾਂ ਨੇ ਫਿਰ ਗਲਵਸ ਕੱਢਣੇ ਨਾ ਜਦੋਂ ਇੱਕ ਮਰੀਜ਼, ਕਸਮ ਵਾਲੀ ਗੱਲ ਉਸਤਾਦ ਜੀ ਕਹਿਣਾ ਨਹੀਂ ਚਾਹੀਦਾ, ਮਰੀਜ਼ ਨਸ ਗਿਆ। ਠੀਕ ਨਰਸ ਕਹਿੰਦੀ ਸੀ ਛੋਟਾ ਜਿਹਾ ਆਪਰੇਸ਼ਨ ਹੈ, ਘਬਰਾਓ ਮਤ। ਉਹ ਮਰੀਜ਼ ਨਸ ਗਿਆ, ਉਹਨੂੰ ਫੜਿਆ, ਕਹਿੰਦਾ ਯਾਰ ਉਹ ਨਰਸ ਕਹਿੰਦੀ ਸੀ ਛੋਟਾ ਜਿਹਾ ਆਪਰੇਸ਼ਨ ਹੈ, ਤੇ ਕਹਿੰਦਾ ਇਹਦੇ ਚ ਤੂੰ ਕਿਉਂ ਨਸਿਆ? ਕਹਿੰਦਾ ਮੈਨੂੰ ਨਹੀਂ, ਕੋਈ ਡਾਕਟਰ ਨੂੰ ਕਹਿਣ ਡਈ ਸੀ। ਉਹ ਨਸ ਗਿਆ। ਫਿਰ ਡਾਕਟਰ ਘਬਰਾਉਂਦੇ ਨੇ ਇਸ ਆਪਰੇਸ਼ਨ ਤੋਂ। ਹਾਂਜੀ ਇਹ ਉਹ ਆਪਰੇਸ਼ਨ ਹੈ।
ਅੱਛਾ ਡਾਕਟਰ ਵੀ ਡਰਦਾ ਸੀ, ਉਹ ਡਾਕਟਰ ਨੂੰ ਮੁਤਮਿਨ ਕਰ ਰਹੀ ਸੀ ਕਿ ਡਾਕਟਰ ਸਾਹਿਬ ਛੋਟਾ ਜਿਹਾ ਆਪਰੇਸ਼ਨ ਕਹਿੰਦੇ ਸਾਜੀ ਇਹ ਮੱਝ ਨੂੰ ਪਤਾ ਚੱਲ ਜਾਵੇ ਨਾ ਵੀ ਮੇਰਾ ਇਹ ਆਪਰੇਸ਼ਨ ਹੋਣਾ ਵਾ, ਉਹ ਦੁੱਧ ਦੇਣਾ ਬੰਦ ਕਰ ਦਿੰਦੀ। ਹਾਂਜੀ ਹੁਣ ਤੂੰ ਕੀ ਚਾਹੁੰਦਾ ਵਾ? ਉਹ ਤੇ ਅੱਲਾ ਰਹਿਮ ਕਰੇ, ਜਾਨਵਰ ਜਿਹੜਾ ਜਾਨਵਰ ਮੇਰੇ ਰੋਂਗਟੇ ਹੋਏ ਹੋ ਗਏ ਉਸਤਾਦ ਜੀ, ਕਸਮ ਵਾਲੀ ਗੱਲ ਹੈ। ਉਹਦਾ ਭਾਈ ਤੂੰ ਤੇ ਕੂਚੀ ਮਾਰਿਆ ਤੇ ਫਿਰ ਮੈਂ ਜੰਮੀ ਰੌਂਗ ਤੇ ਮੈਂ ਤੈਨੂੰ ਕੀ ਕਹਾਂ, ਤੂੰ ਗਿਆ ਲੈ ਤੇਰੇ ਵਿੱਚ ਰੌਂਗ ਤੇ ਖੜੇ ਹੋਏ ਨੇ, ਤੂੰ ਕਮਾਇਆ ਪਿੰਦਾ ਵਾ ਮਾਇਆ ਪੀਂਦਾ ਤੂੰ ਭੈੜਿਆ। ਤੂੰ ਤਾਂ ਐ ਤਰਾਨਾ ਹੀ ਸੁਣਦਾ ਨਾ ਰੌਂਗ ਤੇ ਖੜੇ ਹੋਏ ਨੇ ਤੇਰੇ। ਸਾਡੇ ਉਹ ਡਾਕਟਰ ਰਗਨ ਤੁਸੀਂ ਜਾਣਦੇ ਹੋ ਮੇਰਾ ਆਪਰੇਸ਼ਨ ਮੇਰੇ ਰੌਂਗ ਤੇ ਨਾ ਉਹਨਾਂ ਪਏ ਓਏ ਵੀ ਤੇਰੇ ਆਪ ਜੀ ਦੇ ਆਪਰੇਸ਼ਨ ਉਹਦੇ ਰੌਂਗਟੇ ਸੁੱਤੇ ਪਏ, ਤੇਰੇ ਨਾਲ ਬੈਠੇ ਜਾ ਕੇ ਖੜੇ ਮੇਰੇ ਰੌਂਗ ਤੇ ਡਾਕਟਰ ਦੀ ਗੱਲ ਵੀ ਨਹੀਂ ਸੁਣੀ, ਉਹ ਤਾਂ ਰਾਤ ਲਾ ਕੇ ਪਤਾ ਨਹੀਂ ਕਿੱਥੇ ਪਏ। ਉਹ ਤੂੰ ਭੈੜਿਆ ਤੈਨੂੰ ਡਾਕਟਰ ਰਗਨ ਜਾਣਦੇ ਨਾ ਮੇਰਾ ਯਾਰ ਜਿਹੜਾ, ਹਾਂਜੀ ਭਾਜੀ ਜਾਣਦਾ ਮੈਂ, ਉਹਦਾ ਜਾਣ ਆ ਵੇਖੋ ਉਸਤਾਦ ਜੀ ਕਸਮ ਵਾਲੀ ਗੱਲ ਉਹਨੂੰ ਦਿਖਾ ਯਾਰ, ਰੋਂਗਟੇ ਫਿਰ ਭਾ ਯਾਰ ਇਧਰ ਆਓ। ਯਾਰ ਇੱਥੇ ਮੜਾ ਉਸ ਤਰ੍ਹਾਂ ਲਾ ਰੌਂਗ ਤੇ ਮਾਰ ਕੇ ਉਹਦੇ ਕੋਲ ਇੱਕ ਕੁੱਤਾ ਸੀਗਾ, ਉਹਦਾ ਨਾਮ ਸੀਗਾ ਉਹ ਕੀ ਸੀ ਫੋਸਕੀ, ਉਹ ਜਿਹਦੇ ਕੰਨ ਉਹ ਪਿੱਛੋਂ ਬਰੀਕ ਜਿਹਾ ਹੁੰਦਾ ਹਸਕੀ ਨਹੀਂ ਯਾਰ, ਉਹ ਬਰੀਕ ਜਿਹਾ ਨਹੀਂ ਜਿਹੜਾ ਹੁੰਦਾ, ਰੇਸੀ ਕੁੱਤਾ ਹੁੰਦਾ, ਉਹ ਸਭ ਤੋਂ ਮਹਿੰਗਾ 19 ਤੋਂ 20 ਲੱਖ ਰੁਪਏ ਉਹਦਾ ਸਟਾਰਟ। ਅੱਛਾ ਭਾਜੀ ਹੁੰਦਾ ਉਹ ਫੇਰ ਉਹਦੇ ਨਾਲ ਪਰਦਾ ਪਾੜ ਗਿਆ। ਓਏ ਹੋਏ ਅੱਛਾ ਉਹ ਮੈਂ ਤੁਹਾਡੇ ਬੈਠੇ ਨੂੰ ਪਿੰਨੀ ਨੂੰ ਪੈਣ ਡਿਆ ਵਾ, ਮੈਂ ਕੁੱਤਾ ਵਾ, ਨਹੀਂ ਨਹੀਂ ਉਹਦਾ ਪਰਦਾ ਪੱਜ ਗਿਆ ਤੂੰ ਮੈਂ ਇਨਸਾਨ ਵਾ, ਉਹ ਮੇਰੇ ਪਰਦੇ ਫਰਕ ਕੋਈ ਨਹੀਂ ਹੈਗਾ ਯਾਰ। ਉਹ ਤੈਨੂੰ ਆਪਰੇਸ਼ਨ ਦਾ ਦੱਸਣ ਡਿਆ ਕਿ ਡਾਕਟਰ ਅਗਰ ਨਾ ਰੋਣ ਲੱਗ ਪਿਆ ਉਹਨੂੰ ਵੇਖ ਕੇ ਕਿ ਯਾਰ ਇਹਦਾ ਪਰਦਾ ਪਾੜ ਗਿਆ ਕੁੱਤੇ ਦਾ। ਉਹ ਜਦੋਂ ਕੁੱਤੇ ਨੂੰ ਪਤਾ ਲੱਗਾ ਨਾ ਪਰਦਾ ਪਾੜ ਗਿਆ, ਸਹੀ ਉਹਨੇ ਪਹਾੜੀ ਤੋਂ ਚੜ ਕੇ ਛਾਲ ਮਾਰਤੀ, ਕੁੱਤੇ ਨੇ ਆਪਰੇਸ਼ਨ ਨਹੀਂ ਕਰਾਣਾ, ਕੁੱਤਾ ਖਤਰਨਾਕ। ਚੱਲ ਫਿਰ ਮੈਨੂੰ ਚਰੋਟ ਲਾਇਆ, ਮੈਂ ਪਹਾੜੀ ਤੇ ਜਾਣਾ ਉੱਥੇ ਛਾਲ ਮਾਰ। ਉਹ ਕੁੱਤਾ ਸੀ, ਤੂੰ ਇਨਸਾਨ ਕੋਠੇ ਤੋਂ ਮਾਰ ਤੂੰ ਮਿੱਠੇ ਹੁਣ ਜਿੰਨੀ ਜ਼ਿੰਦਗੀ ਹੈ ਨਾ ਉਹਨੂੰ ਖੁਸ਼ਗਵਾਰ ਤਰੀਕੇ ਨਾਲ ਹੱਸ ਖੇਡ ਯਾਰ, ਹੈਪੀ ਮੂਡ ਰੱਖ। ਖੁਦਾ ਜੀ ਕੋ ਹੱਲ ਦੱਸੋ। ਦਰਜ ਮੈਂ ਸੀਰੀਅਸ ਖੁਦਾ ਦੀ ਕਸਮ ਪਰੇਸ਼ਾਨ ਆ ਯਾਰ। ਯਾਰ ਮੈਂ ਤਾਂ- ਉਹ ਡਬੜੂ ਜਿਹੜਾ ਸੀ ਉਸਤਾਦ ਜੀ ਉਹ ਤੁਹਾਡਾ ਯਾਰ ਜਿਹੜਾ ਉਹ ਮੋਟਾ ਹੀ ਆ, ਉਹਦਾ ਵੀ ਇਹੀ ਆਪਰੇਸ਼ਨ ਹੋਇਆ ਸੀ, ਉਹਨਾਂ ਨੇ ਗੱਦਾ ਦਿੱਤਾ ਸੀਗਾ ਉਹਨੂੰ। ਲਓ ਜੀ ਮੇਰੇ ਕੋਲ ਕਸਮ ਲੈ ਲਓ, ਉਹਨਾਂ ਨੂੰ ਆਪਣੇ ਯਾਰ ਦਾ ਨਹੀਂ ਪਤਾ ਹੋਣਾ ਜਿੰਨਾ ਤੁਹਾਨੂੰ ਪਤਾ ਇਸ time। ਯਾਰ ਤੂੰ ਰਜ਼ਾਈਆਂ ਚਾਦਰਾਂ ਗੱਦੇ ਨਾਕਾ ਉਹਦਾ ਕਿ ਉਹਦੇ ਕੋ ਪੇਟੀ ਉੱਤੇ ਪਈ ਉਹਦੀ। ਉਸਤਾਦ ਜੀ ਅਗਰ ਰੂਹ ਨਾ ਡਾਕਟਰ ਕਹਿੰਦੇ ਅਗਰ ਰੂਹ ਦੇਈਏ ਉਹਦੀ ਰੇਸ਼ੋ ਕਮ 4 ਕਿਲੋ ਰੂਹ ਹੋਣਾ। ਯਾਰ ਮਿੱਠੇ ਅੱਛਾ ਉਸਤਾਦ ਜੀ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਯਾਰ ਲੇਜ਼ਰ ਦੇ ਨਾਲ ਹੋਏਗਾ ਆਪਰੇਟ। ਉਹਦੇ ਨਾਲ ਹੀ ਹੋਣਾ, ਉਹਦੇ ਨਾਲ ਓ ਹੁੰਦੀ। ਯਾਰ ਇਹ ਤਾਂ ਔਖੇ ਤੁਸੀਂ ਇਲਾਜ ਦੱਸਣ ਦੇ ਆ ਉਸਤਾਦ ਜੀ। ਇਹ ਪਤਾ ਕੀ ਕਰੇ, ਖੋਤੇ ਦੇ ਮੂੰਹ 'ਚ ਖੱਬਾ ਹੱਥ ਦੇਖਣਾ, ਸੱਜੇ ਨਾਲ ਕੈਂਡੀ ਕ੍ਰਸ਼ ਗੇਮ ਖੇਡੇ ਘੰਟਾ ਬਹਿ ਕੇ ਉੱਤੇ, ਠੀਕ ਆ ਪੂਰਾ ਕਿਹੜੀ game? ਕੈਂਡੀ ਕ੍ਰਸ਼ ਘੰਟਾ ਗੇਮ ਖੇਲੇ ਉਹਨਾਂ ਚ ਕਰਾ। ਖੱਬਾ ਹੱਥ ਕੋਤੇ ਦੇ ਮੂੰਹ 'ਚ ਦਿੱਤਾ ਹੋਵੇ ਹਾਂਜੀ। ਤੇ ਸੱਜੇ ਨਾਲ ਕੈਂਡੀ ਕ੍ਰਸ਼ ਖੇਲੇ ਹਾਂਜੀ 1 ਘੰਟਾ। 1 ਘੰਟਾ ਉਹ ਸਟੇਜ ਨਾ ਜਿੰਨਾ ਚਿਰ ਪਾਰ ਹੋਣੀ ਤੁਹਾਡਾ ਹੱਥ ਖੋਤੇ ਦੇ ਮੂੰਹ 'ਚ ਲੱਗੇ। ਨਹੀਂ ਜੀ 1 ਘੰਟਾ 10 ਮਿੰਟ ਹੋ ਗਏ, ਖੋਤਾ ਮੈਨੂੰ ਕਹੂਗਾ ਬਸ ਕਰੋ ਮਿੱਠਾ ਜੀ, ਮੈਂ ਫੇਰਾ ਲੈ ਕੇ ਜਾਣਾ। ਮਿੱਠੇ ਤੂੰ ਭਲਾ ਕੀ ਕਰ, ਮੈਂ ਤੈਨੂੰ ਸੌਖਾ ਜਿਹਾ ਇਲਾਜ ਦੱਸਾਂ। ਤੂੰ ਨਾ ਬੇਨਤੀਆਂ ਵਾਲੀ ਐਨਕ ਨਹੀਂ ਹੁੰਦੀ ਆ ਬੱਚੇ ਨੂੰ, ਤਾਜੀ ਪਹਿਲੇ ਸਭ ਤੋਂ ਪਹਿਲੇ 2 ਮੇਵੇ ਲਵੇ, ਇੱਕ ਆਪ ਖਾਵੇ, ਇੱਕ ਸੱਸ ਨੂੰ ਖਵਾਵੇ ਆਪਣੀ। ਠੀਕ ਗੁੱਡ ਹੋ ਗਿਆ। ਉਹ ਖਵਾ ਕੇ ਤਾਜੀ ਬੇਨਤੀਆਂ ਵਾਲੀ ਐਨਕ ਅੱਖ ਤੇ ਪਾਵੇ ਤੇ ਆਪਣੀ ਸੱਸ ਦੇ ਨਾਲ ਨਾ ਉਹ ਏਦਾਂ ਕਰੇ 30 ਕੀਕਲੀ। ਹਾਂਜੀ ਉਹ ਇੱਕ ਲੱਤ ਇੱਧਰ ਨੂੰ ਲਿਆ ਇੱਧਰ ਨੂੰ 20 ਦਫਾ ਕਰਨਾ ਏਦਾਂ। ਇੰਗਲਿਸ਼ ਕੀਕਲੀ ਕਰ ਹਾਂਜੀ ਜਿਹੜੀ ਇੱਕ ਦਫਾ ਏਦਾਂ ਉਹ ਐ ਨੂੰ 20 ਦਫਾ ਅੱਛਾ ਤੇਰਾ ਇਲਾਜ ਸਾਰਾ ਜੁਸਤ ਦੇ ਵਿੱਚ ਵਾ। ਅੱਛਾ ਉਹ ਜਿਹੜੀ ਇੰਜ ਫੜ ਕੇ ਇੰਜ ਕਰਕੇ ਇੰਜ ਕਰ ਹਾਂਜੀ ਤਾਜੀ ਅੰਗਰੇਜ਼ਾਂ ਦੀ ਕੀਕਲੀ। ਅੰਗਰੇਜ਼ਾਂ ਦੀ ਕੀਕ। ਉਹ ਅੰਗਰੇਜ਼ੀ ਕੀਕ ਨਹੀਂ ਪਾਵੇ ਤਾਜੀ ਯਾਰ ਉਹ ਨਹੀਂ ਸਹੀ ਲੱਗਦੀ ਸੱਸ ਨੂੰ ਇੰਜ ਉਹ ਨਹੀਂ ਹੋ ਜਾਣਾ ਵਾ ਉਹ ਤੋਂ ਉਹਦੀ ਗੱਲ ਨਹੀਂ ਪਹਿਲੇ ਇੱਕ ਗੌਰ ਸੁਣੀ, ਕਹਿੰਦਾ ਉਹ ਕੀਕਲੀ ਪਾਉਂਦੇ ਨਹੀਂ ਜਿਹਦੇ 'ਚ ਇੱਕ ਲੱਤ ਪਹਿਲੇ ਐਨੂੰ ਕਰਨੀ ਇੱਕ ਲੱਤ ਐਨੂੰ ਕਰਨੀ। ਅੰਗਰੇਜ਼ਾਂ ਦੀ ਕੀਕਲੀ। ਹਾਂਜੀ ਤਾਜੀ ਉਹ ਕੀਕ ਨਹੀਂ ਪਾ ਕੇ ਇਹ 2 ਘੰਟੇ ਆਰਾਮ ਕਰੇ, ਚਾਹ ਚੂ ਪੀਵੇ, ਰਿਲੈਕਸ ਹੋਣਾ ਵਾ, ਸ਼ਾਂਦਾ ਲੱਭ ਜੇ ਪੀ ਲਈ ਚੱਲ ਹੈ ਤਾਂ ਜੇ ਉਸ ਤੋਂ ਬਾਅਦ ਇਹ ਲਵੇ ਇੱਕ ਪਕਾਨਾ ਜਿਹਾ ਹੁੰਦਾ ਉਹਨੂੰ ਫੂਕ ਮਾਰੋ ਇਦਾਂ ਅੱਗੋਂ ਬਾਹਰ ਨੂੰ ਨਿਕਲਦਾ। ਆਹੋ ਆਹੋ ਆਹੋ। ਸੀਟੀ ਹਨਾ ਹਾਂ ਉਹ ਪਹਿਲੇ 2 ਵੱਡੀਆਂ ਲਾਚੀਆਂ ਲੈਣੀਆਂ ਤੂੰ, ਉਹ ਇੱਕ ਖਾ ਲੈਣੀ, ਇੱਕ ਜੇਬੀ 'ਚ ਰੱਖ ਲੈਣੀ, ਸਲਵਾਰ ਵਾਲੀ ਜੇਬੀ 'ਚ। ਤਾਜੀ ਸੋਰੇ ਕੋ ਚੱਲ ਜੇ, ਹਾਏ ਹਾਏ। ਸੋਰੇ ਨਾਲ ਨਾ ਉਹ ਝੁੰਮਰ ਪਾਣਾ ਇਹਨੇ, ਉਹ ਜਿਹੜੀ ਏਦਾਂ ਫੜ ਕੇ ਨਹੀਂ ਕੱਢਦੇ ਤੇ ਤਾਜੀ ਨਾਲ ਇਹਨੇ ਉਹ 20 ਦਫਾ ਮੂੰਹ ਚੋਂ ਕੱਢਣਾ ਉਹ ਪਕਾਨਾ। ਹਾਂ ਤੇ ਉਸ ਤੋਂ ਬਾਅਦ ਆਣ ਕੇ ਛਿੱਤਰ ਮਾਰ ਕੇ ਬੂਹਾ ਖੜਕਾਣਾ ਕਰਦਾ। ਹਾਂਜੀ ਘਰ ਦਾ ਤੇ ਜਾ ਕੇ ਸੌਂ ਜੀ ਤੂੰ। ਹਾਂ ਅੱਲਾ ਮਾਫੀ ਦਿਓ ਉਸਤਾਦ ਜੀ, ਮੇਰੇ ਰੋਂਗਟੇ ਫਿਰ ਖਲੋ ਗਏ ਜੀ, ਕਸਮ ਵਾਲੀ ਗੱਲ ਹੈ ਜੀ। ਅੱਲਾ ਮਾਫੀ ਦੇਵੇ, ਕਹਿਣਾ ਨਹੀਂ ਸਾਡੇ ਮਹੱਲੇ ਦੇ ਵਿੱਚ ਸੀਗਾ ਇੱਕ, ਇਹ ਰੌਂਗਟੇ ਨਾ ਕੌਣ ਜਾਣ ਜੀ ਪਵਾਲੇ, ਤੁਸੀਂ ਇਹ ਗੰਦੀ ਗੱਲ ਤੇ ਵੀ ਖਲੋਏ ਹੁੰਦੇ ਆ। ਇਹਨਾਂ ਨੂੰ ਦੱਸੋ ਵੀ ਕਿਹੜੀ ਗੱਲ ਤੇ ਖਲੋਣਾ ਵਾ, ਇਹ ਤੁਹਾਨੂੰ ਪਿੱਛੇ ਖਲੋਤੇ ਮਿਲੇ ਆ। ਹਾਂ ਇਹ ਹੁਣ ਤੋਂ ਖਤਰਨਾਕ ਗੱਲ ਤੇ ਬਹਿੰਦੇ ਆ, ਖਲੋਂਦੇ ਨਹੀਂ। ਓਪੋਜ਼ਿਟ ਹੋ ਗਏ ਆ। ਇਹ ਤੁਹਾਨੂੰ ਤਾਂ ਕਰਕੇ ਤੁਸੀਂ ਸੂਟ ਪਾਓਗੇ ਪਾੜ ਜਾਏਗਾ ਤੁਹਾਡਾ, ਪਰ ਰੌਂਗਟੇ ਖੜੇ ਰਹਿੰਦੇ ਹਰ ਟਾਈਮ। ਖਲੋਤੇ ਰਹਿਣ ਦੇ। ਬਿੱਟੇ ਸਾਡੇ ਨਾਲ ਉੱਥੇ ਢੀਠ ਨਗਰ ਪਿੰਡ ਆ ਸਾਜੀ। ਲਓ
ਕਿਹੜਾ ਢੀਠ ਨਗਰ ਉੱਥੇ ਤੋਂ ਆਉਣਾ ਵਾ ਉਸਤਾਦ ਜੀ। ਉਹ ਖਾਣਾ ਤੋਂ ਬਾਅਦ ਜਾਣੀ ਕਿ ਖਾਣਾ ਖਾ ਕੇ ਦਵਾਈ ਨਹੀਂ ਖਾਣੀ। ਜਦੋਂ ਤੂੰ ਗੈਰਤ ਖਾਣੀ ਉਸ ਤੋਂ ਬਾਅਦ ਖਾਣੀ ਦਵਾਈ। ਉਹ ਯਾਰ ਠੀਕ ਆ। ਉਹ ਹਾਂ ਉਹ ਉਦੋਂ ਤੂੰ ਖਾਣੀ ਆ 3 ਟਾਈਮ ਤੈਨੂੰ ਗੈਰਤ ਖਾਣੀ ਪੈਣੀ ਆ। ਉਸ ਤੋਂ ਬਾਅਦ ਤੂੰ ਦਵਾਈ ਖਾਣੀ ਆ, ਤੇਰੇ ਟੌਨਸ ਜੇ ਸਾਰਾ ਕੁਝ ਨਿਕਲ ਜਾਣਾ। ਯਾਰ ਉਹ ਮਰਨੋਂ ਮਰ ਜਾਏਗਾ, ਗੈਰਤ ਨਹੀਂ ਉਹਨੂੰ ਖੜ ਚੱਲ। ਉਸਤਾਦ ਜੀ ਮੈਂ ਸੀਰੀਅਸ ਹਾਂ, ਤੁਸੀਂ ਕੋਈ ਹੱਲ ਦੱਸੋ ਯਾਰ, ਆਵਾਜ਼ ਨੂੰ ਕਹੋ ਤੁਹਾਡੀ ਮਿਹਰਬਾਨੀ। ਮੈਂ ਤੇ ਦੱਸਣ ਡਿਆ ਕੋਈ ਪੂਰਾ ਕਰੂੰਗਾ ਤੇ ਫੇਰ ਹੀ ਆ ਮੇਰੇ ਪੁੱਤ ਤੂੰ ਮੈਨੂੰ ਸਹੀ ਤਾਂ ਦੱਸ ਨਾ ਤੇਰਾ ਹੱਲ। ਉਹ ਭਾਈ ਸਾਰੇ ਮਸ਼ੱਕਤ ਕਰਨੀ ਪੈਂਦੀ ਆ। ਜੇ ਆਰਾਮ ਦੋ ਨਾ ਫਿਰ ਮਸ਼ੱਕਤ ਅੱਛਾ ਯਾਰ ਹੁਣ ਤੂੰ ਸਹੀ ਦੱਸ ਦੇ ਕੋਈ ਯਾਰ। ਸਹੀ ਉਸਤਾਦ ਜੀ ਤੋਂ ਦੱਸ ਦਿੰਦੇ ਹਾਂ ਮਿੱਠਾ ਜੀ ਤੁਸੀਂ ਨਾ ਬਾਜਾ ਲੈਣਾ ਛੋਟਾ, ਉਹ ਕਿਹੜਾ? ਉਹ ਬੱਚਿਆਂ ਵਾਲਾ ਜਿਹੜਾ 14 ਅਗਸਤ ਤੇ ਵਜਾਉਂਦੇ ਫਿਰਦੇ ਆ। ਉਹ ਵੱਡਾ ਹਾਂ ਪੀ ਉਹ ਲੈਣਾ। ਉਹ ਲੈ ਲਾਂਗਾ ਘਰ ਪਿਆ ਬੇਟੇ ਦਾ। ਹਾਂ ਇੱਕ ਲਸਣ ਦੀ ਗੁੱਥੀ ਲੈਣੀ। ਠੀਕ ਆ। ਉਹ ਵੀ ਬਈ ਲੋ ਜੀ ਗੁੱਤੀ ਸੁਲਝਣ ਲੱਗੀ। ਹਾਂ ਲਸਣ ਦੀ ਗੁੱਥੀ ਲੈ ਕੇ ਚਿੱਟਾ ਸੂਟ ਪਾਣਾ ਤੂੰ। ਨਾ ਆਹੋ ਯਾਰ ਸੁਣ ਤਾਂ ਲੈ ਮਿੱਠੇ। ਯਾਰ ਜੋ ਕਹਿਣਾ ਮੰਨਣਾ ਪੈਣਾ ਹੁਣ। ਅੱਛਾ ਫੇਰ ਚਿੱਟਾ ਸੂਟ ਪਾ ਕੇ ਨਾ ਤੂੰ 20 ਰੁਪਏ ਦਾ ਗਰਮ ਮਸਾਲਾ ਲੈਣਾ। ਇੱਕ ਜੇਬ 'ਚ ਜੰਮੂ ਪਾ ਲੈਣੇ। ਹਾਂ ਜੰਮੂ ਵਾਲਾ ਹੋਰ ਆ, ਉਹ ਸਿਰ ਦਰਦ ਦਾ। ਇਹ ਟੌਨਸਿਸ ਵਾਲਾ ਵਾ ਯਾਰ। 20 ਰੁਪਏ ਦਾ ਥੱਲੜੀ ਜੇਬ ਚ ਤਾਜੀ ਗਰਮ ਮਸਾਲਾ ਪਾ ਲੈ। ਠੀਕ ਆ। ਸੱਜੀ ਸਾਈਡ ਤੇ ਤੂੰ ਵੈਰੰਗ ਪਾ ਲੈਣਾ ਇੱਕ। ਹਾਂ ਵੱਡਾ ਤੂੰ ਜਿਹੜਾ ਮਰਜੀ 6-12 ਦਾ ਜਾਂ 4-9 ਦਾ ਜਿਹੜਾ ਵੀ ਵੈਰੰਗ ਹੋਏ ਉਹ ਸੱਜੀ ਸਾਈਡ ਤੇ ਪਾ ਕੇ ਪਿੱਚ ਤੇ ਉੱਤੇ ਜਾ ਕੇ ਸੌ ਜਾਣਾ। ਕ੍ਰਿਕਟ ਪਿੱਚ ਨਹੀਂ ਹੁੰਦੀ ਤਾਂ। ਠੀਕ ਹੈ। ਅੱਛਾ ਸਭ ਤੋਂ ਪਹਿਲੇ ਇਹਨੇ ਕੀ ਕਿਹਾ ਸੀ ਕਰਨਾ? ਸਭ ਤੋਂ ਪਹਿਲੇ ਲਸਣ ਲੈਣਾ, ਕੀ ਲੈਣਾ? ਬਾਜਾ ਲੈਣਾ। ਵਾਜਾ। ਅੱਛਾ ਤੂੰ ਵਾਜਾ ਜਿਹੜਾ ਲਿਆ ਉਹਦਾ ਕੀ ਕਰਨਾ? ਉਹ ਉੱਠ ਕੇ ਵਜਾਉਣਾ ਹੈ। ਉਹ ਜ਼ੋਰ ਲੱਗੇਗਾ ਨਾ ਫਿਰ ਉਹ ਟੌਨਸਿਸ ਭੁੱਟ ਜਾਣਗੇ। 2 ਘੰਟੇ ਸੌ ਜਾਣਾ। ਹਾਂ ਜਦੋਂ ਤੂੰ ਉੱਠੇ ਤੇਰੇ ਲਾਗੇ ਕੋਈ ਕੁੱਤਾ ਹੋਵੇ ਹਾਂ ਉਹ ਨਹੀਂ 3 ਦਫਾ ਵਾਜਾ ਵਜਾਉਣਾ। ਹਾਂ ਪੀ ਪੀ ਹਾਂ ਪੀ 3 ਦਫਾ ਵਜਾ ਕੇ ਉਹਨੂੰ ਥੱਲੇ ਰੱਖ ਕੇ ਨਾ ਸੱਜੀ ਪੈਰ ਨਾਲ ਤੋੜਨਾ ਹੀ। ਕਿਹਨੂੰ? ਵਾਜੇ ਨੂੰ ਤੋੜ ਕੇ ਲਸਣ ਜਿਹੜਾ ਤੂੰ ਅੱਖਾਂ ਬੰਦ ਕਰਕੇ ਇੱਕ ਐ ਨੂੰ ਇੱਕ ਏਦਾਂ ਆਲੇ ਦੁਆਲੇ ਸਾਰੀ ਉਹ ਗੁੱਤੀ ਸੁੱਟਦੇ ਨੇ। ਸੁੱਟਦੀ। ਸੁੱਕਾ ਪਤੀਨਾ ਲੈ ਕੇ ਨਾ ਹਾਂ ਘਰ ਜਾ ਕੇ ਹਾਂ ਜੇਬੀ ਚ ਪਾ ਕੇ ਪੱਖੇ ਅੱਗੇ ਬਹਿ ਜਾਣਾ। ਅੱਛਾ ਨਹੀਂ ਤੇ ਉਹ ਕੁੱਤੇ ਦਾ ਕੀ ਕਹਿਣਾ ਵਿਕਟ ਕੋ ਖੜਾ। ਕਿਹੜੇ ਉਹਨੂੰ ਖੜਾ ਰਹਿਣ ਦੇ। ਉਹ ਕੁੱਤਾ ਵਾ, ਤੂੰ ਬੰਦਾ ਵਾ, ਉਹ ਕੁੱਤਾ ਵਾ, ਤੂੰ ਖੜਾ ਰਹਿ। ਕੀ ਹੁਣ ਤੂੰ ਕੁੱਤੇ ਨਾਲ ਕੁੱਤਾ ਹੋ ਜਾਣਾ? ਤੂੰ ਘਰ ਚਲਾ ਗਿਆ ਤੂੰ। ਆਹੋ ਉਹ ਉੱਥੇ ਪੱਖੇ ਅੱਗੇ ਬਹਿਣਾ ਸਾਹ ਸੂ ਲੈ ਕੇ। ਕੇਬਲ ਲੱਗੀ ਤੁਹਾਡੇ ਘਰ? ਹਾਂ ਲੱਗੀ ਹੈ। ਲੱਗੀ। 에ਅਰ ਕੂਲਰ ਪਿਆ? ਨਹੀਂ। ਸਾਜੀ ਪਿਆ ਕਿ ਨਹੀਂ? ਸਰਦੀ ਹਲੇ ਕੱਢਿਆ ਨੇ ਗੈਲਰੀ ਤੇ ਪਿਆ ਵਾ। ਗੈਲਰੀ ਤੇ ਪਿਆ। ਚਲੋ ਉਹਨੂੰ ਪਿਆ ਰਹਿਣ ਦੇ, ਉਹਨੂੰ ਰਹਿਣ ਦਿੰਦੇ। ਪੱਖੇ ਅੱਗੇ ਤੂੰ ਬੈਠੇ ਰਹਿਣਾ ਵਾ। ਬਹਿ ਗਏ। ਕੇਬਲ ਤੇ ਤੂੰ ਨਾ ਇੱਕ ਮੁਜਰਾ ਸੁਣਨਾ। ਉਹ ਫਿਰ ਤੂੰ ਨੱਕ ਦਾ ਆਪਰੇਸ਼ਨ ਦੱਸਣ ਡਿਆ ਮੈਨੂੰ। ਆ ਨੱਕ ਦਾ ਹੀ ਅੱਛਾ। ਮੁਜਰੇ ਨਾ ਉਹ ਤੇਰੇ ਉਹ ਜਾਣੀ ਆ ਜਿਹੜਾ ਸਟੈਪ ਵੇਖੀ ਤੇਰੇ ਵੱਜਣੇ ਤੇ ਤੂੰ ਸਹੀ ਹੋ ਜਾਣਾ। ਹਾਂ ਯਾਰ ਮਿੱਠੇ ਯਕੀਨ ਤੇ ਕਰਨਾ ਉਹਦੀ ਗੱਲ ਤੇ। ਯਕੀਨ ਤੇ ਮੈਨੂੰ ਹੈ ਲੰਬਾ ਵਾ। ਨਹੀਂ ਕੋਈ ਨਹੀਂ। ਉਸ ਤੋਂ ਬਾਅਦ ਨਾ ਤੂੰ ਇੱਥੇ ਹੱਥ ਤੇ ਕਾਗਤੀ ਲਾ ਲੈਣੀ ਹੈ। ਮੋਰੀਆਂ ਐਵੇਂ ਮੋੜੀਆਂ ਵਾਲੀ ਐਵੇਂ ਲਾ ਲੈਣੀ। ਐਵੇਂ ਲਾ ਲੈਣੀ। ਅੱਛਾ ਤੇ ਉਹ ਵੈਰ ਜਿਹੜਾ ਜੇਬ ਚ ਪਾਇਆ। ਬੈਰੰਗ ਤੂੰ ਉਹ ਭਾਈ ਰੱਖੋ ਤੈਨੂੰ ਕੀ ਬੈਰੰਗ ਉਹ ਯਾਰ ਤੂੰ ਦੇ ਦੀ ਤੂੰ ਰਹਿਣ ਦੇ ਜੀ। ਯਾਰ ਇਹ ਟੂਣੇ ਹੁੰਦੇ ਆ ਤੇ ਕਾਗਜ਼ੀ ਲਾ ਕੇ ਨਾ ਤੇ ਰੈੱਡ ਕਲਰ ਦੀ ਮਾਰਕਰ ਨਾਲ ਤੂੰ ਉੱਤੇ ਲਿਖਣਾ ਸਨਮ ਬੇਵਫਾ ਕਾਗਜ਼ੀ ਦੇ ਉੱਤੇ। ਤੇ ਜਿਹੜਾ ਸਨਮ ਲਿਖਣਾ ਨਾ ਤੂੰ ਸਨਮ ਦਾ ਜਿਹੜਾ ਨੁਕਤਾ ਨਹੀਂ ਉਹ ਨੁਕਤਾ ਪਾਉਣਾ ਨਹੀਂ। ਉਹ ਜਿਹੜਾ ਕਾਗਜ਼ੀ ਦੀ ਮੋਰੀ ਨਹੀਂ ਉਹ ਬਿਲਕੁਲ ਨੂਨ ਉਹਦੇ ਥੱਲੇ ਆਵੇ। ਨੁਕਤਾ ਨਵਾ ਹੋਵੇ। ਐ ਸਮਝ ਚ ਆਉਂਦਾ ਨਾ ਹਾਂ ਕੋਈ। ਤੇ ਉਹ ਕਾਗਤੀ ਵਾਲੇ ਹੱਥ ਨਾਲ ਤੂੰ ਚੰਗਰੀ ਦੇ ਏਦਾਂ ਵਿਦਿਆ ਭਰਨੀ ਬਿੰਦੀਆਂ ਪਰ ਤੇ ਇੱਕ ਛੱਪੜ ਟੱਪਣਾ ਠੀਕ। ਹਿਸਾਬ ਨਾਲ ਜਿਹੜਾ ਤੇਰੇ ਕੋਲ ਟੱਪ ਗਿਆ ਉਹ ਟੱਪ ਕੇ ਕੈਂਚੀ ਚਲਾਣੀ ਸਾਈਕਲ ਦੀ। ਛੱਪੜ ਟੱਪ ਉੱਥੇ ਨਹੀਂ ਮੈਂ ਹਾਂ ਛੱਪੜ ਟੱਪ ਕੇ ਕੈਂਚੀ ਚਲਾਣੀ ਆ। ਨਲਕੇ ਤੇ ਨਹਾ ਕੇ ਆਣ ਕੇ ਸੌ ਜਾਵੇ ਉਸਤਾਦ ਜੀ ਠੀਕ। ਸਵੇਰੇ ਉੱਠਿਆ ਤਾਂ ਸਹੀ ਹੋਇਆ। ਹੋਏ ਹੋਏ ਯਾਰ ਇਹ ਲੰਮੇ ਦੱਸਣ ਦਿਆ ਤੈਨੂੰ ਮੈਂ ਸ਼ਾਰਟਕਟ ਦੱਸਦਾ ਹਾਂ। ਕੁਝ ਨਜ਼ਰ ਆ ਰਿਹਾ ਰੋਂਗਟੇ ਹੀ ਆ। ਉਹ ਯਾਰ ਉਹਨੂੰ ਦਹਾ ਰੋਂਗਟੇ ਤਾਂ ਜੀ ਫੇਰ ਖਲੋਗੇ। ਇਹ ਮੈਂ ਬੜੇ ਸੋਹਣੇ ਪਾਉਣੇ ਆ, ਬਹੁਤ ਸੋਹਣੇ ਪਾਉਣੇ। ਇਹ ਰਾਉਂਡ ਦਾ ਮੈਂ ਕੰਨ ਨਾ ਫੜਾ ਤੇ ਫੇਰ ਗੱਲ ਸੁਣੇ। ਹਰ ਰੌਂਗ ਦੇ ਤੇ ਥੱਲੇ ਥੋੜੀ ਥੋੜੀ ਕੁਰਸੀ ਰੱਖ ਦੇ ਤਾਂ ਕਿ ਬਹਿ ਜਾਵੇ। ਤਾਂ ਦੇ ਮੁਹਤਰਮ ਭਾਲੋ ਨੇ ਤੇ ਤੁਸੀਂ ਕਿਤੇ ਬਹਿਣ ਚੁੱਕੇ ਨਹੀਂ ਰਹਿਣਾ। ਤੁਸੀਂ ਸਿਰਫ YouTube ਤੇ ਇਹ ਲਿਖਣਾ ਮੋਸਟ ਡੇਂਜਰਸ ਰੌਂਗਟੇ ਮੋਸਟ ਡੇਂਜਰਸ ਆਪਰੇਸ਼ਨ ਇਹ ਆਏਗਾ। ਲਿਖਣਾ। ਉਹਨਾਂ ਨੇ ਕਹਿਣਾ ਨੱਕ ਦਾ ਤੇ ਕੰਨ ਦਾ ਪਰਦਾ। ਠੀਕ ਹੈ। ਦੱਸ। ਆ ਸਾਡੇ ਉੱਥੇ ਉਸਤਾਦ ਜੀ ਫੈਸਲਾਬਾਦ ਦੇ ਵਿੱਚ ਬੜਾ ਮਸ਼ਹੂਰ ਵਾਕਿਆ ਹੋਇਆ, ਸਾਰਿਆਂ ਨੂੰ ਪਤਾ ਹੋਣਾ। ਸਹੀ ਗੱਲ। ਇੱਕ ਮੋਟਾ ਸੀਗਾ, ਉਹ ਆਪਰੇਸ਼ਨ ਹੋਇਆ ਉਸਤਾਦ ਜੀ। ਡਾਕਟਰਾਂ ਨੇ ਕਹਿਤਾ ਤੇਰੇ ਕੰਨ ਦਾ ਪਰਦਾ ਪੈਣਾ। ਉਹਨੇ ਖੌਫਤਾਰੀ ਕਰ ਲਿਆ, ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ।
ਹਾਂਜੀ ਸਕੂਨ ਹੋ ਜੇ ਦੁਨੀਆ ਦਾ ਸਭ ਤੋਂ ਖਤਰਨਾਕ ਆਪਰੇਸ਼ਨ। ਇੰਗਜ਼ਾਇਟੀ ਲੈ ਲਈ ਇਹ ਵੀ ਗੈਰਤ ਵਾਲੇ ਹੁੰਦੇ ਨੇ ਉਸਤਾਦ ਜੀ, ਜਿਨ੍ਹਾਂ ਨੂੰ ਪਤਾ ਲੱਗ ਜੇ ਸਾਡਾ ਆਪਰੇਸ਼ਨ ਹੋਣਾ ਵਾ, ਤੇ ਉਹ ਸਹੀ ਗੱਲ ਗੈਰਤ ਵਾਲੇ ਬੰਦੇ ਨਹੀਂ ਰਹਿੰਦੇ। ਜੀ ਉਹਦਾ ਇੱਕ ਆਪਰੇਸ਼ਨ ਸੀਗਾ, ਮੇਰੇ ਤਾਂ ਜੱਗੇ ਪੈ ਤੀਗਰੇ ਤੈਨੂੰ ਆ ਜੱਗੇ ਪੈ ਦੀਗਰੇ ਤੈਨੂੰ ਤੇ ਭਾਈ 3 ਮਹੀਨੇ ਪਹਿਲੇ ਯਾਰ ਮੈਂ ਤੈਨੂੰ ਇੱਕ ਡਾਕਟਰ ਮਿਲਾ ਦਿੰਦਾ ਵਾ, ਹਾਂ। ਤੂੰ ਉਹਦੇ ਨਾਲ ਉੱਕਾ ਪੁੱਕਾ ਸਿੱਧਾ ਠੇਕਾ ਕਰਨਾ, ਪਹਿਲਾ ਦੂਜਾ ਤੀਜਾ ਆਪਰੇਸ਼ਨ ਨਹੀਂ, ਠੇਕਾ ਕਰਨਾ ਪੂਰਾ। ਉਹ ਯਾਰ ਇਹ ਤਾਂ ਅੱਛਾ ਉਸਤਾਦ ਜੀ, ਮੈਨੂੰ ਸੁਣੋ ਗੱਲ, ਅਗਰ ਇੱਕ ਮਿਸਾਲ ਆਫ ਇੰਸਟਰੂਮੈਂਟ ਦੇ ਨਾਲ ਆਪਰੇਸ਼ਨ ਕਰਦੇ ਆ, ਜੇ ਉਹਨੇ ਕਿਹਾ ਸੀ ਕਹਿੰਦਾ ਯਾਰ ਬਾਹਰ ਜਿਹੜਾ ਬੰਦਾ ਬੈਠਾ ਸੀ ਉਹਨੂੰ ਦੱਸਿਆ ਜੀ ਜਿਹੜੇ ਰੈਫਰੈਂਸ ਨਾਲ ਮੈਂ ਗਿਆ, ਉਹਨੇ ਕਿਹਾ ਜੇ ਅੱਲਾ ਨਾ ਕਰੇ ਹਫਤੇ ਨੂੰ ਫੇਰ ਤੈਨੂੰ ਆਉਣਾ ਪੈਂਦਾ, ਚੈੱਕਅਪ ਕਰਾਉਣਾ ਪੈਂਦਾ, ਇਹ ਹਲਕੇ ਹਲਕੇ ਟਾਂਕੇ ਕੱਚੇ ਰੱਖਣਗੇ, ਹਾਂ। ਇਹ ਐਦਾਂ ਹੀ ਨੱਕ ਖੋਲ ਕੇ ਐਦਾਂ ਜਿੱਦਾਂ ਫਿਲਟਰ ਨੇ ਬਾਹਰ ਕੱਢੀ ਤਾਂ 70 ਦਾ, ਐਦਾਂ ਤੇਰਾ ਨੱਕ ਦੀਆਂ ਗਦੂਦਾਂ ਕੱਢ ਕੇ ਫੇਰ ਦੇਖਿਆ ਕਰਨਗੇ ਕੋਈ ਮਾਲ ਪਿੱਛੇ ਜਮਾ ਤਾਂ ਨਹੀਂ ਹੈ। ਇਹ ਪਹਿਲੇ ਕੱਚਾ ਆਪਰੇਸ਼ਨ ਕਰਨਾ, ਫਿਰ ਪੱਕਾ ਕਰਾਂਗੇ ਬਾਅਦ ਚ। ਅੱਲਾ ਮਾਫੀ ਦੇਵੇ ਮਿੱਠੇ ਫੇਰ ਖਲੋਂਡੇ ਇਹ ਇੰਨੇ ਖਲੋਣ ਕਿਉਂ ਉਹ ਤੋਂ ਗੱਡੀ ਆਉਣ ਡਈ ਦੇਰ ਨਹੀਂ ਬਚ ਜਣੀ। ਤੂੰ ਇੰਨੇ ਖਿਲਾਉਂਦੇ ਉਹਨਾਂ ਦੇ ਬਾਲਾ ਸਾਹਿਬ ਤੁਰੇ ਆ ਰਹੇ ਇਹ ਅੱਜ ਖੈਰ ਸੀ ਕਿ ਇਸਤਕਬਾਲ ਕਰਨਾ ਕਿਸੇ ਤਰ੍ਹਾਂ ਨੇ। ਇਹ ਮਿੱਠੇ ਮੈਨੂੰ ਬੜਾ ਜ਼ੀਦ ਹੈ, ਤੂੰ ਨਹੀਂ ਭਾਈ ਸਾਹਿਬ, ਤੈਨੂੰ ਪੁੱਛ ਭਾਈ ਕੇ ਸਾਡੀ ਜ਼ਿੰਦਗੀ ਇੱਕ ਦੀ ਪੂਰੀ ਕਾਇਨਾਤ ਚ ਇਹਦੇ ਇੰਨੇ ਰੌਂਗਟੇ ਨਹੀਂ ਖੜੇ ਹੋਏ ਜਿਹਨੇ ਅੱਜ ਖੜੇ ਹੋਣਾ ਹੈ। ਇਹ ਤੇ ਰੋਕ ਤੇ ਖੜੇ ਹੁੰਦੇ ਆ ਤੇ ਉੱਠ ਕੇ ਪਹਿਲੋਂ ਕਮੀਜ਼ ਝਾੜਦੇ ਆ। ਲੋਕ ਨੇ ਇੱਕ ਦੂਸਰੇ ਨੂੰ ਕਹਿਣਾ ਚਲੋ ਵੀ ਗੱਲ ਕਰਨ ਲੱਗਾ, ਉੱਠੋ ਵੀ ਤਿਆਰੀ ਕਰੋ। ਜਿੱਡਾ ਪਿੰਡਾ ਵਾ ਨਾ, ਰੋਕ ਤੇ ਖੜੇ ਹੁੰਦੇ ਤੇ ਉਹਨਾਂ ਦੇ ਗੋਡਿਆਂ 'ਚ ਪਟਾਕੇ ਸੀਗੇ ਬਸ ਆਦਮੀ। ਔਰ ਜਿਹੜਾ ਪਿੰਡਾ ਰੌਂਗਟੇ ਵੀ ਆਉਣਾ ਸਟੀਲ ਕਿਲੋ ਐਡਡ। ਸਾਰੇ ਰੋਂਗਟੇ ਕੋਲੋਗੇ ਤੇ ਗੁੱਟੇ ਨੇ ਕਹਿੰਦਾ ਹੱਥ ਪੜੀਆਂ ਕਰੋ ਵੀ ਚੱਲ ਕੋਈ ਖਤਰਨਾਕ ਹੀ ਆ। ਕਹਿੰਦਾ ਗੱਲ ਕੋਈ ਖਤਰਨਾਕ ਹੀ ਹੈ, ਖਲੋਣਾ ਹੀ ਪੈਣਾ। ਅੱਛਾ ਤੇ ਆਪ ਸੁੱਤਾ ਹੁੰਦਾ, ਰੌਂਗਟੇ ਖਲੋਤੇ ਹੁੰਦੇ ਆ, ਰੂਮ ਤਾਂ ਉਹ ਉਠਾਉਂਦੇ ਉੱਠ ਭਾਈ ਅਸੀਂ ਵੀ ਉੱਠ ਪਏ ਆ। ਕੱਲ ਇਹਨਾਂ ਦੇ ਇੱਕ ਰੋਂਗਟਾ ਖੰਭੇ ਨਾਲ ਖਲੋਤਾ ਤੇ ਆਇਆ ਫੈਸਲ ਦੇ ਨਹੀਂ ਰੋਂਗਟੇ ਯਾਰ ਮਿੱਠੇ ਥੋੜਾ ਜਿਹਾ ਤੈਨੂੰ ਸ਼ਾਰਟਕਟ ਇੱਕ ਮੈਂ ਮਸ਼ਵਰਾ ਦੇਣਾ ਭਰਾਵਾ। ਯਾਰ ਕੱਲ੍ਹ ਜੈਨੂਅਲ ਪਰੇਸ਼ਾਨ। ਜੈਨੂਅਲ ਮੈਂ ਤੁਹਾਨੂੰ ਦੱਸਣ ਦਿਆਂ, ਮੈਂ ਤੇਰੀ ਫੀਲਿੰਗ ਸਮਝਦਾ। ਬਿੱਲੀ ਲੈ ਲੈਣੀ ਹੈ ਇੱਕ ਛੋਟੀ ਜੀ ਹੈ ਬਿੱਲੀ, ਯਾਰ ਉਹ ਗੱਲ ਸੁਣ ਲਈ ਮੇਰੀ, ਉੱਤੇ ਬਹਿ ਕੇ ਕਮਾਦ ਵੱਢਣਾ ਤੂੰ ਹੈ ਬਿੱਲੀ ਤੇ। ਬਿੱਲੀ ਹਾਂ ਉਹ ਅੱਧੇ ਘੰਟੇ 'ਚ ਵੱਢਣਾ ਵਾ, ਬਿੱਲੀ ਤੇਰੇ ਥੱਲੇ ਹੋਵੇ, ਬਿੱਲੀ ਤੇ ਬਹਿ ਕੇ ਨਾ ਤੂੰ ਐ ਕਮਾਦ ਵੱਢੀ ਜਾਣਾ ਵਾ, ਜਿੱਥੇ ਬਿੱਲੀ ਨੇ ਕਹਿ ਤਾ ਉਹ ਤੋਂ ਛੱਡ ਦੇਣਾ। ਜਾਂ ਇਦਾਂ ਕਰ ਬਾਂਦਰਾਂ ਦੇ ਨੋਹ ਲੈ ਲਾ ਕੇ ਦਿਓ। ਜਿਹੜਾ ਬੋਲੇ ਉਹੀ ਕੁੱਟਾ ਖੋਦਾ। ਉਹੀ ਬੰਦ ਹੈ ਯਾਰ ਤੂੰ ਵਾਕਰ 'ਚ ਬਹਿ ਜਾਣਾ, ਬੱਚਿਆਂ ਦੇ ਵਾਕਰ 'ਚ, ਹਾਂ ਠੀਕ ਹੈ। ਇੱਲ ਦਾ ਫਿਫਰਾ ਲੈ ਲੈਣਾ। ਲਓ ਲਓ ਜੀ। ਲੈ ਲਓ ਇਹਨੂੰ ਤਾਂ ਫਿਫਰਾ, ਇਹਨੂੰ ਬੜੀ ਔਖੀ ਲੱਭਣ ਦੀ ਫਿਫਰਾ ਵੀ। ਮੈਂ ਤੈਨੂੰ ਲਿਆਵਾਂਗਾ, ਇਹਨੂੰ ਨੀ ਫਿਫਰਾ ਪਾਈਦਾ ਵਾ ਸਦਕੇ ਦਾ। ਯਾਰ ਬਾਸ 10,000 ਉਹ ਲੱਭ ਜਾਂਦਾ ਅਬਦੁੱਲਾ ਪਠਾਣੀ ਕੋ ਜਿੰਨਾ ਮਰਜ਼ੀ ਲੈ ਲਈਏ। ਲਓ ਬਾਸ 10,000 ਤਾਜੀ ਇਹ ਭਲਾ ਕੀ ਕਰੇ, ਕੀ ਇਹ ਲੈਂਸ ਲਵੇ ਲੈਂਸ? ਆ ਜਿਹੜੇ ਅੱਖਾਂ 'ਚ ਲਾਉਣ ਵਾਲੇ ਹੁੰਦੇ। ਠੀਕ ਆ, ਤਾਜੀ ਉਹ ਡੱਬੀ ਜਿਹੜੀ ਹੁੰਦੀ ਨਾ, ਉਹ 'ਚ ਪਾਣੀ ਨਹੀਂ ਪਾਉਣਾ, ਹਾਂ ਠੀਕ ਆ, ਖੱਟਾ ਲਵੇ। ਓਕੇ, ਉਹ ਚ ਖੱਟਾ ਰੱਖਿਆ ਵਾ। ਹਾਂਜੀ, ਖੱਟੇ ਦੇ ਵਿੱਚ ਉਹ ਲੈਂਦ ਭਿਓ ਦੇਵੇ, ਸਵੇਰੇ ਨਾ ਉੱਠੇ ਲੈਂਦ ਲਾਵੇ, ਲਓ ਤਾਂ ਜੀ ਟਾਇਰ ਇੱਥੇ ਬਾਹਾਂ ਦੇ ਵਿੱਚ ਪਾ ਲਵੇ, ਜਿਹੜਾ ਬੱਚਿਆਂ ਦਾ ਸੋਟੀ ਦੇ ਨਾਲ ਨਹੀਂ ਘਮਾਉਂਦੇ। ਸਾਈਕਲ ਦਾ ਟਾਇਰ ਲੈ ਕੇ। ਹਾਂਜੀ, ਸਾਈਕਲ ਦਾ ਤਾਜੀ ਉਹ ਇੱਥੇ ਬਾਹਾਂ 'ਚ ਪਾ ਲਵੇ, ਸੋਟੀ ਹੱਥ 'ਚ ਫੜ ਲਵੇ, ਠੀਕ ਹੈ, ਇੱਥੇ ਤਾਜੀ ਦੁਪੱਟਾ ਬੰਨ ਲਵੇ, ਲੱਕ ਤੇ ਠੀਕ ਹੈ, ਲੱਕ ਤੇ ਦੁਪੱਟਾ ਬੰਨ ਲਵੇ, ਛਿੱਤਰ ਜਿਹੜੇ ਦੋਵੇਂ ਤੂੰ ਇੱਥੇ ਬਾਹਾਂ ਤੇ ਚੜਾ ਲੈਣੇ। ਕੁੜੀਆਂ ਤੱਕ ਹਾਂ, ਉਹ ਕੋਈ ਚ ਜਰਾਬਾਂ ਦੇ ਲੈ ਹਾਂ, ਇੱਥੇ ਚੜਾ ਲੈਣੇ। ਲੂਣਾ ਚੂਰਨ ਖਾਣਾ ਵਾ, ਕਿਹੜਾ ਲੂਣਾ? ਚੂਰਨ, ਆਹੋ ਹੁੰਦਾ ਲੂਣਾ। ਉਹ ਜਾਂ ਕਸ਼ਮੀਰੀ ਚੂਰਨ, ਹਾਂ ਉਹ ਖਾ ਕੇ ਤਾਜੀ ਇੱਕ ਚਹਿਰੀਆਂ ਚੱਲਦੇ ਕੇਸ ਦੇ ਵਿੱਚ ਆ ਨਾ, ਉਹ ਟਾਇਰ ਲੈ ਕੇ ਇਦਾਂ ਜੱਜ ਦੇ ਅੱਛਾ, ਚੱਲਦੇ ਕੇਸ। ਹਾਂਜੀ, ਬਹਿਸ ਹੁੰਦੀ ਚ ਜਿਹੜੀ ਬਹਿਸ ਹੁੰਦੀ ਹੈ, ਮੈਨੂੰ ਉਧਰੋਂ ਸਾਈਕਲ ਦਾ ਟਾਇਰ ਲੈ ਕੇ। ਇਹ ਨਹੀਂ ਵੇਖਣਾ, ਇਹਨੇ ਸੱਜੇ ਖੱਬੇ ਨਹੀਂ ਵੇਖਣਾ, ਤੂੰ ਉਡਰ ਉਡਰ ਕਵੇ ਵੀ ਤੂੰ ਹਾਂ ਸਿੱਧਾ ਵੇਖੀ, ਤੂੰ ਮਿੱਠੇ ਮਾਰ ਕੇ ਨਾ ਤੂੰ ਬਿਲਕੁਲ ਜੱਜ ਦੇ ਸਾਹਮਣੇ ਤੂੰ ਅੱਖਾਂ ਪੁੱਠੀਆਂ ਕਰ ਲੈਣੀਆਂ। ਐ ਕਰਕੇ। ਜਿੰਨ ਬਣਨਾ। ਹਾਂ, ਨਹੀਂ ਫਿਰ ਜੱਜ ਨੇ ਸਮਝਣਾ ਕੋਈ ਆਈਟਮ ਕਰਨ। ਹਾਂ ਤੂੰ ਆ ਲੈਣ ਤੇ ਕੱਢਣੇ ਆ, ਕੱਢ ਕੇ ਤੂੰ ਸਲਾਮ ਲੈਣੀ ਸਾਰਿਆਂ ਨਾਲ, ਪਿੱਛੇ ਬਹਿ ਕੇ ਸਿਗਰਟ ਪੀ ਸਕੂਨ। ਤੇ ਘਰ ਆ ਕੇ ਸੌ ਜਾਣਾ ਤੇ ਸਵੇਰੇ ਤੋਂ ਉੱਠਣਾ ਤੇ ਠੀਕ ਹੋਣਾ। ਇਹ ਕਿਹੜਾ ਨੱਕ ਦਾ, ਕੰਨ ਦਾ, ਗਲੇ ਦਾ ਕਿਹੜਾ ਵਾ? ਸਾਰੇ ਹੀ। ਇਹ ਮਿਕਸ ਆ, ਇਹ ਕੋਰਸ ਆ। ਇਹ ਤਿੰਨਾਂ ਦਾ ਇਕੱਠਾ ਪੂਰਾ ਹੈ। ENT ਹੈ। ਹਾਂ ਇਹ ਜੀ, ਨਾ ਕਚਹਿਰੀਆਂ ਦੇ ਵਿੱਚ ਤੂੰ ਲੈ ਕੇ ਜਾਣਾ ਟਾਇਰ। ਯਾਰ ਸਾਜੀ ਐਡਾ ਉਹ ਮੁਸ਼ਕਿਲ। ਯਾਰ ਤੂੰ ਕਿੱਥੋਂ ਕਰਾਇਆ ਜੀ? ਮੈਂ ਜੀ ਫਾਤਮਾ ਸਪਤਾਲ। ਯਾਰ ਉੱਥੇ ਗਿਆ ਸੀਗਾ? ਹਾਂਜੀ। ਲੱਖ ਦੀ ਮੈਂ ਹੁਣ ਤੈਨੂੰ ਕੀ, ਮੈਨੂੰ ਤਾਂ ਦੱਸ ਤੂੰ ਉਧਰ ਜਾਣਾ ਵਾ। ਕਿਉਂ? ਉਥੇ ਵਾਕਾ ਡਾਕਟਰ ਯਾਰ ਆ ਕੋਈ? ਮੈਨੂੰ ਸਾਈ ਉਧਰਲੇ ਇਲਾਕੇ 'ਚ ਇੱਕ ਬੰਦਾ ਹਲੀਮ ਲਾਉਂਦਾ ਹੈ, ਉਹ ਇਸ ਜ਼ਾਤ ਦੀ, ਉਹ ਮੰਗਾਣੀ ਸੀ ਤੁਹਾਡੇ ਲਈ। ਬਹੁਤ ਮਸ਼ਹੂਰ ਹਲੀਮ ਜੀ ਉੱਥੇ।
ਨਵੀਂ ਬ੍ਰਾਂਚ ਖੁੱਲੀ ਅੱਗੇ ਤੋਂ ਦੱਸ ਕੇ ਜਾਈ ਯਾਰ ਅਜ਼ੀਜ਼ ਫਾਤਮਾ ਦੱਸ ਕੇ ਨਹੀਂ ਗਿਆ ਤੂੰ ਅੱਛਾ ਮੈਂ ਕਿਹਾ ਪਤਾ ਨਹੀਂ ਕੋਈ ਡਾਕਟਰ ਬਾਤ ਨੂੰ ਮੈਨੂੰ ਕਹਿਣਗੇ ਤੂੰ ਮਿੱਠੇ ਦੱਸਦਾ ਸਹੀ, ਮੈਂ ਉਹਨੂੰ ਫੋਨ ਕਰਦਾ ਵੀ ਯਾਰ ਭਰਾਵਾ ਛੋਟਾ ਦਾ ਸਹੀ ਆਪਰੇਸ਼ਨ ਕਰ ਦਿਓ। ਨਹੀਂ ਆਪਰੇਸ਼ਨ ਮੈਂ ਇੱਕ ਵਾਰੀ ਹੋਰ ਕਿਸੇ ਡਾਕਟਰ ਨੂੰ ਚੈੱਕ ਨਾ ਕਰਾ ਲਾਂ ਉਸਤਾਦ ਜੀ। ਯਾਰ ਮਿੱਠੇ ਤੂੰ ਛੱਡ ਪਰੇ ਨਾ ਤੂੰ ਯਾਰ, ਚੈੱਕ ਤਾਜੀ ਰਹਿਣ ਦੇ। ਇਲਾਜ ਕਰੂਗਾ ਤੇ ਫੇਰ ਹੀ ਆ। ਉਹ ਯਾਰ ਤੂੰ ਚੇਦਾ ਕਰਨ ਨੇ ਬਤਾ ਇਹਦਾ ਨਹੀਂ ਆਖਰ ਨਾ ਤਾਜੀ ਸ਼ਾਰਟ ਲਾਦ ਮੈਂ ਇਹਨੂੰ ਦੱਸਣ ਲੱਗਾ ਵਾਂ। ਦੱਸ ਯਾਰ ਤਾਜੀ ਇਹ ਨਾ ਇੱਕ ਜਿੱਦਾਂ ਅੰਗਰੇਜ਼ੀ ਨਹੀਂ ਉਹ ਕੜਾ ਹੁੰਦਾ ਗੋਲ, ਉਹਦੇ ਵਿੱਚ ਉਹ ਦੋ ਜਣੇ ਫੜ ਕੇ ਇਦਾਂ ਉੱਤੋਂ ਆਉਂਦੇ ਤੇ ਘੁੰਮਦਾ ਹੁੰਦਾ। ਉਹ ਗਾਣਾ ਚੱਲਦਾ ਹੁੰਦਾ ਦੇਸ਼ ਨੰਬਰ ਰੇਂਜ ਬਾਰਡਰ ਬਾਰ ਇਦਾਂ ਚੱਲਦਾ। ਹਾਂ ਤਾਜੀ ਇੱਕ ਖਵਾਜਾ ਸਰਾ ਲਵੇ, ਠੀਕ ਆ ਪੁਨਿਆ ਆਪਣਾ ਕਰਾ ਲਵੇ, ਅੱਛਾ, ਆਪਣਾ। ਸਾਲਮ ਕਰਾ ਲਵੇ ਤਾਜੀ। ਉਹ ਖਵਾਜਾ ਸਰਾ ਲਵੇ, ਉਹ ਘੜੇ ਦੇ ਵਿੱਚੋਂ ਥੱਲੇ ਉਤਰੇ ਉਹਦੇ ਨਾਲ ਠੀਕ ਆ ਉਤਰ ਕੇ ਚਾਹ ਪੀਵੇ ਥੱਲੇ ਉਤਰ ਕੇ, ਠੀਕ ਆ ਦਸਤੀ ਟੱਕ ਬਿਸਕੁਟ ਖਾਣਾ ਇਹਨੇ ਚਾਹ ਦੇ ਨਾਲ। ਓਕੇ ਉਸ ਤੋਂ ਬਾਅਦ ਤੂੰ 15 ਮਿੰਟ ਦੀ ਆਪਣੀ ਸੱਸ ਨੂੰ ਕਾਲ ਕਰਨੀ ਠੀਕ ਹੈ। ਜ਼ੋਂਗ ਦੇ ਨੰਬਰ ਤੋਂ। ਪੂਰੇ 15 ਮਿੰਟ ਹਾਂ ਪੂਰੇ 15 ਮਿੰਟ ਜ਼ੋਂਗ ਦਾ ਨੰਬਰ ਜ਼ੋਂਗ ਦੇ ਨੰਬਰ ਤੋਂ। ਵਾਰ ਤੋਂ ਨਹੀਂ ਇਹ ਜੈਸ ਤੋਂ ਨਹੀਂ ਇਹ ਤੇਰੇ ਦੇ ਦਾਣੇ ਵੀ ਨਿਕਲ ਆਉਣੇ। ਤੇ ਜੇ ਸੱਸ ਦਾ ਵੇਟਿੰਗ ਤੇ ਹੋਵੇ ਵੇਟਿੰਗ ਤੇ ਹੋਇਆ ਤੂੰ ਕਰੀ ਜਾਣਾ ਵਾ, ਤੂੰ 15 ਮਿੰਟ ਉਹਨਾਂ ਨਾਲ ਗੱਲ ਕਰਨੀ। ਵੀਡੀਓ ਕਾਲ ਕਰਨੀ। ਨਹੀਂ ਆਡੀਓ ਜਿਹੜੀ ਮਰਜ਼ੀ 15 ਮਿੰਟ ਤੋਂ ਉਹਨਾਂ ਨਾਲ ਗੱਪਸ਼ਪ ਕਰਨੀ। ਵੀਡੀਓ ਕਰੇਗਾ ਤਾਂ ਇਹਦਾ ਆਰਾਮ ਛੇਤੀ ਆ ਜਾਏਗਾ ਕਰ ਲਾਂਗਾ ਉਹ ਕਰਕੇ ਨਾ ਤੂੰ ਭਿੰਡੀਆਂ ਲਿਆਣੀਆਂ ਦੋ ਠੀਕ ਦੋ ਹੈ ਹਾਂ, ਦੋ ਭਿੰਡੀਆਂ ਲੈ ਕੇ ਉਹਨਾਂ ਦੇ ਨਾਲ ਨਾ ਉਹਦੀ ਚੁੰਝ ਦੇ ਨਾਲ ਸੁਰਮਾ ਪਾਉਣਾ ਅੱਖਾਂ 'ਚ। ਲਿਖੀ ਜਾ ਮਿੱਠੇ ਲਿਖੀ ਜਾ। ਨਹੀਂ ਜ਼ੇਨ ਚ ਆ ਗਿਆ ਹੁਣ ਯਾਦ ਹੋ ਗਿਆ। ਸੁਰਮਾ ਪਾ ਕੇ ਇੱਕ ਸੇਬ ਲੈਣਾ ਤੂੰ, ਉਹਦਾ ਬੌਂਥਰ ਮਾਰਨਾ। ਸੇਬ ਦਾ ਹਾਂ ਸੇਬ ਦਾ ਬੌਂਥਰ ਸਿੱਧਾ ਹੀ ਕਿਹਨੂੰ? ਕਿਤੇ ਮਾਰਨਾ ਕਿਤੇ। ਬੈਟਮੈਨ ਦੇ ਕਿਸੇ ਨੂੰ ਬਾਲ ਕਰਾਵੇ ਨਾ। ਇਹ ਜੋ ਲੜ ਪਿਆ ਮੇਰੇ ਨਾਲ ਫੇਰ। ਮੈਂ ਵੀ ਲੜ ਪਿਆ ਉਹਨੂੰ ਕੀ ਦਸੀ ਕੋ ਮਰੀਜ਼ ਆ ਮੈਂ ਯਾਰ। ਅੱਛਾ ਉਹ ਬੌਂਥਰ ਕਰਾ ਕੇ ਤੇ ਤੂੰ ਦੋ ਜਿਹੜੇ ਪੈਟ ਪਾਏ ਹੋਣੇ ਤੂੰ ਉਹ ਪਾਉਂਦੇ ਸਾਰੀ ਤੂੰ ਬੈਂਕ ਤੇ ਚੱਲ ਜਾਣਾ ਕਸ਼ਵਾ ਲੈ ਠੀਕ। ਪੈਟਾਂ ਸਮੇਤ। ਪੈੜ ਪਏ ਹਾਂ ਉੱਥੇ ਕਿਸ਼ਤ ਦੇਵੇ, ਕਿਸ਼ਤ ਦੇ ਕੇ ਜਦੋਂ ਮੈਂ ਉਹਨਾਂ ਕੋਲ ਲੋਨ ਲਿਆ ਹੀ ਨਹੀਂ। ਲੈਣੀ ਪੈਣੀ ਹੈ ਤੈਨੂੰ ਹੁਣ। ਵੈਸੇ ਹੀ ਚੱਲ ਜੀ, ਮਤਲਬ ਉਹ ਬੈਂਕ ਤੇ ਤੂੰ ਉੱਥੇ ਜਾਣਾ ਵਾ। ਅੱਛਾ ਚੱਲ ਜਾਗਾ। ਉਹ 15 ਮਿੰਟ ਨਿੰਮ ਦੇ ਥੱਲੇ ਪੈਣਾ, ਕਸ਼ਫ ਵਾਲੇ ਅੰਦਰ ਕਿੱਥੋਂ ਆ ਗਈ ਨਿੰਮ ਉਹ ਜਿਆਦਾ। ਬਾਹਰ ਨਿਕਲ ਬਾਹਰ ਨਿਕਲ। ਤੂੰ ਲੋਨ ਲਿਆ ਹੀ ਨਹੀਂ ਕਦੇ, ਉਧਰ ਕੀ ਜਾਣਾ ਬਾਹਰ ਆ ਜਾਣਾ। ਅੱਛਾ ਤੇ 20 ਰੁਪਏ ਦਾ ਨਾ ਤੂੰ ਕੁੱਤੀ ਦੇ ਸਾਹਮਣੇ ਬਦਾਨਾ ਖਾ ਤਾਂ ਜੇ ਬਦਾਨਾ ਖਾ ਕੇ ਆਣ ਕੇ ਸੌਂ ਜਾਵੇ। ਸਵੇਰੇ ਉੱਠੇਗਾ ਓਕੇ ਹੋਏਗਾ। ਹਾਂ। ਇਹ ਮੈਂ ਕਿਆ ਕਰਨਾ ਹਰ ਵਾਰੀ ਇਹ ਤਾਂ ਫਿਰ ਤੇ ਛੱਡ ਦੇ। ਉਸਤਾਦ ਜੀ ਚੀਦਾ ਕਰਨ ਦੇ ਸਾਰੇ। ਯਾਰ ਤੇਰਾ ਕੋਈ ਖੁਸ਼ ਖਤ ਲਿਖਾਈ ਵਾਲਾ ਕਜ਼ਨ ਜਾਂ ਭਰਾ ਕੋਈ ਭਤੀਜਾ ਹੈ ਵਾ? ਹੈਗਾ ਸਾਡੇ ਲਾਗੇ ਪੈਂਟਰ ਹੈਗਾ ਵਾ। ਉਹਦੇ ਕੋਲੋਂ ਵਸੀਅਤ ਲਿਖਾ, ਹੁਣ ਇਲਾਜ ਨੂੰ ਛੱਡ ਦੇ। ਉਹ ਉਸਤਾਦ ਜੀ ਮੇਰੇ ਸੱਚੀ ਮੁੱਚੀ ਰੋਂਗਟੇ ਫੇਰ ਖਲੋਗੇ। ਇਹ ਕਿਤੇ ਇਸ਼ਾਰਾ ਬੰਦ ਹੋਇਆ ਫੇਰ ਖੜੋਗੇ। ਉਹ ਅਦਬ ਚ ਖੋ ਜਾਂਦੇ ਆ ਲੋਕ। ਉਸਤਾਦ ਜੀ ਉਹ ਡਾਕਟਰ ਨੇ ਕਿਹਾ ਸੀ, ਮੈਨੂੰ ਯਾਦ ਆ ਗਿਆ, ਸਾਡੇ ਹੈ ਸੀ ਇੱਕ ਡਾਕਟਰ ਅੱਛੀ। ਲੈ ਆ ਡਾਕਟਰ ਅੱਛੀ ਆਹੋ ਦੇਖ ਲਓ। ਅੱਛਾ ਯਾਰ ਡਾਕਟਰ ਅੱਛੀ ਡਾਕਟਰ ਭੂੰਡੀ ਨਾਲੋਂ ਤਾਂ ਚੰਗਾ। ਅੱਛਾ ਫੇਰ ਨਹੀਂ ਨੇ ਇਹ ਉਸਤਾਦ ਡਾਕਟਰ ਕਿਤੇ ਬਦਮਾਸ਼ੋ ਡਾਕਟਰ ਹੋਇਆ। ਹਾਂਜੀ ਭਾਈ ਫੈਸਲ ਦੇ ਰੋਂਗਟੇ ਖੜੇ ਹੋਏ ਤੇ ਉਹਨਾਂ ਨੇ ਇਹਦਾ ਪੈਰ ਮਿਲ ਦਿੱਤਾ। ਉਹ ਨਾਲ ਤੇ ਰੌਂਗਟੇ ਵਾਲਿਆਂ ਦਾ ਪੈਰ ਸਾਰਿਆਂ ਨੇ ਮਿਲੇ। ਲੋਕ ਤੇ ਖੜੇ ਹੋ ਗਏ ਤੇ ਪੱਠਾ ਬੈਠ ਗਿਆ। ਉਹਦੇ ਕਈ ਰੌਂਗਟੇ ਵਿੱਚੋਂ ਖੜੇ ਨਹੀਂ ਹੁੰਦੇ, ਉਹ ਕਹਿੰਦੇ ਹਰ ਮਿੰਟ ਬਾਅਦ ਚੋਂ ਨਾ ਕੋਈ ਚਵਲ ਮਾਰ ਲਈ ਅਸੀਂ ਕਿੰਨਾ ਕੁ ਖੜੇ ਹੋਈ ਜੀ ਉਹ। ਮਾੜਾ ਜਿਹਾ ਪਰੇਸ਼ਾਨ ਹੈ, ਰੋਣੇ ਕਹਿੰਦੇ ਭਾਈ ਅਸੀਂ ਤੇਰੇ ਨਾਲ ਖੜੇ ਆ ਟਾਈਮ। ਉਸਤਾਦ ਜੀ ਮੈਂ ਨਾ ਦੇਖਿਆ, ਅੱਲਾ ਮਾਫੀ ਤੇ ਕਹਿਣਾ ਨਹੀਂ ਚਾਹੀਦਾ, ਰੋਂਗਟੇ ਸੱਚੀ ਡਾਕਟਰ ਨੇ ਕਰਨਾ ਸੀ ਆਪਰੇਸ਼ਨ ਪਰਦੇ ਦਾ। ਉਹਨੇ ਭਾਈ ਜੀ ਮੂੰਹ ਦੇ ਵਿੱਚ ਕੈਮਰਾ ਪਾਤਾ ਬੰਦੇ ਨੂੰ। ਅੱਛਾ ਜੀ। ਹਾਂਜੀ ਗਲੇ ਦਾ ਆਪਰੇਸ਼ਨ। ਗਲੇ ਦਾ ਪ੍ਰੈਸ਼ਰ ਨਹੀਂ ਸੀਗਾ, ਨਾਕ ਕਾਨ ਗਲਾ ਇਤਨੇ ਇੱਕ ਹੀ ਹੁੰਦਾ ਪ੍ਰੈਸ਼ਰ। ਅੱਛਾ ਠੀਕ ਹੈ। ਵੇਨ ਜਿਹੜੇ ਹੁਣ ਮੈਂ ਤੁਹਾਨੂੰ ਦੱਸਣਾ ਸਾਈਕੋਲੋਜਿਸਟ ਮੁਤਾਬਕ ਇੱਕ ਇੱਧਰ ਨਹੀਂ ਲੈਣ, ਇੱਕ ਇੱਧਰ ਉਸਤਾਦ ਜੀ ਵੇਨਾਂ ਤਿੰਨ ਨੇ ਹਾਏ ਹਾਏ ਹਾਏ। ਇੱਕ ਇੱਧਰ ਕੰਨ 'ਚ, ਇੱਕ ਨੱਕ 'ਚ, ਇੱਕ ਥੱਲੇ ਗਲੇ ਦੇ ਵਿੱਚ ਆ ਰਹੀ। ਇਹ ਸਭ ਤੋਂ ਡੇਂਜਰਸ। ਉਹਨੇ ਕੈਮਰਾ ਪਾਤਾ ਭਾਈ ਉਹਦੇ ਮੂੰਹ 'ਚ ਬੰਦ, ਕਹਿੰਦਾ ਮੂੰਹ ਖੋਲ੍ਹ ਮੈਂ ਕੈਮਰਾ ਇੰਜ ਕਰੇ। ਹਾਂਜੀ ਉਹਨੇ ਹੁਣ ਕਿਹੜੀ ਫਲਸਫਰੀ ਝੜਦੇ ਵੀ 25 ਸਾਲ ਤੱਕ ਮਸਤ ਸੀਗੇ। ਉਹਨਾਂ ਕੇ ਸੈੱਟ ਹੋਏ ਕਿਤੇ। ਉਹ ਤੇਰੀ ਸਾਈਡ ਲੈ ਰਿਹਾ ਮਿੱਠੇ, ਤੇਰਾ ਦਿਮਾਗ ਠੀਕ ਉਹਦੀ ਹੈ। ਅੱਖਾਂ 'ਚ ਅਥਰੂ ਆ ਗਏ ਤੇਰੇ ਦੁੱਖ ਸੁਣ ਕੇ। ਇਹ ਇੱਥੋਂ ਮੇਰੇ ਦੁੱਖ ਸੁਣ ਕੇ ਨਹੀਂ ਆਏ, ਇਹ ਆਪਣੇ ਲੂੰ ਕੰਡੇ ਜਿਹੜੇ ਖਲੋਤੇ ਚੁਭਣ ਡਏ ਕਿਤੇ, ਗਲੇ 'ਚ ਵੱਜਣ ਡਏ ਕਿਤੇ। ਉਹ ਗਲੇ 'ਚ ਮੈਂ ਤੂੰ ਇਹ ਗੱਲ ਕਹਿਣਾ, ਅਲਹਮਦੁਲਿਲਾ ਸਭ ਤੋਂ ਪੜ੍ਹਿਆ ਲਿਖਿਆ ਮੈਂ ਆਪਣੇ ਦਫ਼ਤਰ 'ਚ। ਨਹੀਂ, ਉਹ ਸਹੀ ਮਾਫ਼ੀ ਕਹਿੰਦੇ ਦੇਣਾ। ਬਈ ਫੈਸਲ। ਉਸਤਾਦ ਜੀ ਵੱਡੇ ਨੇ ਮੇਰੇ, ਪੜ੍ਹਿਆ ਲਿਖਿਆ ਮੈਂ। ਉਹਨੇ ਕੈਮਰਾ ਮੂੰਹ 'ਚ ਪਾਤਾ ਤੇ ਹੁਣ ਟੀਵੀ ਤੇ ਵੇਖਣ ਡਿਆ ਹਾਂਜੀ ਇੰਜ ਕਰਕੇ ਕਰਨ ਡਿਆ। ਕੈਮਰਾ ਕਦੇ ਐ ਨੂੰ ਜਾ ਰਿਹਾ, ਕਦੇ ਐ ਨੂੰ ਜਾ ਰਿਹਾ। ਉਸਤਾਦ ਜੀ ਸੱਚੀ ਮੁੱਚੀ ਉਹ ਵਲੌਗ ਨਹੀਂ ਸੀ ਬਣਾਉਣ ਡਿਆ, ਉਹ ਹੁੰਦਾ ਉਹ ਈਐਨਟੀ ਦਾ ਹੁੰਦਾ ਛੋਟਾ ਕੈਮਰਾ। ਹੁਣ 2027 ਜਿਹੜਾ ਆਉਣਾ, ਤੁਹਾਨੂੰ ਪਤਾ, ਮੈਂ ਪਹਿਲੇ ਦੱਸ ਦੇਣਾ ਤੁਹਾਨੂੰ, ਡਰੋਨ ਕੈਮਰਾ ਆ ਰਿਹਾ 2027 ਸਿੱਧਾ ਤੁਹਾਡੇ ਲਾਉਣਾ। ਸਾਡੇ ਵੱਲ ਨਹੀਂ ਇਹ ਆਣਾ। ਪਹਿਲੇ ਦੱਸਣ ਡਏ। ਤਰੱਕੀ ਦੀ ਗੱਲ, ਡਰੋਨ ਕੈਮਰਾ ਉਸਤਾਦ ਜੀ ਆ ਰਿਹਾ।
ਹੋ ਜਾ ਹਾਂ ਉਹ ਕਿਹੜਾ ਹੁੰਦਾ ਵਾ? ਰਿਮੋਟ ਨਹੀਂ ਹੁੰਦੇ ਜਿਹੜੇ ਰੋਬੋਟ ਜਿਹੜੇ ਕੰਮ ਕਰਦੇ, ਇਹੀ ਰੋਬੋਟ ਟੈਪ ਕੈਮਰਾ ਹੋਏਗਾ ਜਿਹੜਾ ਤੁਸੀਂ ਕੋਈ ਵੀ ਆਪਰੇਟ ਕਰਾਉਣਾ ਨਾ, ਉਹਨਾਂ ਨੇ ਉਹਦਾ ਫੰਕਸ਼ਨ ਲਾ ਕੇ ਮੂੰਹ 'ਚ ਸਿੱਟਣਾ, ਉਹ ਜਾ ਕੇ ਆਪੇ ਹੀ ਉਹ ਜਿਹੜਾ ਹੁੰਦਾ ਰੋਬੋਟ ਕੈਮਰਾ ਰੋਬੋਟ, ਉਹ ਜਾ ਕੇ ਉਸੇ ਹੀ ਚਲਾ ਜਾਏਗਾ ਜਿੱਥੇ ਤੁਸੀਂ ਭੇਜੋਗੇ। ਹਾਂਜੀ। ਰੋਬੋਟ ਨੂੰ ਕਹੋਗੇ ਦਿਲ ਦਾ ਆਪਰੇਟ ਕਰੇ, ਉਹ ਦਿਲ ਦੇ ਵਿੱਚ ਜਾ ਕੇ ਉਹ ਕਹੇਗਾ ਭਾਜੀ ਥੋੜਾ ਜਿਹਾ ਆਵਾਜ਼ ਦੇਗਾ ਕਿ ਯਾਰ ਥੋੜਾ ਜਿਹਾ ਮਸਲਾ ਵਾ, ਇਹ ਫਲਾਣੀ ਸ਼ਾਇਦ ਟੋ ਫਲਾਣੀ ਸ਼ਾਇਦ ਜੋ ਵੀ ਉਹਦੇ ਨਾਲ ਹੋਣਾ ਸਿਸਟਮ ਸਾਰਾ ਰੋਬੋਟ ਦੇ ਨਾਲ ਹੋਏਗਾ। ਘਰ ਦੇ ਵਿੱਚ ਕੋਈ ਪਰਸਨਲ ਗੱਲ ਹੁੰਦੀ ਹੋਵੇ ਨਾ, ਉਹ ਕਹਿੰਦੇ ਚਲੋ ਫੈਸਲ ਨੂੰ ਜਾਣ ਦਾ ਫੇਰ ਕਰਦੇ ਇਹਨੂੰ ਕਿੰਨਾ ਪਤਾ ਵਾ। ਰਿਪੋਰਟ ਬੁੱਲਾਂ ਕੋ ਆ ਕੇ ਕੈਂਚੀ ਪੜਾਈਓ ਜਰਾ ਅੰਦਰ ਨਾੜ ਕੱਟਣੀ ਇੱਕ। ਏਦਾਂ ਦਾ ਮਹਿੰਗੇ ਹਸਪਤਾਲ ਵੀ ਜਿਹੜਾ ਡਾਕਟਰ ਹੁੰਦਾ ਵਾ, ਜਿਹੜਾ ਪਤਾ ਹੀ ਨਹੀਂ ਤੈਨੂੰ ਫਿਰ ਇਲਾਜ ਦੱਸਣ ਤੇ ਦੇ ਆ, ਫਿਰ ਤੂੰ ਤਾਜੀ ਇਹ ਕੋਈ ਕਰੂਗਾ ਤੇ ਫਿਰ ਯਾਰ ਮੇਰੀ ਗੱਲ ਸੁਣਨਾ, ਅੱਜ ਤੂੰ ਪਹਿਲੇ ਨਾ ਆਪਣੇ ਰੌਂਗਟਿਆਂ ਦਾ ਇਲਾਜ ਕਰਾ। ਰੋਂਗਟੇ ਖਲੋਦੇ ਹੀ ਬਹੁਤ ਕਸਮ ਵਾਲੀ ਗੱਲ ਜੇ ਇਹਨੇ ਰੋਂਗਟੇ ਖਲੋਂਦੇ, ਰੋਂਗਟੇ ਆਪਸ ਚ ਗੱਲਾਂ ਕਰਨੇ ਯਾਰ, ਕਿਸੇ ਠੰਡੇ ਬੰਦੇ ਕੋਲ ਜਾਂਦੇ ਤੇ ਖਲੋਂਦਾ ਹੀ ਬਹੁਤ। ਨਹੀਂ ਰੌਂਗਟੇ ਖੜੇ ਤਾਂ ਆਪਸ ਕਹਿੰਦੇ ਸਾਨੂੰ ਖਿਲਾਰ ਕੇ ਆਪ ਸੁੱਤਾ ਜੇ ਇੱਕ ਰੌਂਗਟਾ ਇਹਦੇ ਮੁੰਡੇ ਨੇ ਸਹੇਲ ਕਿਤੇ ਕੰਮ ਜਾਣਾ ਸੀ, ਵੇਖਣੇ ਆਬੂ ਤੇ ਰੌਂਗਟੇ ਤਾਂ ਨਹੀਂ ਖੜੇ ਕਿਤੇ। ਇੱਕ ਰੌਂਗ ਇਹ ਸਕਿਨ ਤੇ ਕੋਈ ਮਲਮ ਨਹੀਂ ਲਾ ਸਕਦਾ। ਹੁਣ ਰੌਂਗਟੇ ਖੜੇ ਹੁੰਦੇ ਉਹਨਾਂ ਨੂੰ ਮਾਰਦਾ, ਤੁਸੀਂ ਤੇ ਬਹਿ ਜਾਓ ਬਹਿ ਜਾਓ। ਰੌਂਗਟੇ ਖੜੇ, ਇੱਕ ਰੌਂਗਟਾ ਲੇਟ ਹੋ ਗਿਆ ਇੰਜ ਖੜਾ ਹੁੰਦੇ। ਆਹ ਇਹਦੇ ਸਾਰੇ ਰੌਂਗਟੇ ਖੜੇ ਹੋ ਗਏ, 2 ਰੌਂਗਟੇ ਲੇਟ ਹੋ ਗਏ, ਪਿੱਛੋਂ ਭੱਜਿਆ ਕਹਿੰਦੇ ਯੈਸ ਸਰ। ਇੱਕ ਮਹਿਮਾਨ ਘਰ ਆਇਆ, ਉਹਨੂੰ ਪੁੱਛਣੇ ਉਹ ਚੌਕ 'ਚ ਮੇਰੇ ਰੌਂਗਟੇ ਤਾਂ ਨਹੀਂ ਸੀ ਖੜੇ ਕਿਤੇ। ਯਾਰ ਇਹਦੇ ਰੌਂਗਟੇ ਪਤਾ ਨਹੀਂ ਅੰਨੇ ਆ ਯਾਰ, ਹਰ ਬੇਟਾਈਮੀ ਗੱਲ ਤੇ ਖੜੇ ਹੋਏ ਨੇ। ਸ਼ੁਗਲੀ ਗੱਲ ਤਾਂ ਖੜੇ ਹੋ ਗਏ ਯਾਰ ਹਸਾਸ ਆ ਮੈਂ ਹਸਾਸ ਹਸਾਸ ਨਹੀਂ, ਪਿੰਡੇ ਦੇ ਕੂਚੀ ਨਹੀਂ ਵੱਜੀ। ਉਹ ਮੈਲ ਨਾਲ ਖੜੇ ਹੋਏ। ਉਹ ਇੰਜ ਮਾਰਿਆ ਕਰੋ ਇੰਜ ਲੱਗੇ ਇਹ ਮੈਂ ਹਸਾਸ ਆਦਮੀ ਆ, ਮੈਂ ਗੱਲ ਫੀਲ ਕਰਦਾ, ਗੱਲ ਮਹਿਸੂਸ ਕਰਦਾ ਵਾਂ, ਕੋਈ ਜ਼ੁਲਮ ਨਹੀਂ ਵੇਖ ਸਕਦਾ ਮੈਂ, ਫੇਸਬੁੱਕ ਨਹੀਂ ਵੇਖਦਾ ਯਾਰ। ਯਾਰ ਇੱਕ ਉਹਨੇ ਕੱਲੇ ਬੰਦੇ ਨਹੀਂ ਹੁੰਦੇ, 50 ਬੰਦੇ ਦੇ ਰੌਂਗਟੇ ਕੱਲੇ ਨੂੰ ਲੱਗੇ ਹੋਏ ਆ। ਅਖਬਾਰ ਪੜ੍ਹਾ ਮੈਂ ਉਸਤਾਦ ਜੀ, ਤੇ ਰੌਂਗਟੇ ਖੜੇ ਹੋਏ ਨੇ। ਹਾਂਜੀ ਮੈਂ ਪਿੱਛੋਂ ਦੇਖਦੇ ਕੀ ਪੜਨ ਡਿਆ। ਬੜਾ ਹਸਾਸ ਆ, ਫੀਲ ਕਰਦਾ ਮੈਂ ਯਾਰ, ਤੁਹਾਨੂੰ ਤੇ ਪਤਾ ਹੀ ਨਹੀਂ। ਤੇਰਾ ਮੈਂ ਸੁਣ ਕੇ ਮੈਂ ਯਕੀਨ ਕਰ, ਮੈਂ 15-20 ਮਿੰਟ ਉਸਤਾਦ ਦੇ ਗਲੇ ਲੱਗ ਕੇ ਰੋਇਆ। ਨਹੀਂ ਬੜਾ ਪਰੇਸ਼ਾਨ ਆ ਤੇਰਾ। ਫੈਸਲ ਨੂੰ ਦੁੱਖ ਹੋਇਆ ਤੇਰਾ। ਅੱਛਾ ਹੁਣ ਕੀ ਕਰਨਾ? ਚਲੋ ਛੱਡ ਦੋ। ਪਰੇਸ਼ਾਨੀ ਮੈਨੂੰ ਸੀ ਤਾਂ ਜੀ ਮੈਂ ਅੱਛਾ ਹੁਣ ਕੀ ਕਰਨਾ? ਹੁਣ ਕਰਨਾ ਇਹ ਹੈ ਕਿ ਜਿੰਨੇ ਦਵਾ ਦਵ ਹੋ ਸਕਦਾ ਨਾ ਇਹਦੇ ਕੋਲੋਂ ਸ਼ੋਅ ਰਿਕਾਰਡ ਕਰ ਲਓ। ਕਿਉਂ ਜੀ? ਸਹੀ ਗੱਲ ਹੈ। ਜੇ ਤੇਰੀ ਆਵਾਜ਼ ਇੱਕਦਮ ਬੰਦ ਹੋ ਗਈ ਤੇ ਯਾਰ ਉਸਤਾਦ ਜੀ ਉਹ ਗਾਣਾ- ਆ ਕਿੱਦਾਂ ਦਾ ਮਸ਼ਵਰਾ ਦੇਣ ਡਿਆ ਵਾ। ਯਾਰ ਮੈਂ ਤੈਨੂੰ ਨਿਕਾ ਜਾਂ ਆਖਰਲਾ ਇਲਾਜ ਦੱਸਣਾ ਹੀ, ਇਸ ਤੋਂ ਬਾਅਦ ਮੈਂ ਦੁਬਈ ਚਲਾ ਵੀ ਜਾਵਾਂ ਨਾ, ਹਾਂਜੀ ਹੇਠ ਉੱਪਰ ਤੁਸੀਂ ਨਾ ਕੋਈ ਸ਼ੋਅ ਕਰਾ ਲਓ, ਹਾਂਜੀ ਹਾਂਜੀ ਔਰ ਹਰ ਸ਼ੋਅ ਹੀ ਸਮਝਣਾ ਕਿ ਆਖਰੀ ਇਹ ਕਰਾਈ ਜਾਓ, ਜਿੰਨਾ ਵੀ ਹੋ ਸਕੇ ਰਾਤ ਵੀ ਨੂੰ ਘਰ ਨਾ ਜਾਣ ਦਿਓ। ਠੀਕ ਹੈ ਸਰ। ਮਿੱਠੇ ਤੂੰ ਭਲਾ ਕੀ ਕਰਨਾ ਵਾ, ਤੇ ਤੂੰ ਨਾ ਆਪਣੇ ਪੀਰਾਂ ਦੇ ਸਾਹਮਣੇ ਆ ਜਿਹੜੀ ਲੱਤ ਨਾ ਇਹ ਏਦਾਂ ਮੋਢੇ ਤੇ ਰੱਖ ਕੇ ਤੇ ਤਾਂ 15 ਮਿੰਟ ਬਹਿਣਾ ਸਾਰੀ। ਤੇ ਹੱਥਾਂ 'ਚ ਜੋੜਨੇ ਵੀ ਆ। ਤੇ ਹਾਂ ਇੱਕ ਜੋੜ ਕੇ ਬਹਿਣਾ ਵਾ। ਉਸ ਤੋਂ ਬਾਅਦ ਤੂੰ 20 ਰੁਪਏ ਦੇ ਭੁੱਜੇ ਦਾਣੇ ਖਾਣੇ। ਉਹ ਮਾਮਾ ਏਦਾਂ ਲੱਤ ਤਾਂ ਕਰਕੇ ਮੇਰਾ ਤਾਲਾ ਜਿਹਾ ਬਣ ਜਾਣਾ। ਉਹ ਨਹੀਂ ਤਾਲਾ ਬਣਦਾ ਇਸ ਚੀਜ਼ ਦਾ ਜ਼ੋਰ ਪੈਂਦਾ ਨਾ, ਬੜਾ ਫਰਕ ਪੈਂਦਾ ਇਦਾਂ। ਇਹ ਗਲਾ ਠੀਕ ਵੀ ਹੋ ਗਿਆ ਨਾ, ਜ਼ਿਹਨੀ ਤਵਾਜ਼ਨ ਵੀ ਇਹਦਾ ਜਾ ਸਕਦਾ ਵਾ। ਇਹ ਕੁਝ ਜ਼ਿਆਦਾ ਤੋਂ ਜ਼ਿਆਦਾ ਮਸ਼ਿਆਰੀ ਲਿਖਵਾ ਕੇ ਤੇ ਕਰਾ ਲਓ। ਮੈਂ ਨਾਮ ਹੀ ਤੁਸੀਂ ਮੇਰਾ ਨਹੀਂ ਵੇਟ ਕਰਨਾ। ਓਕੇ ਸਰ ਜੀ, ਸਾਹ ਦਾ ਕੋਈ ਵਸਾ ਨਹੀਂ ਆ। ਸਾਹ ਦਾ ਨਹੀਂ, ਇਹ ਜਿੰਦਾ ਵੀ ਰਿਹਾ, ਸਾਡੇ ਕਿਸੇ ਕੰਮ ਦਾ ਨਹੀਂ ਹੋਣਾ। ਇਹਦਾ ਦਿਮਾਗ ਫਿਰ ਗਿਆ ਵਾ। ਕੰਮ ਨਹੀਂ ਪਿਆਰਾ ਉਸਤਾਦ ਜੀ। ਯਾਰ ਨਹੀਂ ਉਹਨਾਂ ਨੇ ਕਿਹਾ ਕਿ ਇਹਦਾ ਫੁੱਲ ਖਿਆਲ ਰੱਖਣਾ, ਚੱਲ ਵੀ ਜਾਵਾਂ ਤੇ ਇਹਦਾ ਪੂਰਾ ਧਿਆਨ ਰੱਖਣਾ। ਤੂੰ ਨਸ਼ੀ ਪਾਈ ਆ, ਨਸਵਾਰੀ ਰੰਗ ਵਾਲੇ ਤੂੰ ਨਸ਼ੀ ਪਾਈ ਆ। ਉਹ ਇੱਕ ਮਿੰਟ ਉਸਤਾਦ ਜੀ ਗੱਲ ਇਹ ਹੈ ਕਿ ਖਰਚਾ ਜਿੰਨਾ ਮਰਜ਼ੀ ਹੋਵੇ, ਐਦੇ ਖਾਣਾ ਮੈਂ ਦੇਣਾ ਵਾ। ਰੋਟੀ ਕੁੜਮਾਲ ਹੁੰਦੀ ਆ। ਆਪਣਿਆਂ ਨੂੰ ਪਹਿਲਾਂ ਹੀ ਕਹਿ ਦੀ ਕਿ ਗੁੱਜਰ ਨੇ ਰੋਟੀ ਦੇਣੀ। ਹਾਏ ਹਾਏ ਹਾਏ। ਤੇ ਅਸੀਂ ਮੈਂ ਐਵੇਂ ਪੁੱਤਰ ਬਣਾਇਆ ਇੰਨੇ ਸਾਲ। ਤੁਹਾਡੀ ਵੀ ਜ਼ਿੰਮੇਵਾਰੀ ਉਸਤਾਦ ਜੀ। ਤੁਸੀਂ 2 ਪਰੌਠੇ ਰੱਖ ਦੇਣਾ ਰੋਟੀ 'ਚ। ਤੁਹਾਡੀ ਕੀ ਮਤਲਬ ਜ਼ਰੂਰਤ ਹੈ? ਮੈਂ ਉਤੋਂ ਤੋਂ ਕਹਿ ਰਿਹਾ ਵੀ ਮੇਰਾ ਪੁੱਤਰ ਆ। ਨਹੀਂ ਉਸਤਾਦ ਜੀ ਤੁਸੀਂ ਮੰਨਦੇ। ਓਏ ਜਵਾਨ ਪੁੱਤਰ ਦਾ ਤੈਨੂੰ ਪਤਾ ਕੀ ਦੁੱਖ ਹੁੰਦਾ? ਯਾਰ ਮਿੱਠੇ ਯਾਰ ਪਹਿਲਾਂ ਸਾਰੇ 25,000 ਪਾਓ, ਇਹਦੇ ਤੇ ਰੌਂਗਟੇ ਬਿਠਾਈਏ ਨਾ ਕਿਸੇ ਤੇ। ਉਹ ਕਿੱਦਾਂ ਪਾਉਣੇ? ਉਹ ਆਪਰੇਸ਼ਨ ਕਰਾਉਣੇ ਆ। ਤੂੰ ਹੱਥ 'ਚ ਥੋੜੀ ਫੜ ਕੇ ਰੱਖ, ਜਿੱਥੇ ਰੌਂਗ ਰੱਖ ਲਓ ਉੱਥੇ ਐ ਕਰਕੇ। ਨਹੀਂ ਇਹਦੀ ਖੱਲ ਬਦਲਵਾ ਦਿੰਦੇ ਆ, ਰਿਚ ਦੀ ਖੱਲ ਪਾਉਂਦੇ। ਮੈਂ ਪਿੱਠੇ ਤੋਂ ਬਗੈਰ ਚੋਰੀ ਕਰ ਸਕਦਾ ਹੁੰਦਾ। ਪਿੱਟਾ ਜੇ ਨਾ ਹੋਇਆ ਪੈਰਾਂ ਕੀ ਬਣਦਾ? ਦੇਖਭਾਲ ਫੜ ਕੇ ਨਾ ਇਹਨਾਂ ਦੇ ਮੈਂ ਕੀ ਕਰੂੰਗਾ? ਮੈਂ ਕੀ ਕਰੂੰਗਾ? ਉਹ ਭਰਾਵਾ ਮਿੱਦੇ ਡੱਡੂ ਵਰਗਾ ਮੂੰਹ ਨਾ ਕਰੋ। ਲੈ ਕੇ ਖਿਆਲ ਇੰਨੇ ਰੌਂਗਟੇ ਖੜੇ ਹੁੰਦੇ, ਉਹਨਾਂ ਮੱਛੀ ਛਿੱਲਣ ਦੇ ਆਇਆ ਕਹਿੰਦਾ ਪੁੱਠੇ ਸਰਾ ਫੇਰ ਕਾ ਮੂੰਹ ਕਰ ਲਿਆ। ਮੈਂ ਇੱਥੇ ਹੀ ਹਾਲੇ। ਪਿੱਠੇ ਜੋ ਵੀ ਹੈ ਵੀਰੇ, ਮੈਂ ਤੈਨੂੰ ਬਹੁਤ ਮਿਸ ਕਰਾਂਗਾ। ਅੱਛਾ ਯਾਰ ਮੇਰੇ ਇਹਨੇ ਪਿੱਠੇ ਉੱਤੇ ਜਾ ਕੇ ਮੇਰੇ ਚੋ ਕਿੰਨਾ ਲੱਗਦਾ ਮਲਕ ਨੂੰ? ਮੈਂ ਕਹਦਾ ਲੱਠੇ ਦਾ ਕਿੰਨਾ ਲੱਗਦਾ? ਉਹ ਤਾਂ ਜੀ ਮੇਰੇ ਵੱਲੋਂ
ਉਦੋਂ 9 ਗਜ ਸੁਣਿਆ ਵਾ ਲੇਕਿਨ ਮੌਲਵੀ ਸਾਹਿਬ ਕੋਲੋਂ ਕਨਫਰਮ ਕਰ ਲਿਓ। ਉਹ ਭਾਜੀ ਕਿਤੇ ਡਬਲ ਕੋਡ ਕਰਨਾ 9 ਗਜ 3 ਗਜ 3-4 ਹਜ਼ਾਰ ਡਬਲ ਫੋਲਡ ਕਰ ਦੇਣਾ 3-4 ਗਜ ਹੁੰਦਾ ਵਾ ਮਿੱਠੇ ਮੇਰੇ ਅੱਬੂ ਨੂੰ ਸਲਾਮ ਕਹੀ ਉੱਤੇ। ਹਾਂਜੀ ਪਰ ਜੋ ਉੱਥੇ ਉਹਨਾਂ ਦਾ ਹੋਣ ਡਈ ਹੈ ਨਾ ਮੈਨੂੰ ਉਧਰ ਉਹਨੂੰ ਜਾਣ ਵੀ ਨਹੀਂ ਦੇਣਾ। ਉਹ 2 ਨੰਬਰੀ ਜੇਲ੍ਹ ਚ ਨੇ ਬਸ ਵੀ ਇੱਥੋਂ ਬੜਾ ਕਿਤੇ ਬਾਹੂਬਲੀ ਬਣ ਕੇ ਗਿਆ। ਪਰ ਮੈਨੂੰ ਇੱਕ ਗੱਲ ਦਾ ਸ਼ੱਕ ਹੈ ਕਿ ਮਿੱਠੇ ਨੂੰ ਨਾ ਬਾਸ ਸਾਹਿਬ ਰੂਪ ਬੜਾ ਚੜਨਾ ਜੀ। ਭਾਜੀ ਦੇਖ ਲਿਓ ਭਾਵੇਂ। ਮੈਂ ਕਰਜ਼ ਚੜਾ ਲੂੰ ਆਪਰੇਸ਼ਨ ਲਾਜ਼ਮੀ ਕਰਾਉਣਾ ਮੈਂ ਮਰਨ ਨਹੀਂ ਲੱਗਾ। ਤੂੰ ਰੈੱਡ ਬੋਡੀ ਪੈਕ ਵੀ ਕਰਦੀ ਤਬੂਤ ਦੇਣਾ ਹੋਣਾ ਤੂੰ। ਨਹੀਂ ਤਬੂਤ ਨਹੀਂ ਤੈਨੂੰ ਜੁਮੇ ਦਾ ਦਿਨ ਹੋਣਾ ਹੀ ਮੈਨੂੰ ਪੁੱਛ ਲਾ। ਇਹਨਾਂ ਦਾ ਪਤਾ ਨਹੀਂ ਸਾਤਾ ਹੁੰਦਾ ਕਿ ਨਹੀਂ। ਤੁਹਾਡੇ ਮੁਗਲਾਈ ਹੁੰਦੀ ਹਾਂ ਹੁਣ ਸਾਦਾ ਕਹਿੰਦੇ ਹਾਂ ਸਾਥੀ ਹੁੰਦੇ ਨੇ ਉਹਦੇ। ਸਾਜੀ ਮਤਲਬ ਜੀ ਉਹਨਾਂ ਨੂੰ ਇਹਨੂੰ ਕਹਿ ਦੋ ਕਿ ਮਿਰਜ਼ਾ ਫੈਮਿਲੀ ਉਧਰ ਮੇਰੇ ਮਾਮੂ ਵੀ ਪਿਛਲੇ ਦਿਨਾਂ 'ਚ ਅੱਛਾ ਵੀ ਹੁਣ ਤੇ ਮੌਸਮ ਠੰਡਾ ਵਾ, ਜੇ ਗਰਮੀਆਂ ਹੋਈਆਂ ਤੇ ਪੱਖੇ ਅੰਦਰੋਂ ਸਾਰੇ ਲੈ ਕੇ ਜਾਣੇ। ਗਾਣੇ ਹਾਂਜੀ ਹਾਂਜੀ ਤਾਜੀ ਤੇ ਬਰਫ਼ ਤੁਹਾਨੂੰ ਪਤਾ ਕਿੰਨੀ ਲੱਗਣੀ ਤੇ ਓਏ ਭਾਜੀ ਮੈਂ ਤੇ ਕਹਿੰਦਾ ਨਾਈ ਨਾ ਆਪਣਾ ਆ ਹੀ ਠੀਕ ਆ ਕੁੱਕ। ਇਹ ਹਾਂਜੀ ਉਹ ਮੈਂ ਪਕਾ ਲੈਣੀਆਂ ਦੇਗਾ 9.5 ਲੱਖ ਚ ਪੈਣੀ ਮੌਤ ਮਿੱਠੇ। ਭਾਜੀ ਮਰਨ ਤੋਂ ਬਾਅਦ ਨਾ ਜ਼ਿਆਦਾ ਦੇਰ ਰੱਖਣਾ ਨਹੀਂ। ਮੈਂ ਜੀਂਦੇ ਦੇ ਬਾਰੇ ਚ ਵੀ ਰਾਏ ਉਸਤਾਦ ਮੈਂ ਤੇ ਜੀਂਦੇ ਨੂੰ ਵੀ ਨਹੀਂ ਸੀ ਰੱਖਣਾ ਚਾਹੁੰਦਾ। ਬਸ ਅੱਲਾ ਖੈਰ ਕਰੇ ਚੱਲ। ਅਲ ਫਤਿਹ ਗਰਾਊਂਡ ਫਾਈਨਲ ਕਰ ਲਈ ਤੇ ਕਿਹੜੀ ਅਲ ਫਤਿਹ ਗਰਾਊਂਡ ਅਲ ਫਤਹ ਗਰਾਊਂਡ ਉੱਥੇ ਉਸਤਾਦ ਜੀ ਉਹਦਾ ਮਾਸ਼ਾਅੱਲਾ ਉੱਥੇ ਟੀਪੂ ਸੁਲਤਾਨ ਮਰਨਾ ਅਲ ਫਤਹ ਗਰਾਊਂਡ। ਜੀ ਪੂਰਾ ਮੱਲਾ ਭਾਈ ਮਿੱਠੇ ਨੂੰ ਬਹੁਤ ਪਿਆਰ ਕਰਦਾ ਵਾ। ਸਾਰਿਆਂ ਨੇ ਆਉਣਾ, ਸਾਰਿਆਂ ਨੇ ਫੋਨ ਕਰ ਕਰਕੇ ਲੇਕਿਨ ਤੂੰ ਨਹੀਂ ਆਉਣਾ। ਮੈਂ ਤੈਨੂੰ ਸਪੈਸ਼ਲ ਆਪਣੀ ਅੰਮੀ ਜੀ ਨੂੰ ਕਹਿ ਜਾਗਾ ਇਹਨੂੰ ਮਨ ਵਾਲਾ ਕਾਰਡ ਪਾ ਦਿਓ। ਅੱਛਾ ਵੀ ਉੱਤੇ ਦੀ ਆਵਾਜ਼ ਠੀਕ ਆ, ਤੂੰ ਉਧਰ ਉਹ ਮੈਂ ਨਾਲ ਜਾਣਾ ਉਹਦੀ ਜਰਾ ਅੱਛੀ ਰੈਸਲ ਕਰ ਲਾ। ਹੁਣੇ ਕਰਕੇ ਦਿਖਾ ਕਹਿ ਯਾਰ। ਕਹਿ ਪੁੱਤ ਜੇ ਮੈਂ ਤੇਰਾ ਗੁੱਟ ਨਾ ਫੜ ਲਿਆ ਤਾਂ ਗੱਲ ਕਰੀ ਪਤਾ ਜਾਣਾ ਪੈਣਾ। ਨਹੀਂ ਮੈਂ ਅਗਲੇ ਹਫਤੇ ਭਾਈ ਉਸ ਡਾਕਟਰ ਕੋਲ ਮੈਂ ਜਾਣਾ ਹੀ। ਮੈਂ ਡਾਕਟਰ ਸਾਹਿਬ ਪੂਰਨਮ ਬਾਦਸ਼ਾਹ ਸਾਡੇ ਵੱਲੋਂ ਹੱਥ ਜੋੜ ਲਿਆ ਆਪਾਂ, ਕੋਈ ਰੌਲਾ ਨਹੀਂ। ਮੇਰਾ 4000 ਫੀਸ ਜਦ ਜਾਵੇ। ਉਹ ਯਾਰ ਟੈਨਸ਼ਨ ਨਹੀਂ ਹੈਗੀ। ਮੇਰੇ ਦੋਸਤ ਨੇ ਸਾਜੀ ਨੱਕ ਦਾ ਹੀ ਆਪਰੇਸ਼ਨ ਕਰਾਇਆ, ਗਲੇ ਦਾ ਵੀ ਕਰਾਇਆ, ਕੰਨ ਦਾ ਵੀ ਕਰਾਇਆ। ਉਹਨੂੰ ਪੁੱਛ ਮੂੰਹ ਵੇਚਣਾ ਆਪਣਾ ਉਹ ਯਾਰ ਸਾਰਾ ਤਾਂ ਕਲੀਅਰ ਆ ਮੇਰਾ ਲੈ ਲਵੇ ਫਿਰ ਉਹ। ਅੱਛਾ ਸਾਰਾ ਮੂੰਹ ਕਲੀਅਰ ਆ, ਉਹ ਮੂੰਹ ਮੈਨੂੰ ਦੇ ਦੇ। ਆਹ ਮੂੰਹ ਨਹੀਂ ਭਾਜੀ ਦੇਖੋ ਯਾਰ ਮੇਰੀ ਗੱਲ ਸੁਣੋ। ਜੁਗਨੂ ਬਾਦਸ਼ਾਹ ਇੱਕ ਮਿੰਟ ਆ ਜਾ। ਜੁਗਨੂ ਬਾਦਸ਼ਾਹ ਤੁਹਾਡੇ ਚ ਬਹੁਤ ਅੱਛੇ ਡਾਕਟਰ ਨੇ। ਰੌਲਾ ਤੇਰਾ ਭਾਜੀ ਦੱਸ ਦੇ। ਹਾਂ ਦੱਸ ਦੇ ਭਾਜੀ। ਅਸੀਂ ਕੋਈ ਜਿਹੜਾ ਬੈਸਟ ਤੋਂ ਬੈਸਟ ਸਾਨੂੰ ਮਿਲਿਆ ਅਸੀਂ ਉਹ ਕਰਾਵਾਂਗੇ। ਸਾਨੂੰ ਅੱਗੋਂ ਮਸ਼ਵਰਾ ਨਹੀਂ ਦੇਣਾ ਕਿ ਫਲਾਂ ਜਗ੍ਹਾ ਇੱਕ ਹਸਪੀਟਲ ਜਿਹੜਾ ਆਪ ਕਰਦਾ ਹੋਵੇ, ਆਪ ਕੋਈ ਡਾਕਟਰ ਹੋਵੇ, ਕੋਈ ਆਪ ਕੋਈ ਸਰਜਨ ਹੋਵੇ ਸਾਡਾ ਵੀਰ। ਉਸਤਾਦ ਜੀ ਮੱਛਲੀ ਫਾਰਮ 'ਚ ਇੱਕ ਬੱਚੇ ਨਾਲ ਦੁਰਘਟਨਾ ਹੋਈ ਸੀ ਇਹ ਵਾਲੀ ਅੱਲਾ ਮਾਫੀ। ਐਦਾ ਕਰ ਗਲੇ ਲਈ ਓਏ ਮਿੱਠੇ ਫੇਰ ਬੋਲੋ ਉਹ ਖਲੋ ਗਿਆ ਯਾਰ, ਇਹਨਾਂ ਨੂੰ ਕਿਤੇ ਭੇਜ ਕੇ ਗੱਲ ਕਰੋ। ਲਿਆ ਮੈਂ ਕੱਟ ਦੇ। ਇਹਨਾਂ ਨੂੰ ਤੇ ਛੁੱਟੀ ਹੋਣ ਲੱਗੀ ਫਟਾਫਟ ਕਲੋਜ਼ ਜਾਂਦੇ। ਅੱਛਾ ਉਸਤਾਦ ਮੁਹਤਰਮ ਉਹ ਡਾਕਟਰ ਜਿਹੜਾ ਮਰਜ਼ੀ ਦੁਨੀਆ ਦਾ ਸਭ ਤੋਂ ਕਾਬਲ ਡਾਕਟਰ, ਸਭ ਤੋਂ ਫਾਈਨਲ ਡਿਗਰੀ ਜਿਹੜੀ ਹੈ ਨਾ PhD ਦੀ, ਸਭ ਤੋਂ ਫਾਈਨਲਿਸਟ ਤੋਂ ਅੱਗੇ ਕੋਈ ਡਿਗਰੀ ਨਹੀਂ। ਯਾਨੀ ਕਿ ਅੱਛਾ ਇਹ ਜਿਹੜਾ ਨੇ ਮਰਨ ਤੋਂ ਬਾਅਦ ਡੋਨੇਟ ਕਰ ਦਿੰਦੇ ਚੀਜ਼ਾਂ, ਹਾਂਜੀ ਹਾਂਜੀ ਉਹ ਦੋਵੇਂ ਗੁਰਦਿਆਂ ਦਾ ਇਹਦਾ ਹਿਸਾਬ ਲਵਾ ਦੇ। ਠੀਕ ਹੈ। ਠੀਕ ਹੈ 2-2 ਲੱਖ ਦਾ 4-4 ਲੱਖ। ਹਾਂ ਸਭ ਤੋਂ ਮਹਿੰਗੀ ਇਹਦੀ ਜ਼ੁਬਾਨ ਵਿਕਣੀ। ਤੁਸੀਂ ਮੇਰੀਆਂ ਸਾਰੀਆਂ ਚੀਜ਼ਾਂ ਡਿਲੀਟ ਕਰ ਦੇਣਾ। ਮੈਨੂੰ ਮਰੀ ਵਾਲਾ ਬੈਗ ਜਿਹਾ ਬਣਾ ਕੇ ਨਾ ਇੰਜ ਕਰਕੇ ਕਿਤੇ ਸੁੱਟ ਦੇਣਾ ਪਹਾੜ ਤੋਂ, ਦਫਨਾਇਓ ਨਾ ਫਿਰ ਮੈਨੂੰ। ਅੱਖਾਂ ਕਿੰਨੇ ਦੀਆਂ ਵਿਕ ਜਾਣਗੀਆਂ? ਅੱਖਾਂ ਵਿੱਚ ਸਾਜੀ 2 ਲੱਖ ਦਾ ਇੱਕ ਡੇਲਾ ਪੱਕਾ। ਨਹੀਂ ਨਹੀਂ 10 ਲੱਖ ਦੀਆਂ। ਕਿੰਨੇ ਦੀਆਂ? ਇਹ 10 ਲੱਖ ਦੀਆਂ ਸਾਜੀ। 10 ਲੱਖ। ਉਹ ਫਿਊਚਰ ਵੇਖ ਲੈਂਦੀਆਂ 10 ਲੱਖ ਦੀਆਂ ਪਹਿਲੇ ਨਾਰਮਲ। ਉਸਤਾਦ ਜੀ ਅੰਨਾ ਸਵੇਰੇ ਆਉਂਦਾ ਤਾਂ ਆਪਣੇ ਗੇਟ 'ਚ ਵੱਜ ਕੇ ਉਹਨੂੰ ਪਤਾ ਲੱਗਦਾ ਦਫ਼ਤਰ ਆ ਗਏ। ਕਦੀ ਬੈਲ ਤੇ ਨਹੀਂ ਦਿੱਤੀ ਉਹਨੇ। ਸਾਜੀ ਮੋਟਰਸਾਈਕਲ ਖਿਲਾਰ ਕੇ ਤੇ ਨਾਲ ਦੀ ਨੂੰ ਲਾਖ ਲਾ ਜਾਂਦਾ। ਉਹ ਵੀ 1500 ਦੀ ਵਿਕ ਜੇ ਬੜੀ ਗੱਲ। ਲੈ ਵੈਸੇ ਮੈਨੂੰ ਨਹੀਂ ਪਤਾ ਮੈਂ ਚੇਂਜ ਫਾੜਦਾ। ਜਿਹੜਾ ਇਹਦੀ ਇੱਕੋ ਚੀਜ਼ ਦੇ ਪੈਸੇ ਵੱਟੇ ਜਾਣੇ, ਉਹ ਆ ਜ਼ੁਬਾਨ। ਬਸ ਤੇ ਜ਼ੁਬਾਨ ਮੈਂ ਮਰਨ ਤੋਂ ਬਾਅਦ ਵੀ ਮੂੰਹ ਨਹੀਂ ਖੋਲਣਾ ਦੇਖਿਓ। ਸਾਜੀ ਪਾਕਿਸਤਾਨ ਦੇ ਮਿਊਜ਼ੀਅਮ 'ਚ ਦਿਖਾਵਾਂਗੇ ਕਢਾ ਕੇ ਨਾ ਮਿੱਠੀ ਕੀ ਜ਼ੁਬਾਨ। ਉੱਥੇ ਵੀ ਹਿਲਦੀ ਰਹੇ ਐਂ ਕਰਕੇ। ਆਪਣੇ ਜ਼ੁਬਾਨ ਆਪਣੇ ਘਰ ਦਿਖਾਤੀ ਜਦੋਂ ਦਰਵਾਜ਼ਾ ਖੜੋ ਕਿ ਮੈਂ ਦੱਸੂ ਬਾਹਰ ਕੋਈ ਆਇਆ ਵਾ। ਇਹਦੀ ਯਾਰ ਬੇਟਾ ਯਾਰ ਤੁਸੀਂ ਪਤਾ ਕੀ ਘਰ ਤੱਕ ਜੇ ਲੱਗੇ ਬਰਗਰ ਤੁਸੀਂ ਘਰ ਤੱਕ ਜਾ ਰਹੇ ਹੋ। ਪਰੇਸ਼ਾਨ ਆ ਉਸਤਾਦ ਜੀ। ਪਰੇਸ਼ਾਨ ਆ ਤੇ ਅਸੀਂ ਤੁਹਾਨੂੰ ਸਾਹ ਖੜਾ ਰਹੇ ਹਾਂ। ਇਹ ਦਮ ਤਾਂ ਨਹੀਂ ਹੁੰਦਾ ਵੀ ਉਹ ਕਫਨ ਦਾ ਇੰਤਜ਼ਾਮ ਕਰਨ ਡਿਆ ਉਹ ਇਹਦੀ ਕੁਛ। ਜ਼ਬਾਨ ਅਸੀਂ ਭੇਜਣੀ ਹੈ ਯੂਰਪ ਸਾਈਡ ਤੇ। ਹਾਂ ਤੁਸੀਂ ਸਮਝਦਾਰ ਮੈਂ ਸਮਝ ਗਿਆ। ਜਿੱਡੀ ਲੰਮੀ ਇਹਦੀ ਜ਼ੁਬਾਨ ਆ ਉੱਥੇ ਕਿਤੇ ਗੂੰਗੇ ਅੰਗਰੇਜ਼ ਨੂੰ ਲੱਗੇ। ਗੂੰਗੇ ਅੰਗਰੇਜ਼ ਨੂੰ ਲਵਾਣੀ। ਹਾਂ ਉਹਨਾਂ ਨੇ ਪੈਸੇ ਭਰਨੇ ਇਹਦੇ। ਹਾਂਜੀ ਉਸਤਾਦ ਜੀ ਜਿਹੜੀ ਦੁਰਘਟਨਾ ਹੋਈ ਮੈਂ ਮੁੰਡੇ ਦੇ ਮੱਛਲੀ ਫਾਰਮ ਤੇ ਦੱਸ ਰਿਹਾ ਰੌਂਗ ਤੇ ਖਲੋਤੇ ਭਾਜੀ ਰੌਂਗ। ਸਭ ਤੋਂ ਜ਼ਿਆਦਾ ਡੇਂਜਰਸ ਇਹੀ ਆਪਰੇਸ਼ਨ ਆ ਪਰਦਿਆਂ ਦਾ, ਕੰਨ ਦਾ, ਨੱਕ ਦਾ। ਉਹ ਕਰੈਕਟਰ ਨੂੰ ਆਪਰੇਟ ਕਰ ਰਿਹਾ ਉਸਤਾਦ ਜੀ, ਦੁਨੀਆ ਨੇ ਆਉਂਦਾ ਐਕਸਪਰਟ ਡਾਕਟਰ ਓਏ ਉਹ ਆਪਰੇਟ ਕਰ ਰਿਹਾ ਤੇ ਉਹ ਨਰਸ ਨੇ ਉਹਨੂੰ ਡਰਾਤਾ। ਕਿਉਂ? ਓਏ
ਉਹਨੇ ਉਹ ਭਾਈ ਸੁਣ ਮੈਂ ਮੌਕਾ ਆਰ ਪਾਰ ਕਰ ਦੇਣਾ ਅੱਲਾ ਖੈਰ ਕਰੇ, ਜਿੱਦਾਂ ਤੁਸੀਂ ਡਰੇ ਹੋ ਐਦਾਂ ਹੀ ਡਾਕਟਰ ਡਰ ਗਿਆ। ਉਹ ਵਿਚਾਰੇ ਗਰੀਬ ਦਾ ਅੱਜ ਵੀ ਨੱਕ ਇੱਧਰ ਨੂੰ ਆ। ਦਿਲ ਚ ਕੀ ਵੱਜ ਗਈ ਸੀ? ਹਾਂਜੀ, ਉਹਦਾ ਨੱਕ ਐ ਨੂੰ ਆ। ਉਹ ਇਦਾਂ ਨਦਲਾ ਸਾਹਿਬ ਠੀਕ ਹੈ, ਉਹ ਸਾਲਣ ਵੀ ਸੁੱਕਦੇ ਆ ਸੱਚੀ ਮੁੱਚੀ ਯਾਰ ਤੂੰ ਪਰੇਸ਼ਾਨ ਨਾ ਹੋ। ਮੈਂ ਹੋਣਾ ਯਾਰ ਮੈਂ ਹੋਣਾ। ਇੱਕ ਮਿੰਟ ਗੱਲ ਸੁਣ ਲੈ ਯਾਰ, ਮੱਕੂਆਣੇ ਸਾਹ ਜੀ ਡਾਕਟਰ ਆ, ਉਹਨੇ ਉੱਥੇ ਇੱਕ ਮੁੰਡੇ ਦਾ ਇਹੀ ਮਸਲਾ ਸੀ, ਆਪਰੇਸ਼ਨ ਕੀਤਾ ਵਾ, ਅਲਹਮਦੁਲਿਲਾ 2 ਸਾਲ ਹੋ ਗਏ ਮੁੰਡਾ ਮਰਿਆ ਆ। ਵਾਹ ਵਾਹ। ਲੱਖ ਲਾਹਨਤ ਅਲਹਮਦੁਲਿਲਾ ਆ ਕੇ ਸਵੇਰੇ ਕੰਮ ਤੋਂ ਆਇਆ। ਯਾਰ ਉਹਦੇ ਕੋਲ ਟਾਈਮ ਲੈ ਕਾਲੂ। ਡਾਕਟਰ ਅੱਛੀ ਉਸਤਾਦ ਜੀ, ਬੜਾ ਨਾਮ ਹੋਇਆ ਗੋਲਡ ਮੈਡਲਿਸਟ। ਅੱਲਾ ਮਾਫੀ ਦਾ ਇੱਕ ਬੰਦਾ ਨਾ ਘਰ ਉਹਦੇ ਮਹਿਮਾਨ ਆ ਰਿਹਾ ਸੀਗਾ, ਗੋਲਡ ਮੈਂਟਲਿਸਟ। ਠੀਕ ਹੈ, ਉਹਦੇ ਘਰ ਮਹਿਮਾਨ ਆ ਰਿਹਾ ਤੇ ਉਹਨੇ ਬੱਚਿਆਂ ਨੂੰ ਕਿਹਾ ਬੇਟਾ ਅੰਕਲ ਦੇ ਨੱਕ ਦੇ ਮਤਲਬ ਸਵਾਲ ਨਹੀਂ ਕਰਨਾ। ਏਦਾਂ ਹੀ ਉਹਨੇ ਆਪਰੇਸ਼ਨ ਕਰਾਇਆ ਸੀਗਾ। ਉਹ ਬੰਦਾ ਘਰ ਆਇਆ ਤੇ ਬੱਚੇ ਡਰ ਗਏ, ਕਹਿੰਦੇ ਅੰਕਲ ਦਾ ਤਾਂ ਨੱਕ ਹੀ ਨਹੀਂ ਹੈਗਾ, ਅਸੀਂ ਸਵਾਲ ਕੀ ਕਰਨਾ। ਉਹਦਾ ਨੱਕ ਲਾਤਾ ਸੀ ਉਸਤਾਦ ਜੀ। ਹਾਂਜੀ ਉਹਨਾਂ ਨੇ ਮੈਗਨੇਟ ਸੈੱਟ ਕੀਤਾ, ਮੈਗਨੇਟ ਨੱਕ 'ਚ ਮੈਗਨੇਟ ਲਾਇਆ ਤੇ ਉਹ ਫਿਰ ਨਾਲ ਝਮੇੜਿਆ ਉਸਤਾਦ ਹਾਂਜੀ। ਜੀ। ਐਡਾ ਖਤਰਨਾਕ ਆਪਰੇਸ਼ਨ, ਗੱਲ ਕਰਦੇ ਆ ਰੋਂਗ ਟੈਕ ਖਲੋ ਗਿਆ। ਕਿਤੇ ਗੋਲੀ ਚੱਲ ਗਈ ਵੀ ਲੂੰ ਕੰਡੇ ਫੌਰਨ ਖੜੇ ਹੋਏ ਨੇ। ਕੋਈ ਗੱਲ ਤਾਂ ਪੂਰੀ ਕਰ ਲੈ, ਅੱਧ ਗੱਲ 'ਚ ਲੂੰ ਕੰਡੇ ਖੜੇ ਨੇ, ਪਾਗਲ ਹੈ ਰੋਂਗਟੇ ਖਬਰਾਂ ਸੁਣਦੇ ਰਹਿੰਦੇ 24 ਘੰਟੇ। ਵੀ ਮੈਨੂੰ ਇਹਦਾ ਡੇਂਜਰਸ ਆਪਰੇਸ਼ਨ ਸੁਣ ਕੇ ਨਹੀਂ ਮੇਰੇ ਲੂੰ ਕੰਡੇ ਖੜੇ ਹੁੰਦੇ ਨੇ। ਰਾਜਾ ਜੀ ਗੱਲ ਇਹ ਕਿ ਮਾਫੀਆਂ ਮੰਗ ਲਵੇ ਆਪਣੇ ਰਿਸ਼ਤੇਦਾਰਾਂ ਨਾਲ ਜਿਨ੍ਹਾਂ ਨਾਲ ਜ਼ਿਆਦਤੀਆਂ ਕੀਤੀਆਂ ਹੋਈਆਂ। ਅੰਦਰ ਪੇਸ ਪਈ ਨਾ ਜਿਹੜੀ ਪਲਾਈ ਦੀ, ਹਾਂਜੀ ਉਹ ਜਦੋਂ ਪੁਰ ਹੋ ਜੇ ਨਾ ਮੂੰਹ ਤੇ ਲਾ ਦੇ, ਕਿਉਂਕਿ ਹੋ ਸਕਦਾ ਰੂਪ ਨਾ ਚੜੇ, ਐਵੇਂ ਲੋਕੀ ਕਹਿਣ ਪਤਾ ਨਹੀਂ ਕੀ ਕਿਦਾਂ, ਤੇ ਜ਼ਰਾ ਥੋੜੀ ਬੇਸ ਲਾ ਕੇ ਨਾ ਤੇਰਾ ਥੋੜਾ ਨਜ਼ਾਰਾ, ਠੀਕ ਸਾਜ ਮੈਂ ਕਹਿੰਦਾ ਹਲਕੀ ਜੀ ਪਿੰਕ ਲਿਪਸਟਿਕ ਵੀ ਲਾ ਦੇ। ਓਕੇ, ਮੈਂ ਤਾਂ ਕਹਿੰਦਾ ਉਧਰੋਂ ਮਰੇ ਨਾਲ ਹੀ ਫੇਸ਼ੀਅਲ ਕਰਾ ਲਿਆ ਮੈਂ ਭੱਜ ਕੇ ਦਾ। ਉਹ ਯਾਰ ਮੈਨੂੰ ਹਲਕਾ ਜਿਹਾ ਸਕਰਬ ਹੋਇਆ ਹੋਵੇ ਨਾ, ਸਾਡੀ ਬੜੀ ਸ਼ਾਈਨਿੰਗ ਹੈ। ਬਲੋਰ ਵੀ ਲਾ ਅਰਸ਼ ਮਰੇ ਨੂੰ ਕਾਲਾ ਮਾਸਕ ਲੱਗਾ ਹੋਵੇ, ਇੱਥੇ ਲਿਆ ਕੇ ਪੱਟ ਲਾਂਗੇ। ਉਹ ਇਸ ਹਿਸਾਬ ਨਾਲ ਤੂੰ ਤਾਂ ਮਰਨ ਤੋਂ ਵੀ 4 ਸਾਲ ਬਾਅਦ ਹੋਣਾ ਜਾਏਗਾ। ਤੇਰਾ ਮਸਲਸਲ ਫਿਸ਼ਰ ਹੀ ਚੱਲਦਾ ਰਹਿਣਾ। ਸ਼ੁਗਰ ਨਾ ਕਰ ਮਿੱਠੇ, ਇਹ ਵਕਤ ਤੂੰ ਟੱਪ ਗਿਆ। ਉਹ ਮਿੱਠੇ ਲੁਕ ਜਾ। ਮਿੱਠਾ ਓਏ ਓਏ ਉਹਨੂੰ ਮਾਰ ਗਿਆ ਵਾ। ਇਹ ਚੰਗੀ ਨਹੀਂ ਰੋਣੀ ਸਾਜ ਜੀ। ਇਹ ਰੋਣਾ ਚੰਗਾ ਨਹੀਂ ਹੁੰਦਾ ਬਿਲਕੁਲ। ਅੱਲਾ ਕੁਛ ਨਹੀਂ ਹੁੰਦਾ। ਬਾਜੀ ਕਿਉਂ ਨਹੀਂ ਕੁਛ ਨਹੀਂ ਕੁਛ ਨਹੀਂ ਹੁੰਦਾ। ਲੈ ਉਹਦੀ ਜਾਨ ਤੇ ਬਣੀ ਹੈ, ਤੁਸੀਂ ਕਹਿੰਦੇ ਓਏ ਅੱਛਾ ਯਾਰ, ਅੱਛਾ ਯਾਰ। ਭਾਈ ਮੇਰੀ ਵਜ੍ਹਾ ਤੋਂ ਰੋਣੀ, ਮੇਰਾ ਪੈਰ ਲੰਘ ਗਿਆ ਉਤੋਂ। ਤੇਰਾ ਦਿਮਾਗ ਠੀਕ ਹੈ ਮੈਂ ਤੇ ਮਿੱਠੇ? ਯਾਰ- ਜਿੱਥੇ ਬਿੱਲੀ ਰੋਂਦੀ ਹੈ ਨਾ ਉੱਥੇ ਖੈਰ ਟੈਨਸ਼ਨ ਨਾ ਲੈ। ਉੱਥੇ ਆਪਰੇਸ਼ਨ ਲਾਜ਼ਮੀ ਹੁੰਦਾ ਕਿਸੇ ਦਾ। ਉਹ ਭਰਾਵਾ ਮਾਫੀ ਦੇ ਡਾਕਟਰ ਭੇਜੀ ਮੇਰੇ ਪਿੱਛੇ ਹੋ। ਆਹੋ ਯਾਰ operation ਬਿੱਲੀ ਜਦੋਂ ਰੋਈ ਨਹੀਂ, ਆ, ਇਹਦਾ ਮਤਲਬ ਹੁਣ ਹਸਪਤਾਲ ਦੇ ਵਿੱਚ ਉਤਲਾ ਜਿਹੜਾ ਪੂਰਾ ਵਾਰਡ ਬਿੱਲੀਆਂ ਰੋਣ ਵਾਸਤੇ ਰੱਖਿਆ ਹੋਣਾ, ਵੀ ਥੱਲੇ ਆਪਰੇਸ਼ਨ ਹੋਈ ਜਾ ਰਿਹਾ। ਯਾਰ ਤੇਰਾ ਰੁਪਈਆ ਥੋੜਾ ਜਿਹਾ ਆਮ ਡਾਕਟਰ ਨਾਲੋਂ ਜ਼ਿਆਦਾ ਲੱਗਣਾ, ਬੋਨਟ ਤਰ੍ਹਾਂ ਉਹਨੇ ਕਰ ਦੇਣਾ ਤੇਰਾ ਨੱਕ ਇੰਜ ਖੁੱਲ ਜਿਆ ਕਰਨਾ। ਹਲੋ ਸਫਾਈ ਸਫੂਈ ਕਰਕੇ ਫੇਰ ਬੰਦ ਕਰ ਨੱਕ ਕਟਾ ਤੈਨੂੰ 1000 ਮਿੰਟ ਫ੍ਰੀ ਹੋਣੇ ਦੇਖੀ। ਉਹ ਨਸਲ ਤੇ ਨਸਲ ਬਗੈਰਤ। ਉਹ ਤੂੰ ਨੱਕ ਯਾਰ ਸਹੀ ਕਹਿੰਦੇ ਆ। ਕਹਿੰਦਾ ਨੱਕ ਕਟਾ ਤੈਨੂੰ 1000 ਮਿੰਟ ਫ੍ਰੀ ਆ ਜਾਏ। ਹਾਂ ਇਹਦਾ ਕੋਈ ਪ੍ਰੋਪਰ ਹੱਲ ਕੱਢ ਦਿਓ। ਉਹਨੇ ਭਾਜੀ ਕਿਹਾ ਮੇਰੇ ਗਦੂਦਾ ਵਾ। ਗਦੂਦਾਂ ਹੋਣੀਆਂ ਹੀ ਆ, ਜੋ ਛੋਟੇ ਭਰਾ ਨੂੰ ਮੋਟਰਸਾਈਕਲ ਨਹੀਂ ਦੇਣੀ ਹੈ, ਗਦੂਦਾਂ ਹੀ ਹੋਣੀਆਂ ਤੇਰੇ। ਇਹਦਾ ਹੱਲ ਹੁਣ ਕੋਈ ਨਹੀਂ ਹੈਗਾ, ਸਿੱਧੀ ਸਾਫ਼ ਸਾਫ਼। ਅੱਛਾ ਜੀ, ਮੈਂ ਜੈਨ ਨੂੰ ਕਹਿ ਰਿਹਾ ਇਹਦਾ ਨਹੀਂ ਹੱਲ ਜ਼ਿੰਦਗੀ 'ਚ ਕੋਈ। ਇਹ ਦੇਗੀ ਹੋਈ ਜੇ ਗਦੂਦਾ ਵੀ ਨਿਕਲਣੀ ਹੈ ਜੀ। ਮੈਂ ਤੈਨੂੰ ਕਿਹਾ 3-4 ਬੰਦੇ ਜਿਹਦਾ ਹੱਲ ਨਹੀਂ। ਇੱਕ ਹੋਰ ਵੀ ਉਸਤਾਦ ਜੀ ਬਿਮਾਰੀ ਜੀ, ਉੱਥੇ ਵੀ ਕਹਿੰਦੇ ਨੇ ਖੁਦਾ ਨਾ ਖਾਸਾ, ਕਹਿੰਦੇ ਨੇ ਘੋੜੇ ਦੀ ਲੱਤ ਟੁੱਟ ਜੇ ਗਵਰਨਮੈਂਟ ਉਹਨੂੰ ਗੋਲੀ ਮਾਰ ਦਿੰਦੀ। ਹਾਂਜੀ ਸਾਡੀ ਕੁਛ ਨਹੀਂ, ਹਾਂਜੀ ਠੀਕ ਹੈ ਨਾ? ਨਹੀਂ, ਘੋੜਾ, ਖੋਤਾ, ਖੱਚਰ ਕੁੱਤਾ, ਖੱਚਰ, ਇਹਨਾਂ ਦੀ ਹੱਡੀ ਨਹੀਂ ਜੁੜਦੀ। ਆਹੋ ਇਹਨਾਂ ਦੀ ਲੱਤ ਟੁੱਟ ਜੇ ਗਵਰਨਮੈਂਟ ਹੱਡੀ ਨਹੀਂ ਨਾ ਜੁੜਦੀ ਇਹਨਾਂ ਦੀ। ਇਹਦਾ ਵੀ ਕੋਈ ਇਲਾਜ ਨਹੀਂ। ਉਹ ਹਿਸਾਬ। ਹਾਂਜੀ ਯਾਰ ਗਦੂਦਾ ਨੇ ਕਿਹੜੀ ਮੈਨੂੰ ਖੈਰ ਮੇਰੇ ਤੇ ਕਰਾਉਂਦਾ ਕੁੱਪਾ ਵੇਲਾ ਯਾਰ ਤੂੰ ਬਾਅਦ ਚ ਥੋੜੀ ਬਹੁਤ ਤਨਖਾਹ ਜਾਰੀ ਰੱਖਾਂਗੇ, ਬੱਚਿਆਂ ਨੂੰ ਦਿੰਦੇ ਰਹੇ, ਉਹ ਜਦੋਂ ਨਹੀਂ ਨਥੀ ਹੋ ਗਿਆ ਤੇ ਖਤਮ। ਫਿਰ ਨਾ ਏਦਾਂ ਕਰਾਂਗੇ ਨਾ, ਸਾਲ ਕੁ ਬਾਅਦ ਇੱਕ ਫੰਕਸ਼ਨ ਰੱਖ ਕੇ ਤੇ ਮਾੜੇ ਮੋਟਾ ਦੇ ਦੇ। ਹਾਂ ਠੀਕ ਨੀ? ਆ ਜ਼ਿੰਦਾ ਤੇ ਅਸੀਂ 85,000 ਲਾ ਕੇ ਇਹਨੂੰ ਨਵਾਂ ਨਾ ਕਰਿਓ। ਮਰਨ ਤੋਂ ਬਾਅਦ ਰਾਸ਼ਨ ਲਾ ਦੇ ਬੱਚੇ ਦੀ। ਉਹਨੇ 85,000 ਆਪਰੇਸ਼ਨ ਦੱਸਿਆ ਹੋਵੇਗਾ, ਬਾਕੀ ਮਾਮਲਾ ਤੇਰੇ ਆਪਣੇ ਸੈਪਰੇਟ ਆ। ਮੈਂ ਖੈਂਚ ਚੂਰੀ ਚਲਾਉਣ ਦਾ 85,000 ਲੈਣਾ ਵਾ। ਉਹ ਤਾਂ ਦੇ ਦੋ ਨਿਲ ਕਰੋ। ਯਾਰ 85,000 ਲਾ ਦੇਣਗੇ ਉਸਤਾਦ ਜੀ, ਕੋਈ ਨਹੀਂ ਦੁਖਦਾ ਤੇਰੇ ਨਾਲ, ਪਰੇਸ਼ਾਨ ਨਾ ਹੋ ਅੱਛਾ ਨਹੀਂ ਯਾਰ। ਹੈ। ਲੇਕਿਨ ਆਪਰੇਸ਼ਨ ਨਾਕਾਮ ਹੋ ਗਿਆ, 85 ਵੀ ਗਿਆ, ਤੂੰ ਵੀ ਗਿਆ, ਯਾਰ ਸਾਡੇ ਮੇਰੀ ਗੱਲ ਸੁਣ ਮਿੱਠੇ, ਤਨਖਾਹ ਵੀ ਤੈਨੂੰ ਮਿਲ ਰਹੀ ਹੈ, ਘਰ ਤੇਰਾ ਬਣ ਰਿਹਾ, ਉਹਦੇ ਵੀ ਤੂੰ ਪੈਸੇ ਮੈਨੂੰ ਮੈਂ 50,000 ਭੇਜਣਾ ਜੀ, ਠੀਕ ਹੈ, ਅੱਗੋਂ ਇਹ ਵੀ ਤੇਰਾ ਮੈਂ ਕਰਾਵਾਂ, ਇਹਦੇ ਨਾਲੋਂ ਬਿਹਤਰ ਨਹੀਂ ਕਿ ਤੂੰ ਪੂਰਨਮ ਹੋਈ। ਬਾਅਦ ਚ ਨਵਾਜ਼ਮਾ ਤੁਸੀਂ ਕਰਨੇ ਆ। ਬਾਅਦ ਚ ਮੈਂ ਇਹਨੇ ਨਹੀਂ ਨਾ ਕਰਨੇ। ਖੂਬਸੂਰਤ ਲਾਜ। ਅੱਛਾ ਯਾਨੀ ਕਿ ਸਿਰਫ ਇੱਥੇ ਜ਼ੁਬਾਨ ਕਰਨਾ ਹੈ। ਨਹੀਂ ਬਾਅਦ ਚ ਇਹਨੇ ਨਹੀਂ ਨਾ ਹੋਣੇ। ਸਾਜੀ ਪਾਜੋ ਕਰੇ ਨਾ ਕਰੇ, ਕਿਸੇ ਪੁੱਛਣਾ ਨਹੀਂ। ਹੁਣ ਤੇ ਇਹ ਪੁੱਛ ਲੈਂਦਾ ਉਸਤਾਦ ਜੀ ਮੈਨੂੰ ਦਿੱਤੇ ਨਹੀਂ। ਬਾਹਰ ਤੂੰ ਫਿਕਰ ਨਹੀਂ ਕਰਨੀ, ਮੈਂ ਬੈਠਾ ਜਿੰਨੀ ਦੇਰ ਮੇਰੀ ਜ਼ਿੰਦਗੀ ਆ,
ਟੈਨਸ਼ਨ ਨਹੀਂ ਲੈਣੀ ਲੇਕਿਨ ਉਸਤਾਦ ਜੀ ਇੱਕ ਦੁੱਖ ਹੈਗਾ ਥੋੜਾ ਜਿਹਾ ਤੁਹਾਡੇ ਕਿ ਦੁੱਖ ਹੈ ਉਸਤਾਦ ਜੀ, ਅਸੀਂ ਮਰਨ ਤੋਂ ਬਾਅਦ ਜੋ ਅਸੀਂ ਫਲ ਫਰੂਟ ਉਹ ਰਿਸ਼ਤੇਦਾਰਾਂ ਨੂੰ ਖਵਾਈਦਾ ਹੈ, ਚਾਵਲ ਵੀ ਉਹ ਜੀਂਦੇ ਜੀ ਅੱਜ ਤੇ ਸਵੇਰੇ ਤੇ ਆ ਦੇ ਆ ਹਰ ਫਲ ਦੀ ਇੱਕ ਇੱਕ ਪੇਟੀ ਪਹੁੰਚਾ ਦੇ। ਮੈਂ ਤਾਂ ਉਹ ਆਪਣੀ ਅੱਖੀ ਵੇਖ ਲੈ ਵੀ ਫੈਸਲਾਨਾਮੇ ਕਰਕੇ ਗਿਆ। ਆਪ ਤੁਸੀਂ ਕਰੋ ਇੱਕ ਦਿਨ ਉਹਦੀ ਪਾਰਟੀ ਕਰੋ ਲਾਸਟ ਗੱਲ ਤੇ ਯਾਦ ਆਏਗੀ ਯਾਰ, ਦੇਖੋ ਇਹ ਸੁਹਾਣੇ ਲਮਹੇ ਆ, ਹੁਣ ਜਿੰਨੇ ਇਹਦੇ ਨਾਲ ਅਸੀਂ ਗੁਜ਼ਾਰ ਲੈਣੇ ਨਾ, ਦਾਨਿਸ਼ ਤੇਰੇ ਮੂੰਹ ਕਿੱਡਾ ਬੁਰਾ ਲੱਗਾ, ਸੁਹਾਣਾ ਲਮਹੇ ਤੈਨੂੰ ਵੇਖ ਲੈ ਮਿੱਠੇ ਮਰਨ ਲੱਗੇ ਵੀ ਸ਼ੂਗਰ ਦੀ ਪਈ ਆ ਤੈਨੂੰ ਮੈਂ ਕਹਿਣੀ ਨਹੀਂ ਹੁਣ ਤੂੰ ਮੇਰਾ ਹਮਦਰਦ ਵਾ, ਤੂੰ ਹੀ ਮੈਨੂੰ ਜ਼ਿਆਦਾ ਟੋਰਨ ਦੇ ਚੱਕਰਾਂ 'ਚ ਪਿਆ ਆ ਕਿਉਂਕਿ ਤੇਰੇ ਟੁਰ ਜਵੇ ਜਿਹਨੇ ਕਹਿੰਦਾ ਸੌਖੇ ਟਾਈਮ 'ਚ ਤੁਰ ਪਵੇ। 70,000 ਘੰਟੇ ਰਿਕਾਰਡਿੰਗ ਕਰ, ਕੋਈ 83 ਟੀ ਟਾਈਮ ਚਲਾਈਏ ਤੇ ਤੋਂ ਸਹੀ ਬਾਅਦ ਗੱਲ। ਠੀਕ ਹੈ ਨਾ, ਤੂੰ ਬੋਲੀ ਜਾ ਬਸ। ਅਮਰ ਹੋ ਜਾ ਤੂੰ। ਓਏ ਮੈਂ ਅੰਦਰ ਹੋ ਜਾਣਾ ਤੁਹਾਨੂੰ ਮਾਰ ਕੇ ਅੰਬਰ, ਲਿਹਾਜ਼ਾ ਜੀ ਮੇਰੀ ਅੱਛਾ ਜੀ ਮੇਰੀ ਗੱਲ ਸੁਣ ਲਓ ਹੁਣ ਮਿੱਠਾ ਸਾਹਿਬ, ਹੁਣ ਐਂਡ ਪ੍ਰੋਗਰਾਮ ਦਾ ਟਾਈਮ ਮੁੱਕਣ ਲੱਗਾ, ਹੁਣ ਮੈਂ ਤੁਹਾਨੂੰ ਆਹ ਤੇ ਮੈਂ ਅੱਗੇ ਲਾਤੀ ਹੈ, ਹੁਣ ਮੈਂ ਤੁਹਾਨੂੰ ਨਾ ਜੈਨੂਇਨ ਗੱਲ ਦੱਸਣ ਲੱਗਾ। ਐਂ ਜੀ ਲਾਤੀ ਵਿੱਚੋਂ ਕੱਟ ਦਿਓ। ਵੀਰੇ ਗੱਲ ਇਹ ਆ, ਮੇਰੇ ਅੱਜ ਤੋਂ ਕੋਈ 6 ਮਹੀਨੇ ਪਹਿਲੇ ਤੁਹਾਨੂੰ ਯਾਦ ਹੋਏਗਾ ਉਹ ਬੈਠੇ ਬੈਠੇ ਨੱਕ 'ਚੋਂ ਪਾਣੀ ਡਿੱਗ ਪੈਂਦਾ ਸੀ, ਮੈਂ ਟਿਸ਼ੂ ਰੱਖਿਆ ਹੁੰਦਾ ਸੀ, ਜ਼ਾਈਨੋਸੀਨ ਮੈਂ ਪਾਉਣਾ ਹੁੰਦਾ ਸੀ, ਤੁਹਾਨੂੰ ਵੀ ਯਾਦ ਹੋਏਗਾ। ਹਾਂਜੀ ਸੇਮ ਮੈਨੂੰ ਡਾਕਟਰ ਨੇ, ਇੱਕ ਨੇ ਨਹੀਂ 2-3 ਡਾਕਟਰ ਨੇ ਮੈਨੂੰ ਕਿਹਾ ਤੁਹਾਡੇ ਨਾ ਇੱਥੇ ਫੰਗਸ ਆ। ਫੰਗਸ ਇਹਦੇ ਅੰਦਰ ਅੰਦਰ ਹੁੰਦਾ ਇੱਥੇ। ਉਹਨਾਂ ਨੇ ਕਿਹਾ ਜੀ ਤੁਹਾਡਾ ਇਹਦਾ ਵਾਹਦ ਹੱਲ ਆਪਰੇਸ਼ਨ। ਫਿਰ ਇੱਥੇ ਤੱਕ ਹੋਇਆ ਕਿ ਮੈਂ ਸੀਟੀ ਸਕੈਨ ਕਰਾਇਆ, ਮੇਰੇ ਇੰਜ ਬੈਠੇ ਬੈਠੇ ਨਾ ਨੱਕ ਚੋਂ ਬਗੈਰ ਕਿਸੇ ਗੱਲ ਤੋਂ ਅੱਧੇ ਸੈਕਿੰਡ ਇੰਜ ਪਾਣੀ ਨੱਕ ਚੋਂ ਡਿੱਗਦਾ ਸੀ। ਤੇ ਮੈਨੂੰ ਉਹਨਾਂ ਨੇ ਕਿਹਾ ਸੀਟੀ ਸਕੈਨ ਕਰਾਓ। ਡਾਕਟਰ ਸਾਹਿਬ ਨੇ ਕਿਹਾ ਜੀ ਕਿ ਇਹ ਨੱਕ ਦਾ ਪਾਣੀ ਨਹੀਂ ਹੈਗਾ, ਇਹ ਦਿਮਾਗ 'ਚ ਆਉਂਦਾ, ਦਿਮਾਗ 'ਚ ਕੋਈ ਹੱਡੀ ਨਾ ਇੱਧਰ ਉੱਧਰ ਹੋ ਗਈ ਹੈ, ਉਹ ਇੱਕ ਹੱਡੀ ਹੁੰਦੀ ਆ, ਉਹਦੇ ਥਰੂ ਉਹ ਥੋੜਾ ਉਹ 'ਚ ਸਪੇਸ ਆ ਜਾਏ ਨਾ, ਦਿਮਾਗ ਦਾ ਪਾਣੀ ਆਉਂਦਾ। ਮੇਰਾ ਕੀ ਹਾਲ ਹੋਇਆ ਹੋਏਗਾ। ਤੇ ਸੀਟੀ ਸਕੈਨ ਹੋਣਾ ਤੇ ਉਹਦਾ ਵੀ ਇੱਕ ਆਪਰੇਸ਼ਨ ਹੁੰਦਾ, ਦਿਮਾਗ ਦਾ ਆਪਰੇਟ, ਜਿਹੜਾ ਉਹ ਹੱਡੀ ਸਹੀ ਕਰਦੇ। ਰੂਹ ਕੰਡੇ ਆਇਆ, ਰੂਹ ਕੰਡੇ ਵਾਪਸ ਆਇਆ। ਵਾਹ ਦੀ ਕਿਸਮਤ, ਮੈਂ ਤੇ ਸੋਚ ਵੀ ਨਹੀਂ ਸਕਦਾ। ਉਹ ਜਨਾਬ ਜੀ ਇੱਥੇ ਤੱਕ ਆ ਗਿਆ, ਮੈਂ ਆਪਰੇਸ਼ਨ ਦੀਆਂ ਡੇਟਸ ਵਗੈਰਾ ਲੈਣ ਦੇ ਚੱਕਰ 'ਚ ਕਿ ਲਾਹੌਰ ਕਰਾਉਣਾ, ਇੱਥੇ ਕਰਾਉਣਾ। ਉਹਨਾਂ ਨੂੰ ਮੈਂ ਪੁੱਛਿਆ ਥੋੜੀ ਤੁਸੀਂ, ਉਹਨਾਂ ਨੇ ਕਿਹਾ ਜੀ ਇਹ ਨੱਕ 'ਚੋਂ ਇੰਜ ਕੱਢ ਕੇ ਵੱਡਾ ਕਰਕੇ ਇਹ ਨੱਕ ਦੇ ਅੰਦਰੋਂ ਤੁਹਾਡਾ ਸਾਰਾ ਫੰਗਸ ਇੱਥੋਂ ਕੱਢਾਂਗੇ, ਇਹ ਜਿਹੜਾ ਤੁਹਾਡਾ ਆਈਡੀ ਹੈ ਇਹਦੀ ਵਜ੍ਹਾ ਤੋਂ ਹੀ ਆ ਸਾਰਾ ਮਸਲਾ ਵਾ, ਇਹ ਫਲਾਣੀ ਇੱਕ ਮਿਸਾਲ। ਮੈਂ ਐਗਰੀ ਹੋ ਗਿਆ, ਠੀਕ ਹੈ। ਮੈਂ ਦੁਬਈ ਚਲਾ ਗਿਆ, ਹੁਣ ਨੱਕ ਮੇਰਾ ਬੰਦ ਆ, ਜ਼ਾਈਨੋਸੀਨ 8-8 ਬੋਤਲਾਂ ਇੱਕ ਇੱਥੇ ਰੱਖੀ, ਇੱਕ ਗੱਡੀ 'ਚ ਰੱਖੀ, ਇੱਕ ਫਲਾਂ ਰੱਖੀ, ਯਾਨੀ ਕਿ ਮੈਂ ਭੁੱਲਾਂ ਨਾ। ਤੇ ਉਧਰੋਂ ਨੱਕ 'ਚੋਂ ਪਾਣੀ ਬੈਠੇ ਬੈਠੇ, ਉਹ ਬੁਰਾ ਵੀ ਬੜਾ ਲੱਗਦਾ ਇੰਜ ਬੈਠੇ ਠੱਕ ਕਰਕੇ, ਅਗਲੇ ਨੇ ਕਹਿਣਾ ਪਤਾ ਨਹੀਂ ਨਸਲਾ ਵਾ। ਤੇ ਖੈਰ ਉਹ ਮੈਂ ਰਜ਼ਾ ਨੂੰ ਕਿਹਾ, UK ਦੋਸਤ ਆਪਣੇ ਨੂੰ, ਮੈਂ ਕਿਹਾ ਉਸਤਾਦ ਆਹ ਗੱਲ ਆ, ਮੈਂ ਨਹੀਂ ਆਪਰੇਸ਼ਨ ਕਰਾਉਣਾ। ਉਹਨੇ ਉਸਤਾਦ ਜੀ ਉੱਥੇ ਮੈਨੂੰ ਨਾ 5 ਦਿਨ ਦੀ ਦਵਾਈ ਲਿਖ ਕੇ ਦਿੱਤੀ। ਉਹਨੇ ਕਿਹਾ ਦੁਬਈਓਂ ਆ ਗੋਲੀਆਂ ਤੋਂ ਲੈਣੀਆਂ ਨੇ, ਇਹ ਤੂੰ 5 ਦਿਨ ਖਾਣੀਆਂ। ਮਿੱਠਾ ਸਾਹਿਬ ਕੁਝ 3-4 ਮਹੀਨੇ ਤਾਂ ਮੈਂ ਜ਼ਲੀਲ ਹੋਇਆ ਸੀ ਇੱਥੇ ਵੀ। ਐਂਡ ਆਪਰੇਸ਼ਨ ਦੀ ਡੇਟ ਤੇ ਮੇਰੇ ਦਿਨ 'ਚ ਮੈਂ ਦੁਬਈ ਜਾਣਾ, ਦੁਬਈਓਂ ਵਾਪਸ ਆ ਕੇ ਮੈਂ ਸਭ ਤੋਂ ਪਹਿਲੇ ਆਪਰੇਸ਼ਨ ਕਰਾਉਣਾ, ਉਸ ਤੋਂ ਬਾਅਦ 8-10 ਦਿਨ ਦੇ ਵਿੱਚ ਮੈਂ ਰਿਕਵਰ ਹੋ ਜਾਣਾ। ਪਹਿਲੀ ਖੁਰਾਕ ਖਾਧੀ ਹੈ, ਠੀਕ ਹੈ ਜੀ, 4 ਘੰਟੇ ਬਾਅਦ ਜਾਂ 5 ਘੰਟੇ ਬਾਅਦ ਦੂਸਰੀ ਖੁਰਾਕ ਜਦੋਂ ਮੈਂ ਖਾਧੀ ਹੈ ਨਾ, ਦੂਸਰੀ ਖੁਰਾਕ ਤੋਂ ਬਾਅਦ ਅੱਜ ਤੱਕ ਨਾ ਮੈਂ ਜ਼ਾਈਨੋਸੀਨ ਪਾਇਆ, ਨਾ ਮੇਰੇ ਨੱਕ 'ਚੋਂ ਪਾਣੀ ਹੈ। 5 ਦਿਨ ਮੈਂ ਪੂਰੀ ਖਾਧੀ ਹੈ, ਲੇਕਿਨ ਦੂਸਰੀ ਖੁਰਾਕ ਤੋਂ ਬਾਅਦ ਮੇਰਾ ਮਸਲਾ ਹੱਲ ਹੋ ਗਿਆ ਸੀ। ਗੱਲ ਇਹ ਹੈ, ਤਸ਼ਖੀਸ ਜਿਹੜੀ ਹੈ ਨਾ ਉਸਤਾਦ ਜੀ, ਜ਼ਰੂਰੀ ਹੈ। ਇਹ ਏਡਾ ਵੱਡਾ ਕੰਮ ਆ ਨਾ ਕਿ ਜਿਹਨੂੰ ਪਤਾ ਲੱਗ ਜਾਏ ਕਿ ਇਹਨੂੰ ਮਸਲਾ ਕੀ ਹੈ। ਨਹੀਂ ਤੇ ਤਜਰਬੇ, ਹੁਣ ਜਿੰਨੇ ਇੱਥੇ ਡਾਕਟਰ ਨੇ ਮੈਨੂੰ ਦੱਸਦਾ ਤੇਰਾ ਆਪਰੇਸ਼ਨ ਹੋਣਾ, ਇੰਨੇ 1000 ਰੁਪਈਆ, ਇੰਨੇ ਲੱਖ ਰੁਪਈਆ ਲੱਗਣਾ, ਆਹ ਕਰਾਂਗੇ, ਉਸ ਤੋਂ ਬਾਅਦ ਉਹਨੂੰ ਨਹੀਂ ਪਤਾ ਲੱਗਾ। ਹੁਣ ਮੈਂ ਤੁਹਾਨੂੰ ਦੱਸਦਾ, ਸਾਡੇ ਪੜ੍ਹਦੇ ਸਾਡਾ ਬੜਾ ਮਸਲਾ ਉਹ ਹੈਗਾ ਵਾ, ਉਹਦੇ 'ਚ ਮੈਡੀਕਲ ਕੰਪਨੀ 'ਚ ਜਿਹੜੀ ਨਵੀਂ ਰਿਸਰਚ ਹੁੰਦੀ ਆ, ਉਹਦੇ 'ਚ ਉਹ ਹੁੰਦਾ ਵਾ, ਕੰਪਨੀ ਵੱਲੋਂ ਜਾਂਦਾ ਵਾ, ਕਦੀ ਕਿਸੇ ਮੁਲਕ ਕਦੀ ਕਿਸੇ ਮੁਲਕ, ਯਾਨੀ ਇੱਕ ਨਵੀਂ ਬਿਮਾਰੀ ਵਾਸਤੇ ਕੋਈ ਨਵੀਂ ਟੈਬਲੇਟ ਆਈ ਹੈ ਜਿਹੜੀ ਪਹਿਲੇ ਨਹੀਂ ਸੀ ਹੈ, ਉਹਦੀ ਉਹ ਜਿਹੜੀ ਉਹ ਪ੍ਰੈਜੈਂਟੇਸ਼ਨ ਹੁੰਦੀ ਨਾ ਸਾਰੀ, ਉਹ ਕੀ ਉਹਨੂੰ ਕਹਿੰਦੇ, ਜਿਹੜੀ ਸਾਰੇ ਇਕੱਠੀ ਕਰਕੇ ਕਰਦੇ ਜਿਹੜੀ ਉਹਦੀ ਕਿ ਵੀ ਆ, ਉਹਦੇ 'ਚ ਉਹ ਹਾਜ਼ਰ ਹੁੰਦਾ, ਉੱਥੇ ਉਹ ਬੋਲਦਾ ਵੀ ਆ। ਇਸ ਤੋਂ ਇਹ ਨਹੀਂ ਕਿ ਵੀ ਉਹ ਕੋਈ ਡਾਕਟਰ ਬਹੁਤ ਵੱਡਾ ਵਾ, ਨਹੀਂ। ਇੱਕ ਡਾਕਟਰ ਨੂੰ ਅਗਰ ਇੱਕ ਬਿਮਾਰੀ ਦੀਆਂ 10 ਮੈਡੀਸਨ ਪਤਾ ਨਾ, ਇੱਕ ਡਾਕਟਰ ਐਸਾ ਕੋ ਉਹਨੂੰ 50 ਪਤਾ ਹੋਏਗਾ। ਸਮਝ ਆ ਰਹੀ ਗੱਲ ਦੀ? ਔਰ ਬੈਸਟ ਵੀ ਹਰ ਡਾਕਟਰ, ਤੁਸੀਂ ਕਿਸੇ ਵੀ ਡਾਕਟਰ ਕੋਲ ਚਲ ਜਾਓ, ਉਹਨੂੰ ਆ ਜਿਹੜੀ ਕਿਹੜੀ ਗੋਲੀ ਹੁੰਦੀ ਹੈ ਸਟ੍ਰੈਸ ਵਗੈਰਾ ਦੀ, ਕੀ ਨਾ ਹੁੰਦਾ, ਦੀ ਇੱਕ ਗੋਲੀ ਹੁੰਦੀ ਹੈ, ਉਹ ਡਾਕਟਰ ਉਹਦੇ ਨੂੰ ਦੇ ਦੇਣਗੇ। ਲਾਈਕ ਉਹ ਡਾਕਟਰ ਸਾਈਕੋਲੋਜਿਸਟ ਨਹੀਂ ਹੈਗਾ, ਲੇਕਿਨ 2-4 ਗੋਲੀਆਂ ਦਾ ਉਹਨੂੰ ਪਤਾ ਹੋਏਗਾ। ਸਮਝ ਆ ਰਹੀ ਗੱਲ ਦੀ? ਉਹ ਮਿਹਦੇ ਦਾ ਡਾਕਟਰ ਆ, ਉਹਨੂੰ ਮਿਹਦੇ ਦੀ 101 ਗੋਲੀ ਦਾ ਪਤਾ ਹੈ ਕਿ ਇਹਦੀ ਜਗ੍ਹਾ ਵੀ ਦਿੱਤੀ ਜਾ ਸਕਦੀ ਹੈ, ਇਹ ਵੀ ਦਿੱਤੀ ਜਾ ਸਕਦੀ ਹੈ। ਉਸ ਮਿਹਦੇ ਦੇ ਡਾਕਟਰ ਕੋਲ ਤੂੰ ਚਲਾ ਗਿਆ ਦਿਮਾਗੀ ਮਸਲਾ ਲੈ ਕੇ, ਉਹਨੂੰ ਪਤਾ ਹੋਏਗਾ ਕੁਛ ਮੈਡੀਸਨ ਦਾ। ਇੱਕ ਉਹਦੇ ਅਗੇਂਸਟ ਡਾਕਟਰ ਆ ਜਿਹਨੇ ਸ਼ੁਰੂ ਤੋਂ ਐਂਡ ਤੱਕ ਪੜ੍ਹਿਆ ਹੀ ਉਸ ਚੀਜ਼ ਨੂੰ ਆ। ਹਾਂਜੀ,
ਉਹਨੂੰ 1000 ਗੋਲੀ ਦਾ ਪਤਾ ਹੈਗਾ, ਉਹ ਡੀਪਲੀ ਜਾ ਕੇ ਤੇਰਾ ਇਲਾਜ ਕਰ ਸਕੇਗਾ। ਸਾਡੀ ਪ੍ਰੋਬਲਮ ਇਹ ਆ, ਅਸੀਂ ਗਲਤ ਜਗ੍ਹਾ ਤੇ, ਸਾਨੂੰ ਡਾਕਟਰ ਵੀ ਨਹੀਂ ਅੱਗੋਂ ਕਹਿੰਦੇ। ਸਹੀ ਗੱਲ ਸਮਝ ਆ ਰਹੀ? ਹੁਣ ਡਾਕਟਰ ਨਸਰੁੱਲਾ ਸਾਹਿਬ ਦਾ ਮੈਂ ਕਹਿੰਦਾ, ਜਿਹੜੇ ਐਂਜ਼ਾਈਟੀ ਜਿਨ੍ਹਾਂ ਕੋਲ ਮੈਂ ਕਿੰਨੇ ਲੋਕਾਂ ਨੂੰ ਉੱਥੇ 20 ਬੰਦੇ ਗਏ ਨੇ, ਜਿਹੜਾ ਉਹਨਾਂ ਦਾ ਕੇਸ ਨਹੀਂ ਹੁੰਦਾ, ਉਹ ਸਿੱਧਾ ਕਹਿੰਦੇ ਕਿ ਜੀ ਇਹ ਸਾਈਕਾਟ੍ਰਿਸਟ ਦਾ ਮਸਲਾ ਹੈ, ਮੇਰਾ ਨਹੀਂ ਹੈ। ਸਮਝ ਆ ਰਹੀ? ਇਹ ਵੀ ਬਹੁਤ ਘੱਟ ਡਾਕਟਰ ਹੁੰਦੇ ਨੇ ਕਿ ਜਿਹੜੇ ਮਤਲਬ ਕਿ ਜਿਹੜੇ ਕਹਿੰਦੇ ਕਿ ਯਾਰ ਤੂੰ ਠੀਕ ਆ, ਅਸੀਂ ਵੀ ਡਾਕਟਰ ਆ ਜਾਂ ਤੈਨੂੰ, ਲੇਕਿਨ ਮੈਨੂੰ ਸ਼ੱਕ ਪੈ ਰਿਹਾ ਕਿ ਤੇਰਾ ਮਿਹਦੇ ਦਾ ਮਸਲਾ। ਮੈਂ ਇੱਕ ਮਿਹਦੇ ਦੇ ਡਾਕਟਰ ਕੋਲ ਗਿਆ ਸੀ ਗੁਲਾਮਾਬਾਦ ਦੇ ਵਿੱਚ, ਇੱਕ ਡਾਕਟਰ ਨੇ ਆਫਤਾਬ ਇਸਲਾਮ ਸਾਹਿਬ, ਮਿਹਦੇ ਦੇ ਬੜੇ ਅੱਛੇ ਡਾਕਟਰ ਨੇ, ਠੀਕ ਹੈ ਜੀ। ਮੈਂ ਉਹਨਾਂ ਦੇ ਕੋਲ ਗਿਆ ਸਕਿਨ ਦਾ ਕਰਕੇ ਕਿ ਮੇਰਾ ਮਿਹਦਾ ਖਰਾਬ ਆ, ਤੇ ਉਹਦੀ ਵਜ੍ਹਾ ਨਾਲ ਮੇਰੀ ਸਕਿਨ ਖਰਾਬ ਹੋਈ। ਉਹਨਾਂ ਨੇ ਕਿਹਾ ਮੇਰੇ ਕੋਲ ਦਵਾਈ ਨਹੀਂ ਹੈਗੀ, ਇਹ ਸਕਿਨ ਵਾਲੇ ਦਾ ਕੇਸ ਆ, ਤੇਰਾ ਮਿਹਦਾ ਖਰਾਬ ਆ, ਤੇਰਾ ਜਿਗਰ ਜੋ ਵੀ ਤੇਰਾ ਖਰਾਬ ਆ, ਤੇਰੀ ਸਕਿਨ ਤੇ ਪ੍ਰੋਬਲਮ ਆ, ਲਿਹਾਜ਼ਾ ਸਕਿਨ ਵਾਲੇ ਨੇ ਪੜਿਆ ਹੋਏਗਾ ਕਿ ਇਹ ਪ੍ਰੋਬਲਮ ਕਿਸ ਵਜ੍ਹਾ ਤੋਂ ਹੋ ਸਕਦੀ। ਉਹਦੇ ਵਿੱਚ ਮਿਹਦਾ ਵੀ, ਉਹ ਜੋ ਵੀ ਹੋਏ ਉਹਨਾਂ ਦਾ ਕੇਸ ਆ। ਮੈਂ ਨਹੀਂ, ਮੈਂ ਵੀ ਤੈਨੂੰ ਮਿਹਦਾ ਠੀਕ ਕਰ ਦੇਵਾਂ, ਤੇਰਾ ਸਕਿਨ ਵਾਲੇ ਕੋ ਜਾ। ਸਕਿਨ ਵਾਲੇ ਨੂੰ ਪਤਾ ਹੋਏਗਾ ਸਕਿਨ ਦੀ ਇਹ ਕੰਡੀਸ਼ਨ ਬੋਡੀ ਦੀ ਕਿਸ ਚੀਜ਼ ਦੀ ਵਿਗਾੜ ਦੀ ਵਜ੍ਹਾ ਤੋਂ ਹੁੰਦੀ। ਉਹ ਚਾਹੇ ਮਿਹਦਾ ਵਾ, ਚਾਹੇ ਜਿਗਰ ਆ, ਚਾਹੇ ਕਿਡਨੀ ਆ, ਜਿਹੜੀ ਵਜ੍ਹਾ, ਉਹਦਾ ਇਲਾਜ ਉਹ ਕਰਨਗੇ, ਦਵਾਈ ਵੀ ਉਹ ਦੇਣਗੇ। ਇਸ ਤਰ੍ਹਾਂ ਦੇ ਡਾਕਟਰ ਬਹੁਤ ਘੱਟ ਹੁੰਦੇ। ਸਮਝ ਆ ਰਹੀ? ਹੁਣ ਜਿਹਦੇ ਕੋਲ ਤੂੰ ਗਿਆ ENT ਸੀ, ENT ਆ, ਹਾਂ ਉਹ ENT ਸੀ ਨਾ, ਉਹਨੂੰ ENTT ਕਰਾ ਦੇ। ENT ਛੱਡ ਆਓ। ਹਾਂਜੀ, ਕੋਈ ਰਹਿ ਨਾ ਮਸ਼ਵਰਾ ਹੁਣ ਰਜ਼ਾ ਸਾਹਿਬ ਨਾਲ ਮਸ਼ਵਰਾ ਕਰੋ। ਔਰ ਰਜ਼ਾ ਮੈਨੂੰ ਵਿਚਾਰਾ ਕਿੰਨੇ ਦਿਨ ਅੱਜ ਉਹ ਗੱਲ ਹੋ ਗਈ, ਉਹਨੂੰ ਮੈਂ ਇੰਨਾ ਕਿਹਾ, ਮੈਂ ਕਿਹਾ ਯਾਰ ਉਸਤਾਦ ਤੂੰ ਨਾ ਇੱਕ YouTube ਚੈਨਲ ਬਣਾ ਲਾ, ਉਹਨੂੰ ਨਾ ਪੈਸੇ ਚਾਹੀਦੇ ਨਾ ਸਬਸਕ੍ਰਾਈਬ, ਉਹਨੂੰ ਕੁਛ ਨਹੀਂ ਚਾਹੀਦਾ, ਸ਼ੁਕਰ ਅੱਲਾ ਦਾ ਠੀਕ ਆ, ਟਾਈਮ ਵੀ ਨਹੀਂ ਉਹਦੇ ਕੋਲ ਹੈਗਾ। ਮੈਂ ਕਿਹਾ ਯਾਰ ਤੂੰ ਕਮ ਸੇ ਕਮ, ਕਿਉਂਕਿ ਮਸ਼ਵਰਾ ਬੜਾ ਅੱਛਾ ਦਿੰਦਾ। 4 ਤੋਂ 5 ਐਸੇ ਕੇਸ ਮਿੱਠਾ ਜੀ ਅੱਲਾ ਨੇ ਉਹਦੇ ਰਸਤੇ ਸ਼ਿਫਾ ਦਿੱਤੀ ਹੈ, ਜਿਹਨੂੰ ਡਾਕਟਰਾਂ ਨੇ ਟੋਟਲ ਕਹਿਤਾ ਸੀ ਕਿ ਇਸ ਆਪਰੇਟ ਤੋਂ ਇਲਾਵਾ ਹੱਲ ਨਹੀਂ ਹੋ ਸਕਦਾ। ਮੈਂ ਅੱਜ ਤੱਕ 4-4 ਸਾਲ ਹੋ ਗਏ, ਉਹ ਬੰਦੇ ਉਸ ਬਿਮਾਰੀ ਦੇ ਠੀਕ ਹੋਏ ਫਿਰਦੇ ਤੁਰਦੇ ਵੇਖ ਰਹੇ, ਜਿਨ੍ਹਾਂ 'ਚੋਂ ਇੱਕ ਮੇਰੇ ਬਹੁਤ ਕਰੀਬੀ ਮੇਰਾ ਰਿਸ਼ਤੇਦਾਰ ਫੀਮੇਲ ਆ। ਨਹੀਂ ਮਤਲਬ ਡਾਕਟਰਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਡਾ ਇਹ ਪਾਰਟ ਰਿਮੂਵ ਕਰਨਾ, ਇਹ ਰਹਿ ਨਹੀਂ ਸਕਦਾ। ਉਹ ਅੱਜ ਵੀ ਪਾਰਟ ਉੱਥੇ ਹੀ ਆ, ਔਰ 3 ਸਾਲ ਹੋ ਗਏ ਨੇ ਉਹ ਠੀਕ ਹੈ। ਔਰ ਡਾਕਟਰ ਕਹਿੰਦੇ ਸੀ ਜਿੱਡੀ ਜਲਦੀ ਹੋ ਸਕਦਾ ਇਹਨੂੰ ਰਿਮੂਵ ਕਰਾ ਦਿਓ, ਨਹੀਂ ਤਾਂ ਕੈਂਸਰ ਹੋ ਜਾਏਗਾ। 3 ਸਾਲ ਹੋ ਗਏ ਨੇ, ਨਾ ਕੈਂਸਰ ਹੋਇਆ ਨਾ ਕੋਈ ਗੱਲਬਾਤ, ਅੱਲਾ ਨੇ ਸ਼ਿਫਾ ਦੇ ਦਿੱਤੀ। ਉਹਨੇ ਉੱਥੋਂ ਫਿਰ UK ਭੇਜੀਆਂ ਸੀ ਦਵਾਈਆਂ ਆੜੀਆਂ। ਗੱਲ ਇਹ ਆ, ਡੇਲੀ ਬੇਸਿਸ ਤੇ ਤਹਿਕੀਕ ਹੁੰਦੀ ਹੈ, ਲੇਕਿਨ ਸਾਡੇ ਮਹੱਲੇ ਗਲੀਆਂ ਦੇ ਡਾਕਟਰ ਅਪਡੇਟ ਨਹੀਂ ਹੁੰਦੇ। ਅਪਡੇਟ ਨਹੀਂ ਹੁੰਦੇ। ਐਪ ਆਉਂਦੀ ਨਾ ਅਪਡੇਟ, ਤੁਸੀਂ ਇੱਕ ਐਪ ਇੰਸਟਾਲ ਕੀਤੀ ਹੈ, 6ਵੇਂ ਦਿਨ ਪਿੱਛੋਂ ਐਪ ਤੇ ਉਹਦੇ ਕੰਮ ਹੋ ਰਿਹਾ, ਤੁਸੀਂ ਆਪਣੀ ਐਪ ਪੂਰੀ ਇੰਸਟਾਲ ਕਰਕੇ ਵਰਕਿੰਗ ਕਰ ਰਹੇ, ਕੈਪ ਕੱਟ ਜਾਂ ਫਲਾਣਾ ਢੀਂਗੜਾ ਕਰ ਰਹੇ ਹੋ, ਪਿੱਛੇ ਕੰਪਨੀ ਉਹਦੇ 'ਚ ਮਜ਼ੀਦ ਬਿਹਤਰੀ ਵਾਸਤੇ ਫੰਕਸ਼ਨ ਪਾ ਰਹੀ ਹੈ। ਉਹਨੇ ਇੱਕ ਫੰਕਸ਼ਨ ਪਾਇਆ, ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਨੂੰ ਅਪਡੇਟ ਲਿਖਿਆ ਹੁੰਦਾ। ਠੀਕ ਆ, ਹੁਣ ਤੁਸੀਂ ਐਪ ਇੰਸਟਾਲ ਕਰ ਲਈ ਹੈ, 4 ਸਾਲ ਤੁਸੀਂ ਇਹਨੂੰ ਅਪਡੇਟ ਨਹੀਂ ਕਰ ਰਹੇ, ਤੇ ਮੈਂ ਕੀਤੀ ਆ ਅਪਡੇਟ, ਤੇ ਤੇਰੀ ਤੇ ਮੇਰੀ ਐਪ 'ਚ ਜ਼ਮੀਨ ਅਸਮਾਨ ਦਾ ਫਰਕ। ਤੂੰ ਕਹੇਗਾ ਤੇ ਮੇਰੇ ਆਪਸ਼ਨ ਹੀ ਨਹੀਂ ਹੈਗੇ, ਮੇਰੇ ਤੇ ਏਦਾਂ ਹੁੰਦਾ ਹੀ ਨਹੀਂ। ਇਹਦਾ ਮਤਲਬ ਆ ਉਹ ਕਈ ਬੰਦੇ ਐਸੇ ਨੇ ਫੌਰਨ ਦੇਖਦੇ ਨੇ ਕਿ ਅਪਡੇਟ ਨਵੀਂ ਆਈ, ਅਪਡੇਟ ਤੁਹਾਡੇ ਫੋਨਾਂ 'ਚ ਅਪਡੇਟ ਆਉਂਦੀ, ਹਰ ਤੀਸਰੇ ਮਹੀਨੇ ਤੁਹਾਡਾ ਸੈਮਸੰਗ ਮੋਬਾਈਲ ਇਹ ਉਹ ਅਪਡੇਟ ਆਉਂਦੀ। ਨਾ ਅਪਡੇਟ ਕਰੋ ਤੁਸੀਂ, ਭਲਾ ਵੇਖਣਾ ਕਿੱਥੇ ਚੱਲਣ ਆਉਂਦੀ ਨੇ। ਸੇਮ ਲਾਈਕ ਇਸੇ ਤਰ੍ਹਾਂ ਹੀ ਭਾਵੇਂ ਜਿਹੜੇ ਡਾਕਟਰ ਨੇ, ਉਹਨਾਂ ਨੇ ਇੱਕ ਪੜ੍ਹ ਲਿਆ, ਪਤਾ ਲੱਗ ਗਿਆ, ਦਵਾਈਆਂ ਨੂੰ ਬਹਿ ਗਏ ਨੇ, ਜਾਂ ਉਹਨਾਂ ਨੂੰ ਵਿਚਾਰੇ ਮੈਡੀਕਲ ਰੈਪ ਵਾਲੇ ਆ ਕੇ ਦੱਸ ਦਿੰਦੇ ਨੇ ਕਿ ਜਾਂ ਨਵੀਂ ਚੀਜ਼ ਆਈ। ਇੱਕ ਡਾਕਟਰ ਉਹ ਆ ਜਿਹੜਾ ਵਰਲਡ ਲੈਵਲ ਤੇ ਜੋ ਤਹਿਕੀਕ ਹੋ ਰਹੀ ਉਹਦੇ ਨਾਲ ਵੀ ਅਟੈਚ ਆ, ਸ਼ਾਮਲ ਆ ਉਹਦੇ 'ਚ। ਹਾਂਜੀ, ਉਹਦੇ 'ਚ ਤਾਂ ਸਰ ਬੜਾ ਫਰਕ ਹੁੰਦਾ। ਇੱਕ ਤੇਰੀ ਅੱਜ ਜਿਹੜੀ ਬਿਮਾਰੀ ਆ, ਅੱਜ ਤੋਂ 1 ਸਾਲ ਪਹਿਲੇ ਇੱਕ ਐਸੀ ਬਿਮਾਰੀ ਹੋਏਗੀ, ਉਹਦਾ ਇਲਾਜ ਨਹੀਂ ਹੋਏਗਾ। 1 ਸਾਲ ਬਾਅਦ ਅੱਜ ਉਹਦੀ ਟੈਬਲੇਟ ਬਣ ਗਈ ਹੋਏਗੀ ਔਰ ਉਹ ਬੜੀ ਇਫੈਕਟੇਬਲ ਹੋਏਗੀ, ਲੇਕਿਨ ਬਹੁਤ ਸਾਰੇ ਡਾਕਟਰ ਨੂੰ ਜਿਹੜੇ ਨਹੀਂ ਪਤਾ। ਹੁਣ ਡਾਕਟਰ ਜਿਹੜੇ ਪ੍ਰੋਫੈਸਰ ਵੀ ਨੇ, ਜਿਹੜੇ ਕਨੈਕਟ ਵੀ ਰਹਿੰਦੇ ਨੇ ਵਰਲਡ ਲੈਵਲ ਦੇ ਨਾਲ, ਉਹਨਾਂ ਦਾ ਹੋਰ ਸਭ, ਉਹ ਰਜ਼ਾ ਉਹ ਆ। ਰਜ਼ਾ ਦਾ ਇਸ ਤੋਂ ਮੈਂ ਉਹਨੂੰ ਕਿਹਾ ਸੀ ਚੈਨਲ ਆਪਣਾ ਬਣਾ, ਤੈਨੂੰ ਅਗਰ ਕੋਈ ਕਵੇ ਯਾਰ ਕਮ ਸੇ ਕਮ ਮਸ਼ਵਰਾ ਦੇ ਦਿਆ ਕਰ ਯਾਰ, ਸਦਕਾ ਜਾ ਰਹੀ ਹੈ ਯਾਰ, ਭਲਾ ਹੋ ਜੇ ਲੋਕਾਂ ਦਾ, ਮਸ਼ਵਰਾ ਦੇ ਦਿਆ ਕਰਕੇ, ਭਾਵੇਂ ਮੈਂ ਤਹਿਕੀਕ ਕਰਕੇ ਦੱਸਾਂਗਾ ਕਿ ਇਸ ਚੀਜ਼ ਦੀ ਕੋਈ ਉਹ ਕਿਉਂਕਿ ਇਹਦੇ ਨਾਲ ਰਿਲੇਟਿਡ ਆ, ਤੇ ਉਹ ਮੈਂ ਉਹਦਾ ਬਣਾ ਦੇਣਾ ਚੈਨਲ। ਤੂੰ ਉਹਨੂੰ ਫੋਨ ਕਰ, ਉਹਨੂੰ ਕਹੇ ਭਾਈ ਆਹ ਮਸਲਾ, ਆਹ ਗੱਲ, ਆਹ ਬਾਤ। ਅਗਰ ਉਹ ਕਵੇ ਕਿ ਹਾਂ ਜੀ ਆਪਰੇਟ ਹੀ ਹੋਣਾ ਵਾ ਕਿਉਂਕਿ ਤੁਹਾਡੇ ਪਰਦਾ ਹੈ ਹੀ ਨਹੀਂ ਕੰਨ ਦਾ, ਔਰ ਆਹ ਵੱਧ ਗਿਆ ਤੇ ਇਹ ਕਵਰ ਨਹੀਂ ਹੋ ਸਕਦਾ। ਅੱਛਾ, ਇੱਕ ਹੋਰ ਚੀਜ਼ ਹੁੰਦੀ, ਉਹ ਆਪਰੇਸ਼ਨ ਇੱਕ ਚੀਜ਼ ਆ, ਉਹਦਾ ਇੱਕ ਹੱਲ ਆਪਰੇਸ਼ਨ ਹੁੰਦਾ। ਕੁਝ ਬਿਮਾਰੀਆਂ ਐਸੀਆਂ ਹੁੰਦੀਆਂ ਇੱਕ ਹੱਲ ਆਪਰੇਸ਼ਨ ਆ, ਇੱਕ ਹੱਲ ਐਸਾ ਹੁੰਦਾ ਕਿ ਲਾਈਫ ਟਾਈਮ ਦਵਾਈ ਖਾਣੀ। ਏਦਾਂ ਵੀ ਆਪਸ਼ਨ ਹੁੰਦਾ, ਇਹ 2 ਆਪਸ਼ਨ ਵੀ ਹੁੰਦੀਆਂ ਬਿਮਾਰੀਆਂ। ਅਗਰ ਤੂੰ ਲਾਈਫ ਟਾਈਮ ਦਵਾਈ ਨਹੀਂ ਖਾਣੀ ਤਾਂ ਆਪਰੇਟ ਕਰਾ ਲਾ, ਨਹੀਂ ਤਾਂ ਲਾਈਫ ਟਾਈਮ ਦਵਾਈ ਖਾਣੀ ਪੈਣੀ ਹੈ, ਚੱਲਦਾ ਰਹੇਗਾ ਨਾਲ। ਹੋ ਸਕਦਾ ਇੰਜ ਦਾ ਕੋਈ ਤੈਨੂੰ ਆਪਸ਼ਨ ਦੇ ਦੇਵੇ ਕਿ ਤੇਰਾ ਟੌਂਸਿਸ ਵੀ ਠੀਕ ਹੋ ਜਾਣ, ਕੰਨ ਦਾ ਵੀ ਮਸਲਾ ਠੀਕ ਹੋ ਜੇ। ਲੇਕਿਨ ਅਗਰ ਹਾਰਡਵੇਅਰ ਪ੍ਰੋਬਲਮ, ਯਾਨੀ ਕਿ ਜਿੱਦਾਂ ਪਰਦਾ ਪਾਰਟਸ ਦੀ ਕੋਈ ਪ੍ਰੋਬਲਮ ਆ ਗਈ ਹੈ, ਉਹਦਾ ਹੋ ਸਕਦਾ ਕੋਈ ਤੈਨੂੰ ਦੱਸ ਦੇਵੇ ਜਾਂ ਆਪਰੇਟ ਕਰਾ ਕੇ ਉਹਦਾ ਕੋਈ ਉਹਨਾਂ ਨੇ
ਕੀਤਾ ਹੋਵੇ ਸਿਸਟਮ। ਮੈਂ ਤਾਂ ਐਕਸਰਸਾਈਜ਼ਾਂ ਵੀ ਕਰਦਾ ਨਹੀਂ ਤੇ 9-10 ਲੱਖ ਰੁਪਇਆ ਲੱਗਣਾ, ਯੂਕੇ ਜਾ ਕੇ ਇਲਾਜ ਕਰਾਇਆ, ਕਿਤੇ ਮਰਨਾ ਹੀ ਇੱਥੇ ਹੀ ਮਰ ਜਾਣਾ, ਦੱਬੀ ਜੰਨਾ ਪੈਸੇ। 3200 ਰੁਪਏ ਦਾ ਲਾਇਸੈਂਸ ਹੀ ਬਣਵਾਇਆ ਇਹਨੇ, ਆਪਰੇਸ਼ਨ 85,000 ਦਾ ਕਿੱਥੋਂ ਕਰਾਉਣਾ? ਨਹੀਂ ਉਸਤਾਦ ਜੀ, ਅੱਜ 3-4 ਚੈਨਲਾਂ ਤੋਂ ਪੈਸੇ ਆ ਰਹੇ, ਭਰਾਵਾਂ ਦੇ ਹਿੱਸੇ ਨੂੰ ਵੀ ਗੇਮ ਪਾਈ ਆ, ਹੁਣ ਕੀ ਕਰਨਾ? ਆਪਣੇ ਤੇ ਲਾ ਸਭ ਨੇ ਗੱਡੀ ਅਨਾਉਂਸ ਕੀਤੀ। ਹਾਂਜੀ ਆਹੋ ਅਸਲ ਕਹਿੰਦਾ ਜੀ ਇਹਨੂੰ ਗੱਡੀ ਲੈ ਕੇ ਦੇਣੀ। ਉਸਤਾਦ ਜੀ ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਕਹਿ ਰਹੇ ਹੋ ਨਾ ਕਿ ਅਪਡੇਟ ਤੋਂ ਪਹਿਲੇ ਰੀਸਟਾਰਟ ਵੀ ਹੁੰਦਾ ਹੈ। ਹਾਂ ਠੀਕ ਹੈ ਨਾ, ਮਾਫੀ ਨਾ ਕਹਿਣਾ ਨਹੀਂ ਚਾਹੀਦਾ। ਮੈਂ ਸੱਚੀ ਅੱਛਾ ਠੀਕ ਆ। ਮੈਂ ਪਤਾ ਨਹੀਂ ਕਿੱਥੇ ਦਾ ਕਿੱਥੇ। ਨਹੀਂ ਜਿਹੜੀ ਐਪਸ ਹੁੰਦੀਆਂ ਨੇ ਨਾ, ਰੀਸਟਾਰਟ ਨਹੀਂ ਹੁੰਦਾ। ਐਪ ਅਪਡੇਟ ਹੋ ਕੇ ਦੁਬਾਰਾ ਖੁੱਲ ਜਾਂਦੀ, ਉਹ ਨਹੀਂ ਰੀਸਟਾਰਟ ਹੁੰਦੀ। ਲੇਕਿਨ ਤੁਹਾਡਾ ਤੇ ਉਹਦੇ ਮਾਮਲੇ 'ਚ ਜ਼ਮੀਨ ਅਸਮਾਨ ਦਾ ਫਰਕ ਉਸਤਾਦ ਜੀ। ਉਹਦੇ ਉਹੀ ਸੀ ਉਹਦਾ ਪਰਦੇ ਦਾ ਮਸਲਾ। ਪਰਦਾ ਤੇ ਹੈ ਹੀ ਨਹੀਂ ਉਧਰ, ਹਾਂ ਨਹੀਂ ਹੈ ਪਰਦਾ ਤੇ ਉਧਰ ਹੈ ਹੀ ਨਹੀਂ। ਇੱਧਰ ਹੈ ਨਹੀਂ, ਆ ਦੇਖੋ ਕੰਨ ਚ ਉਹਦੇ ਚ ਪਰਦਾ ਤੇ ਕਿੰਨੀ ਦਿਨ ਹੋ ਗਈ ਭਾਜੀ ਪਰਦਾ ਨਹੀਂ ਹੈਗਾ? ਕਦੋਂ ਤੇ ਹਾਂ ਜੀ ਆਂਦਾ ਤੇ ਕੰਨ ਦੀ ਉਹਦੀ ਗੱਲ ਹੋ ਰਹੀ, ਤੇਰਾ ਕਿਉਂ ਜ਼ੇਨ ਗੰਦਾ? ਕੰਨ ਮੈਂ ਦਾ ਕਾਇਦਾ ਵੀ ਸੋਚਿਆ ਪਰਦਾ ਕਿਹਦਾ ਨਹੀਂ ਹੈਗਾ ਤੇਰੇ ਚ? ਇੱਥੇ ਨੱਕ 'ਚ ਪਰਦਾ ਨਹੀਂ ਹੈ। ਨਹੀਂ ਕੰਨ ਤਾਂ ਤੇਰੇ ਪਰਦਾ ਨਹੀਂ ਹੈਗਾ। ਹਾਂਜੀ ਉਹ ਵੀ ਨਹੀਂ। ਕਿੰਨੀ ਵਾਰੀ ਤੇ ਮੈਂ ਜੋ ਪੁੱਛਿਆ ਕਿੰਨੀ ਦਿਨ ਹੋ ਗਈ ਪਰਦਾ ਨਹੀਂ ਹੈਗਾ, ਤੇ ਏਡੀ ਤੈਨੂੰ ਡਰ ਕਾਹਦਾ ਪੈ ਗਿਆ? ਵੈਸੇ ਮੈਂ ਕਿਹਾ ਮੈਨੂੰ ਆਹ ਗਦੂਦ ਵਾਲਾ ਵੀ ਕਹਿਣ ਦੇ। ਇਹਨੇ ਘਰ ਜਾ ਕੇ ਕਿਹਾ ਅੰਮੀ ਨੂੰ, ਇਹਨੇ ਕਿਹਾ ਡਾਕਟਰ ਨੇ ਕਿਹਾ ਗੰਦੀਆਂ ਗਦੂਦਾਂ ਕਢਾ, ਉਹਨੇ ਕਿਹਾ ਨਹੀਂ ਨਿਕਲਦੀਆਂ। ਮੈਂ 40 ਸਾਲ ਹੋ ਗਏ ਮੈਂ ਆਪਣੇ ਘਰੋਂ ਨਹੀਂ ਕੱਢ ਸਕਿਆ। ਜੇ ਉਸਤਾਦ ਜੀ ਇਹਦੇ ਨੱਕ ਦਾ ਮਸਲਾ ਨਾ ਤੇ ਖੋਤੇ ਤੇ ਕੂੜਾ ਪਾ ਕੇ ਸੁੰਗੇ। ਹਾਂ ਹੁਣ ਉਹਨੂੰ ਕਹਦੇ ਲਿਆ ਤੇ ਕੂੜਾ ਪਾ ਕੇ ਸੁੰਗਾ ਕਹਦੇ ਇਹੋ ਜਿਹੀ ਕਾਮੇਡੀ ਕਰਦੇ ਆਖਰੀ ਲੰਮੇ ਚ। ਨਹੀਂ ਹੁਣ ਉਸਤਾਦ ਜੀ ਭਾਈ ਰਜ਼ਾ ਨਾਲ ਹਾਂਜੀ ਮਸ਼ਵਰਾ ਭਾਈ ਰਜ਼ਾ ਨਾਲ ਮਸ਼ਵਰਾ ਕਰੋ ਭੈਣ, ਠੀਕ ਹੈ ਜੀ। ਬਾਕੀ ਡਾਕਟਰ ਨੇ ਇੱਕ ਵਾਰੀ ਮੈਨੂੰ ਪੱਟੀ ਨੂੰ ਲਾਤਾ ਸੀ, ਮੈਂ ਕੰਮ ਦੀ ਲੱਤ ਨਾਲ ਘਰ ਆਇਆ ਇੱਥੇ। ਅੱਲਾਹ ਪਾਕ ਜ਼ਿੰਦਗੀ ਕਰੇ ਮਿੱਠੇ ਤੇ। ਆਹ ਤੁਹਾਡੇ ਰੌਂਗਟੇ ਵੀ ਲੱਭਾ ਲਏ। 3 ਦਿਲ ਬਣ ਗਏ ਦਿਲ। ਮੇਰੇ ਚ 5 ਬਣ ਗਏ ਜੀ। ਚਲੋ ਜੀ ਦਿਲਾਂ ਦਾ ਪਲਾਜ਼ਾ ਹੀ ਬਣਾਤਾ ਜੀ। ਆਪਣਾ ਖਿਆਲ ਰੱਖੋ ਜਨਾ, ਅੱਛਾ ਜੀ, ਦਿਲ ਬਣਾ। ਮੁੰਡੇ ਦੀ ਸਾਲਗਿਰਾ ਤਾਂ ਕਿਹਾ ਹੀ ਨਹੀਂ। ਅੱਜ ਮੇਰੀ ਸਾਲਗਿਰਾ ਤੇ ਚਲੋ ਕੋਈ ਕੋਈ ਨਹੀਂ ਅਗਲੇ ਸ਼ੋਅ ਚ ਕਰ ਲਾਂਗੇ। ਸਾਲਗਿਰਾ ਐਡਾ ਤੂੰ ਜੰਮ ਕੇ ਇੱਥੇ ਕੀ ਕਰਨਾ? ਤੇਰੀ ਸਾਲਗਿਰਾ ਕੀ ਵੀ ਤੂੰ ਨਾ ਵੀ ਜੰਮਦਾ ਤੇ ਕੀ ਹੋਣਾ? ਇੱਥੇ ਸਨੈਨ ਨੇ ਬੈਠੇ ਹੋਣਾ ਸੀ, ਹੋਰ ਕੀ ਕਰਨਾ। ਚਲੋ ਤੇ ਉਹਨਾਂ ਦੋ ਨੇ ਵਾਅਦੇ ਕਰ ਲੈਣੀ ਅਸੀਂ। ਚਲੋ ਜੀ ਆਪਣਾ ਖਿਆਲ ਰੱਖੋ ਨਾਜ਼ਰੀਨ। ਲੇਕਿਨ ਬਹੁਤ ਅੱਛੀ ਗੱਲ ਜਿਹੜੀ ਤੂੰ ਗੱਲ ਕੀਤੀ ਮਿੱਠੇ ਹੈਪੀ ਹਾਂਜੀ ਸੰਭਾਲ ਲਈ। ਕਹਿੰਦਾ ਨੱਕ ਵਢਾ ਦੇ, ਕਹਿੰਦਾ ਤੈਨੂੰ ਕੀ 1000 ਮਿੰਟ ਫ੍ਰੀ ਹੋਣਗੇ। ਓਕੇ ਜੀ ਆਪਣਾ ਖਿਆਲ ਰੱਖੋ ਤੇ ਲਵ ਯੂ। ਕੱਲ ਪਰਸੋਂ ਫਿਰ ਮੁਲਾਕਾਤ ਹੋਏਗੀ, ਨੈਕਸਟ ਪ੍ਰੋਗਰਾਮ ਹੀ ਫਿਰ ਮੁਲਾਕਾਤ ਹੋਏਗੀ।